हाँ जी। ओके जी। सो ਅੱਜ ਆਪਾਂ ਜੋ ਚੀਜ਼ ਕਰਨੀ ਹੈ ਜੀ, ਦੋ ਪੈਸੇਜ ਚੱਕੇ ਆ, ਦੋਵਾਂ ਦੇ ਵਿੱਚੋਂ ਆਪਾਂ ਕੰਮ ਦੀਆਂ ਚੀਜ਼ਾਂ ਕਰਨੀਆਂ। ਜਿਵੇਂ ਪਹਿਲਾ ਪੈਸੇਜ ਆ, ਪਹਿਲੇ ਦੇ ਵਿੱਚੋਂ ਪਹਿਲਾ ਕਾਫੀ ਸੌਖਾ ਪੈਸੇਜ ਸੀਗਾ, ਬਟ ਇਹਦੇ ਵਿੱਚ ਜਿਹੜੀ ਆਪਾਂ ਚੀਜ਼ ਕਰਨੀ ਹੈ ਜੀ ਉਹ ਹੈਗੀ ਆ ਆਹ ਵਾਲੀ। ਇਹ ਚ ਕੁਝ ਕੁ ਸਟ੍ਰੈਟਜੀਜ਼ ਦੇਖਣੀਆਂ ਆਪਾਂ, ਤੇ ਨਾਲ ਜਿਹੜਾ ਆਪਾਂ ਸੈਕੰਡ ਪੈਸੇਜ ਆਪਣਾ, ਸੈਕੰਡ ਪੈਸੇਜ ਦੇ ਵਿੱਚੋਂ ਆਪਾਂ ਕਰਨੇ ਮਲਟੀਪਲ। ਪਹਿਲੇ ਤਿੰਨ ਆਪਣੇ ਕੋਲੇ ਮਲਟੀਪਲ ਆ ਜੀ, ਤੇ ਅੱਗੇ ਜਾ ਕੇ ਆਪਣੇ ਕੋਲੇ ਆਹ ਵਾਲੇ ਇਹਦੇ ਸਾਰੇ ਆ ਟਰੂ ਫਾਲਸ ਨॉट गिवन, यानी कि मल्टीपल आ ट्रू फॉल्स नॉट गिवन है। हाँ जी। ਆਹ ਵਾਲੀ ਚੀਜ਼ ਕਾਫੀ ਜ਼ਿਆਦਾ ਸੌਖੀ ਸੀ ਇਹ ਪੈਸੇਜ ਦੀ। ਇਹ ਆਪਾਂ ਰੀਡਿੰਗ ਇੱਕ ਹੋਰ ਚੱਕਾਂਗੇ ਜਿਹਦੇ ਵਿੱਚ ਕਮ ਸੇ ਕਮ ਥੋੜੇ ਟਫ ਲੈਵਲ ਦੀ ਹੋਵੇ, ਕਿਉਂਕਿ ਇਹਦੇ ਵਿੱਚ ਕੀ ਆ, ਇਹਦੇ ਵਿੱਚ ਸਾਰਿਆਂ ਦੇ ਸਿੱਧੇ ਲਿਖੇ ਪਏ ਆ, ਕੋਈ ਹਾਰਡ ਲੈਵਲ ਨਹੀਂ। ਆ ਲਾਈਨਾਂ ਬਣੀਆਂ ਤੇ ਨਹੀਂ ਉਹਦੇ ਵਿੱਚ ਪਈਆਂ ਵਾ, ਤਾਂ ਕਰਕੇ ਮੈਂ ਸਕਿਪ ਕੀਤੇ। ਬਹੁਤ ਸੌਖੇ ਲੈਵਲ ਦੇ ਸੀਗੇ। ਤੁਸੀਂ ਇਹ ਕਰੋਗੇ ਹਾਰਡਲੀ ਇੱਕ ਅੱਧਾ ਭਾਵੇਂ ਗੱਲ ਤੇ ਆਵੇ, ਬਾਕੀ ਸਾਰੇ ਟੋਟਲੀ ਠੀਕ ਜਾਣਗੇ। ਬਟ ਇਹਦੇ ਜਿਹੜੇ ਆ ਵਾਲੇ ਟਰੂ ਫਾਲਸ ਸੀਗੇ, ਇਹਨਾਂ ਦੇ ਵਿੱਚੋਂ ਸਟ੍ਰੈਟਜੀਸ ਜਿਹੜੀਆਂ ਹੈਗੀਆਂ ਫਾਈਨਲ ਲੈਵਲ ਦੀਆਂ, ਯਾਨੀ ਕਿ ਫਾਈਨਲ ਦੇ ਵਿੱਚ ਜਿਹੜੇ ਟਰੂ ਫਾਲਸ ਬਣਾਉਂਦੇ ਹੁੰਦੇ ਇਦਾਂ ਦੇ, ਕਈ ਵਾਰੀ ਅਰੇਂਜ ਕਰ ਦਿੰਦੇ ਕਿ ਬੱਚੇ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ। ਸੋ ਸੈਕਿੰਡ ਨੰਬਰ ਤੇ ਆਪਾਂ ਕਰਾਂਗੇ ਦੂਸਰੇ ਪੈਸੇ ਦੇ ਵਿੱਚ ਆਪਾਂ ਮਲਟੀਪਲ ਕਰਨੇ ਆ, ਤੇ ਮਲਟੀਪਲ ਤੋਂ ਬਾਅਦ ਚੋਂ ਆਪਾਂ ਉਹਦੇ ਵਿੱਚ ਕਰਨੇ ਆਹ ਵਾਲੇ ਟਰੂ ਫਾਲਸ ਨॉट गिवन। ਹਾਂਜੀ ਚਲੋ ਜੀ ਸਟਾਰਟ ਕਰਦੇ ਹਾਂ। ਨਾਲ ਨਾਲ ਤੁਹਾਡੇ ਤੋਂ ਪੁੱਛੂੰਗਾ ਮੈਂ। ਤਾਂ ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਹਿਲੇ ਪੈਸੇਜ ਦੇ ਵਿੱਚੋਂ ਸਰ ਆਪਾਂ ਤਿੰਨ ਹੀ ਕਰਨੇ, ਫਿਰ ਆਪਾਂ ਸੈਕਿੰਡ ਪੈਸੇਜ ਕਰਦੇ ਉੱਤੇ ਫਿਰ ਮੂਵ ਹੁੰਨੇ ਆਪਾਂ। ਦੇਖੋ ਇਹਦੇ ਵਿੱਚ ਧਿਆਨ ਨਾਲ ਪੜਿਓ ਜੀ ਸਾਰਿਆਂ ਨੇ। ਕੀ ਕਹਿੰਦੇ ਜੀ, ਕਹਿੰਦੇ ਬਨਾਨਾ ਇਜ਼ ਦਾ ਓਲਡੈਸਟ ਨੋਨ ਫਰੂਟ। ਬਨਾਨਾ ਕਹਿੰਦੇ ਜਿਹੜਾ ਹੈਗਾ ਜੀ ਸਭ ਤੋਂ ਪੁਰਾਣਾ, ਯਾਨੀ ਕਿ ਜਾਣਿਆ ਜਾਣ ਵਾਲਾ ਫਰੂਟ ਆ, ਸਭ ਤੋਂ ਪੁਰਾਣਾ ਜਾਣਿਆ ਜਾਣ ਵਾਲਾ। ਚਲੋ ਜੀ ਲੋਕੇਸ਼ਨ ਤੇ ਮੈਂ ਤੁਹਾਨੂੰ ਲੈ ਕੇ ਜਾਣਾ ਵਾ, ਤੇ ਤੁਸੀਂ ਇਹਦਾ ਮੈਨੂੰ ਇੱਕ ਵਾਰੀ ਦੱਸਣਾ ਵੀ ਇਹਦਾ ਆਨਸਰ ਕੀ ਹੋ ਸਕਦਾ ਜੀ। ਲੋਕੇਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਸਟਾਰਟਿੰਗ ਦੇ ਵਿੱਚ ਹੀ ਲੋਕੇਸ਼ਨ ਪਈ ਜੀ ਇਹਦੀ, ਆ ਪਈ ਲੋਕੇਸ਼ਨ ਹੈ। ਬਨਾਨਾ ਇਜ਼ ਅਮੰਗ ਦਾ ਵਰਲਡਸ ਓਲਡੈਸਟ ਕ੍ਰੌਪਸ। ਲੋਕੇਸ਼ਨ ਤੁਹਾਡੇ ਸਾਹਮਣੇ ਪਈ ਹੈ ਜੀ। ਫਾਈਨਲ ਦੇ ਵਿੱਚ ਇਦਾਂ ਦਾ ਉਹ ਟਾਰਗੇਟ ਇੱਕ ਅੱਧਾ ਕੁਐਸਚਨ ਪੱਕਾ ਕਰ ਸਕਦੇ ਆ ਜਿਹਦੇ ਵਿੱਚ ਬੱਚਾ ਥੋੜਾ ਕਨਫਿਊਜ਼ ਹੋ ਜਾਂਦਾ, ਹਾਲਾਂਕਿ ਲੱਗ ਸਿੱਧਾ ਹੀ ਰਿਹਾ ਵਾ। ਲੈਂਗੁਏਜ ਸਿੰਪਲ ਆ ਜੀ ਜਮਾ। ਲੋਕੇਸ਼ਨ ਤੇ ਲੈ ਕੇ ਆਣਾ ਤੁਹਾਨੂੰ, ਇੱਕ ਵਾਰੀ ਕੁਐਸਚਨ ਤੇ ਲੈ ਕੇ ਆਣਾ। ਕੁਐਸਚਨ ਨੇ ਆਪਾਂ ਨੂੰ ਕਿਹਾ ਸੀਗਾ ਕਿ ਬਨਾਨਾ ਇਜ਼ ਦਾ ਓਲਡੈਸਟ ਨੋਨ ਫਰੂਟ। ਬਨਾਨਾ ਜਿਹੜਾ ਹੈਗਾ ਜੀ ਸਭ ਤੋਂ ਪੁਰਾਣਾ ਜਾਣਿਆ ਜਾਣ ਵਾਲਾ ਫਰੂਟ ਆ ਜੀ ਬਨਾਨਾ। ਤੇ ਜੋ ਤੁਸੀਂ ਇਹਦੀ ਲੋਕੇਸ਼ਨ ਤੇ ਜਾਓਗੇ ਜੀ, ਤਾਂ ਲੋਕੇਸ਼ਨ 'ਚ ਲਿਖਿਆ ਪਿਆ ਬਨਾਨਾ ਇਜ਼ ਅਮੰਗ ਦਾ ਵਰਲਡਸ ਓਲਡੈਸਟ ਕ੍ਰੌਪਸ। ਤੁਹਾਨੂੰ ਇੱਕ ਵਾਰੀ ਮਿਊਟ ਤੋਂ ਖੋਲਦਾ, ਮੈਂ ਦੇਖਣਾ ਚਾਹੁੰਦਾ ਕਿ ਤੁਹਾਡਾ ਇਹਦੇ ਵਿੱਚ ਓਪੀਨੀਅਨ ਕੀ ਆ। ਬਾਅਦ ਚੋਂ ਮੈਂ ਤੁਹਾਨੂੰ ਸਮਝਾਉਣਾ ਹੈ ਸਾਰਾ। ਹਾਂਜੀ ਜੀ, ਕੀ ਓਪੀਨੀਅਨ ਹੈ ਜੀ ਤੁਹਾਡਾ ਇਹਦੇ ਵਿੱਚ? नॉट गिवन ਕਈ ਨਾਟ not ਗਿਵਨ ਕਹਿ given ਰਹੇ ਆ, टोटल फॉल्स है। ਕਈ ਫਾਲਸ ਕਹਿ ਰਹੇ ਆ। ਓਕੇ not ਚਲੋ given, ਜੀ। not given, not given. ਹਾਂਜੀ ਠੀਕ ਹੈ ਜੀ। ਤੁਹਾਨੂੰ ਧਿਆਨ ਨਾਲ ਦੇਖਿਓ ਜੀ, ਇੱਥੇ ਇੱਕ ਸਟ੍ਰੈਟਜੀ ਵੀ ਨੋਟ ਕਰ ਲਿਓ, ਤੇ ਨਾਲ ਨਾਲ ਜਿਹੜੀ ਆਪਾਂ ਚੀਜ਼ ਕਰਨੀ ਹੋਵੇ। ਮੈਂ ਤੁਹਾਨੂੰ ਇੱਕ ਦਿਨ ਕਿਹਾ ਸੀਗਾ ਜੀ, ਇੱਕ ਦਿਨ ਆਪਣੀ ਗੱਲ ਹੋਈ ਸੀ ਕੁਐਸਚਨ ਤੇ, ਜਿੱਦੇ ਆਪਾਂ ਕਿਹਾ ਸੀ ਇੱਕ ਸੌਖੇ ਲੈਵਲ ਦੀ ਚੀਜ਼ ਚੱਕੀ ਸੀ ਆਪਾਂ, ਜਿਹਦੇ ਵਿੱਚ ਕੁਐਸਚਨ ਤਾਂ ਕਹਿੰਦਾ ਸੀਗਾ ਕਿ ਜਿਹੜਾ ਜੌਨ ਹੈਗਾ ਵਾ ਜੀ, ਜੌਨ ਮੋਸਟ ਇੰਟੈਲੀਜੈਂਟ ਸਾਇੰਟਿਸਟ ਸੀਗਾ। ਜੌਨ ਵਾਜ਼ ਮੋਸਟ ਇੰਟੈਲੀਜੈਂਟ ਸਾਇੰਟਿਸਟ। ਕੁਐਸਚਨ ਕਹਿ ਰਿਹਾ ਕਿ ਜੀ ਉਹ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਸਾਇੰਟਿਸਟ ਸੀਗਾ, ਯਾਨੀ ਕਿ ਉਹ ਕੁਐਸਚਨ ਦੇ ਅਕੋਰਡਿੰਗ ਉਹ ਪਹਿਲੇ ਨੰਬਰ ਤੇ ਆ ਜੌਨ, ਬਾਕੀ ਸਾਰੇ ਉਹਦੇ ਤੋਂ ਨੀਚੇ ਆ, ਬਾਕੀ ਲਿਸਟ ਦੇ ਵਿੱਚ ਉਹਦੇ ਤੋਂ ਸਾਰੇ ਨੀਚੇ ਆ ਕੁਐਸਚਨ, ਕਿਉਂਕਿ ਸੁਪਰਲੇਟਿਵ ਡਿਗਰੀ ਯਾਨੀ ਕਿ ਲਾ ਕੇ ਕਹਿ ਰਿਹਾ, ਯਾਨੀ ਕਿ ਮੋਸਟ ਇੰਟੈਲੀਜੈਂਟ। ਤੁਸੀਂ ਇਹ ਰੀਡਿੰਗ ਦੇ ਉੱਪਰ, ਰੀਡਿੰਗ ਦੇ ਤੁਹਾਨੂੰ ਕਿਹਾ ਕਿ ਜਿਹੜਾ ਜੌਨ ਆ ਉਹ ਮੋਸਟ ਇੰਟੈਲੀਜੈਂਟ ਸਾਇੰਟਿਸਟ ਦੇ ਵਿੱਚੋਂ ਇੱਕ ਆ। ਬਈ ਮੋਸਟ ਇੰਟੈਲੀਜੈਂਟ ਸਾਇੰਟਿਸਟ ਬਹੁਤ ਆ, ਤੇ ਜੌਨ ਵੀ ਉਹਨਾਂ ਦੇ ਵਿੱਚੋਂ ਇੱਕ ਆ। ਹੁਣ ਕੁਐਸਚਨ ਤੁਹਾਡਾ ਕਹਿ ਰਿਹਾ ਕਿ ਜੀ ਜੌਨ ਖੁਦ ਸਾਰਿਆਂ ਤੋਂ ਇੰਟੈਲੀਜੈਂਟ ਆ, ਪਰ ਤੁਹਾਡੀ ਰੀਡਿੰਗ ਕਹਿ ਰਹੀ ਹੈ ਵੀ ਜੌਨ ਮੋਸਟ ਇੰਟੈਲੀਜੈਂਟ ਸਾਇੰਟਿਸਟਾਂ ਦੇ ਵਿੱਚੋਂ ਇੱਕ ਆ, ਪਰ ਉਹ ਸਭ ਤੋਂ ਜ਼ਿਆਦਾ ਇੰਟੈਲੀਜੈਂਟ ਪਹਿਲੇ ਨੰਬਰ ਤੇ ਹੈਗਾ ਕਿ ਨਹੀਂ, ਜਾਂ ਕਿੰਨਵੇਂ ਨੰਬਰ ਤੇ ਲਾਈ ਕਰਦਾ, ਇਹ ਚੀਜ਼ ਰੀਡਿੰਗ ਆਪਾਂ ਨੂੰ ਦੱਸ ਹੀ ਨਹੀਂ ਪਾ ਰਹੀ। ਸੇਮ ਉਸੇ ਤਰ੍ਹਾਂ ਜੀ, ਹੁਣ ਦੇਖੋ ਕ੍ਰੌਪ ਤੇ ਫਰੂਟ ਵਿੱਚ ਨਾ ਜਾਨੀ ਕਿ ਕਨਫਿਊਜ਼ ਹੋਵੋ, ਕਿਉਂਕਿ ਫਰੂਟ ਖੁਦ ਦੇ ਵਿੱਚ ਤਾਂ ਇੱਕ ਤਰ੍ਹਾਂ ਦੀ ਫਸਲ ਹੀ ਹੈ ਨਾ। ਕਈ ਬੱਚੇ ਕਹਿ ਰਹੇ ਹੋਣਗੇ ਸਰ ਕਿ ਇੱਥੇ ਇਹਨਾਂ ਨੇ ਜੀ ਫਰੂਟ ਲਿਖਿਆ ਪਿਆ, ਕ੍ਰੌਪ ਇਦਾਂ ਜੀ, ਮੈਂ ਇੱਥੋਂ ਦੇਖ ਕੇ ਲਾਤਾ। ਮੈਂ ਤੁਹਾਨੂੰ ਕਹਿ ਰਿਹਾ ਕਿ ਫਰੂਟ ਤਾਂ ਇੱਕ ਕ੍ਰੌਪ ਆ ਨਾ, ਫਰੂਟ ਤਾਂ ਇੱਕ ਫਸਲ ਹੀ ਹੈ ਨਾ ਇੱਕ ਤਰ੍ਹਾਂ ਦੀ। ਤੇ ਜੇ ਪਰ ਆਪਾਂ ਇਹ ਹੁਣ ਲਾਇਆ ਕਿੱਥੋਂ, ਉਹਦੇ ਤੇ ਗੌਰ ਕਰੋ। ਉਹ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਬਨਾਨਾ ਵਾ ਜੀ,
ਉਹ ਸਭ ਤੋਂ ਪੁਰਾਣਾ, ਜਾਣੀ ਕਿ ਉਹਦੇ ਤੋਂ ਹੋਰ ਕੋਈ ਪੁਰਾਣਾ ਹੈ ਹੀ ਨਹੀਂਗਾ ਜੀ। ਸਭ ਤੋਂ ਪੁਰਾਣਾ ਜਾਣਿਆ ਜਾਣ ਵਾਲਾ ਫਰੂਟ ਹੈ ਜੀ। ਬਈ ਉਹਦੇ ਤੋਂ ਪਹਿਲਾਂ ਹੋਰ ਕੋਈ ਫਰੂਟ ਨਹੀਂ ਜਾਣਿਆ ਜਾਂਦਾ ਸੀ, ਸਿਰਫ ਬਨਾਨਾ ਸਭ ਤੋਂ ਪਹਿਲਾਂ। ਤੇ ਤੁਹਾਨੂੰ ਰੀਡਿੰਗ ਕਹਿ ਰਹੀ ਹੈ ਕਿ ਬਨਾਨਾ ਕਹਿੰਦੇ ਜੀ ਜਿਹੜੀਆਂ ਆਪਣੇ ਵਰਲਡ ਦੀਆਂ ਓਲਡੈਸਟ ਕ੍ਰੌਪਸ ਆ ਉਹਨਾਂ ਦੇ ਵਿੱਚੋਂ ਇੱਕ ਆ, ਯਾਨੀ ਕਿ ਬਾਕੀ ਵੀ ਹੈਗੇ ਆ ਤੇ ਉਹਨਾਂ ਵਿੱਚੋਂ ਇੱਕ ਬਨਾਨਾ ਵੀ ਹੈ ਜੀ। ਪਰ ਆਪਾਂ ਨੂੰ ਰੀਡਿੰਗ ਆਹ ਚੀਜ਼ ਤਾਂ ਦੱਸ ਹੀ ਨਹੀਂ ਪਾਉਂਦੀ ਕਿ ਜੀ ਬਨਾਨਾ ਸਭ ਤੋਂ ਪੁਰਾਣਾ ਵਾ, ਜਾਣੀ ਕਿ ਪਹਿਲੇ ਨੰਬਰ ਤੇ ਹੈ, ਇਹਦੇ ਤੋਂ ਪਹਿਲਾਂ ਕੋਈ ਹੈ ਹੀ ਨਹੀਂ ਸੀ, ਔਰ ਇਹ ਚੀਜ਼ ਆਪਾਂ ਨੂੰ ਨਹੀਂ ਦੱਸ ਪਾਉਂਦੀ, ਤਾਂ ਕਰਕੇ ਆਪਣਾ ਨੋਟ ਗਿਵਨ ਆਇਆ ਜੀ। ਇਦਾਂ ਦੀ ਚੀਜ਼ ਫਾਈਨਲ ਦੇ ਵਿੱਚ ਟਾਰਗੇਟ ਕੀਤੀ ਹੁੰਦੀ ਹੈ ਜੀ। ਹਾਂਜੀ, ਤਾਂ ਸੈਕਿੰਡ ਕੁਐਸਚਨ ਪੜ੍ਹਿਓ ਜੀ। ਮੈਂ ਚਾਹੁੰਦਾ ਤੁਸੀਂ ਇੱਕ ਸੈਕਿੰਡ ਕੁਐਸਚਨ ਪੜ੍ਹੋ, ਕੀ ਕਹਿੰਦਾ ਜੀ। ਹਾਂਜੀ ਰਮਨ, ਹਾਂਜੀ ਕਿਵੇਂ ਮੈਂ ਕੋਈ ਨਾ, ਜਾਨੀ ਕਿ ਮਾਈਕ ਤੇ ਓਕੇ ਹਾਂਜੀ ਤੁਸੀਂ ਕਰਨਾ ਭੁੱਲ ਜਾਓਗੇ, ਦੁਬਾਰਾ ਕਰੀ ਕਰ ਸਕਦੇ, ਠੀਕ ਹੈ ਨਾ, ਕਲਾਸ ਚੱਲਦੀ ਹੈ ਜੇ ਦੁਬਾਰਾ ਕੱਟ ਕੇ ਕਰੋ ਤੇ ਮਾਈਕ ਵਗੈਰਾ ਹੋਊਗਾ ਉਹਦੇ ਤੇ ਕਰੋ। ਤਾਂ ਦੂਸਰਾ ਕੁਐਸਚਨ ਸੀਗਾ ਜੀ, ਧਿਆਨ ਨਾਲ ਦੇਖਿਓ, ਦੂਸਰਾ ਵੀ ਫਾਈਨਲ ਲੈਵਲ ਦਾ ਕੁਐਸਚਨ ਆ ਜਮਾਂ ਜੀ। ਪਹਿਲਾ ਫਾਈਨਲ ਦੇ ਵਿੱਚ ਇਹ ਤੋਂ ਨੋਟ ਗਿਵਨ ਬਣਾ ਦਿੰਦੇ ਹੁੰਦੇ ਜੀ। ਹੁਣ ਦੂਸਰਾ ਦੇਖਿਓ ਜੀ, ਇਹ ਤਿੰਨ ਮੈਂ ਤਾਂ ਹੀ ਚੱਕਿਆ ਕਿਉਂਕਿ ਇਹ ਫਾਈਨਲ ਲੈਵਲ ਦੇ ਕੁਐਸਚਨ ਹੈ ਜੀ, ਟ੍ਰਿਕਸ ਇਹਨਾਂ ਦੇ ਵਿੱਚ ਵਧੀਆ ਲੈਵਲ ਦੀ। ਕਹਿੰਦੇ ਜਿਹੜਾ ਗ੍ਰੌਸ ਮਿਚਲ ਆ ਜੀ, ਧਿਆਨ ਨਾਲ ਦੇਖੋ, ਗ੍ਰੌਸ ਮਿਚਲ ਜਿਹੜੀ ਚੀਜ਼ ਆ ਕਹਿੰਦੇ ਇਜ਼ ਸਟਿਲ ਬੀਇੰਗ ਯੂਜ਼ਡ, ਉਹ ਕਹਿੰਦੇ ਜੀ ਹੁਣ ਵੀ ਯੂਜ਼ ਹੋ ਰਹੀ ਆ। ਧਿਆਨ ਨਾਲ ਦੇਖਿਓ ਜੀ, ਉਹ ਕਹਿੰਦੇ ਹੁਣ ਵੀ ਯੂਜ਼ ਹੋ ਰਹੀ ਆ, ਕਾਹਦੇ ਤੌਰ ਤੇ, ਹਾਂਜੀ ਕਮਰਸ਼ੀਅਲ ਪ੍ਰੋਡਕਟ ਦੇ ਤੌਰ ਤੇ। ਧਿਆਨ ਨਾਲ ਦੇਖਿਓ ਜੀ, ਜੋ ਗ੍ਰੌਸ ਮਿਚਲ ਆ ਜੀ, ਸਟਿਲ ਕਹਿੰਦੇ ਜੀ, ਆਹ ਵਾਲੇ ਵਰਡ ਤੇ ਧਿਆਨ ਰੱਖਣਾ ਜੀ, ਸਟਿਲ ਕਹਿੰਦੇ ਯੂਜ਼ ਹੋ ਰਹੀ ਆ ਕਿੱਥੇ ਜੀ, ਇੱਕ ਯਾਨੀ ਕਿ ਕਮਰਸ਼ੀਅਲ ਪ੍ਰੋਡਕਟ ਦੇ ਤੌਰ ਤੇ। ਚਲੋ ਜੀ ਜਾ ਕੇ ਦੇਖਦੇ ਆਪਾਂ, ਆਪਣਾ ਕੀਵਰਡ ਕੀ ਹੈ, ਕੀਵਰਡ ਹੈਗਾ ਗ੍ਰੌਸ ਮਿਚਲ। ਗ੍ਰੌਸ ਮਿਚਲ ਜੋ ਆਪਣਾ ਹੈ ਉਹ ਆਪਣਾ ਕੀਵਰਡ ਹੈ ਜੀ। ਆਪਾਂ ਨੂੰ ਸਟਾਰਟਿੰਗ ਤੋਂ ਬਣਾਉਣਾ ਵਾਲਾ ਲੱਭਿਆ ਤੇ ਇਸ ਤੋਂ ਬਾਅਦ ਚ ਆਪਾਂ ਗ੍ਰੌਸ ਮਿਚਲ ਜਿਹੜਾ ਆਪਣਾ ਕੀਵਰਡ ਆ ਉਹਦੇ ਉੱਪਰ ਆਪਾਂ ਸਿੱਧਾ ਮੂਵ ਹੋਣਾ ਜੀ। ਤੁਸੀਂ ਸੈਕੰਡ ਪੈਸੇਜ ਦੇ ਵਿੱਚ ਦੇਖੋਗੇ ਕਿਤੇ ਨਹੀਂ ਗ੍ਰੌਸ ਮਿਚਲ ਲਿਖਿਆ, ਆ ਸਾਇੰਟਿਸਟ ਵਗੈਰਾ ਦੇ ਨਾਮ ਦੀ ਗੱਲ ਹੋਈ ਜਾਂਦੀ ਜੀ ਇੱਥੇ, ਜਿੰਨੇ ਮੈਨੂੰ ਪ੍ਰੋਪਰ ਨਾਮ ਦਿਖ ਰਹੇ ਆ। ਆਪਣਾ ਜੋ ਕੀਵਰਡ ਹੈ ਜੀ ਉਹ ਹੈ ਗ੍ਰੌਸ ਮਿਚਲ, ਹਾਂਜੀ। ਤਾਂ ਸੈਕਿੰਡ ਦੇ ਵਿੱਚ ਵੀ ਨਹੀਂ ਜੀ, ਕਿਤੇ ਵੀ ਨਹੀਂ ਹੈਗਾ ਆਪਣਾ ਗ੍ਰੌਸ ਮਿਚਲ। ਨੈਕਸਟ ਪੇਜ ਤੇ ਮੂਵ ਹੁੰਨੇ ਆ ਜੀ, ਧਿਆਨ ਨਾਲ ਦੇਖਿਓ, ਗ੍ਰੌਸ ਮਿਚਲ। ਇੱਥੇ ਧਿਆਨ ਨਾਲ ਦੇਖਿਓ, ਆਹ ਵਾਲਾ ਤੁਹਾਡਾ ਪਿਆ ਜੀ ਗ੍ਰੌਸ ਮਿਚਲ, ਆਹ ਵਾਲਾ ਜੀ ਇੱਕ ਜਗ੍ਹਾ ਤੇ ਆਪਾਂ ਨੂੰ ਇੱਥੇ ਲੱਭ ਗਿਆ ਜੀ। ਉਦੋਂ ਉੱਪਰ ਆਪਾਂ ਨੂੰ ਕਿਤੇ ਵੀ ਗ੍ਰੌਸ ਮਿਚਲ ਨਹੀਂ ਲੱਭਿਆ ਜੀ, ਇਹਦੇ ਵਿੱਚ ਵੀ ਕਿਤੇ ਨਹੀਂ ਪਿਆ ਤੇ ਇਹਦੇ ਵਿੱਚ ਵੀ ਕਿਤੇ ਨਹੀਂ ਪਿਆ। ਇਹਦਾ ਮਤਲਬ ਹੋਵੇ ਨਾ ਤਾਂ ਹੋਵੇ ਇੱਥੇ ਆਪਣੀ ਇਹਦੀ ਲੋਕੇਸ਼ਨ ਹੋ ਸਕਦੀ ਹੈ ਗ੍ਰੌਸ ਮਿਚਲ ਦੀ। ਚਲੋ ਜੀ ਪੜ੍ਹਦੇ ਹਾਂ, ਕੁਐਸਚਨ ਕੀ ਸੀਗਾ। ਗ੍ਰੌਸ ਮਿਚਲ ਕਹਿੰਦੇ ਹੁਣ ਵੀ ਯੂਜ਼ ਹੁੰਦਾ ਜੀ, ਕਹਿੰਦੇ ਕਮਰਸ਼ੀਅਲ ਪ੍ਰੋਡਕਟ ਦੇ ਤੌਰ ਤੇ। ਇੱਥੇ ਹੁਣ ਇਹਨਾਂ ਨੇ ਕੀ ਕਿਹਾ ਜੀ, ਕਹਿੰਦੇ ਬਨਾਨਾ ਕਹਿੰਦੇ ਐਕਸੀਲੈਂਟ ਕੇਸ ਹੈ, ਕਹਿੰਦੇ ਪੁਆਇੰਟ ਦੇ ਵਿੱਚ ਅੰਟਿਲ ਕਹਿੰਦੇ ਜੀ 1950 ਤੱਕ ਉਹ ਕਹਿੰਦੇ ਕਿ ਵਨ ਵੈਰਾਈਟੀ, ਇੱਕ ਕਹਿੰਦੇ ਵੈਰਾਈਟੀ ਸੀਗੀ ਗ੍ਰੌਸ ਮਿਚਲ, ਡੋਮੀਨੇਟਡ ਦਾ ਵਰਲਡਸ ਕਮਰਸ਼ੀਅਲ ਬਨਾਨਾ ਬਿਜ਼ਨਸ। ਕਹਿੰਦੇ ਜੀ 1950 ਦੇ ਤੱਕ ਨਾ ਇੱਕ ਵੈਰਾਈਟੀ ਸੀਗੀ, ਕਹਿੰਦੇ ਉਹਦਾ ਨਾਮ ਸੀਗਾ ਗ੍ਰੌਸ ਮਿਚਲ, ਉਹਨੇ ਕਹਿੰਦੇ ਡੋਮੀਨੇਟ, ਡੋਮੀਨੇਟ ਦਾ ਮਤਲਬ ਹੁੰਦਾ ਪੂਰਾ ਯਾਨੀ ਕਿ ਕਬਜ਼ਾ ਕਰਨਾ, ਉਹਨੇ ਕਹਿੰਦੇ ਜਾਨੀ ਕਿ ਬਨਾਨਾ ਦੇ ਬਿਜ਼ਨਸ ਤੇ ਪੂਰਾ ਕਬਜ਼ਾ ਕਰ ਲਿਆ ਸੀਗਾ। ਹਾਂਜੀ ਕਦੋਂ ਤੱਕ, 1950 ਤੱਕ ਉਹਨੇ ਕਬਜ਼ਾ ਕਰ ਲਿਆ ਸੀ ਪੂਰਾ। ਅੱਗੇ ਜਾ ਹੁਣ ਦੇਖੋ ਆਪਣਾ ਜਿਹੜਾ ਆਨਸਰ ਹੈ ਜੀ ਉਹ ਇੱਥੋਂ ਤੱਕ ਆਪਾਂ ਜੇ ਕੁਝ ਡਿਸਾਈਡ ਨਹੀਂ ਕਰ ਪਾਉਂਦੇ ਕਿ ਅੱਜ ਵੀ ਉਹ ਯੂਜ਼ ਹੁੰਦਾ ਜਾਂ ਨਹੀਂ, ਆਪਾਂ ਨੂੰ ਇਹ ਗਾਂਹ ਮੜਾ ਪੜ੍ਹਨਾ ਪੈਣਾ। ਜਾਣੀ ਕਿ ਬੋਟਨਿਸਟ ਸੀਗਾ, ਉਹਨੇ ਕੋਈ ਨਾ ਕੋਈ ਚੀਜ਼ ਫਾਊਂਡ ਕੀਤੀ। ਗ੍ਰੌਸ ਮਿਚਲ ਜਿਹੜਾ ਕਹਿੰਦਾ ਹੈਗਾ ਜੀ ਵਾਜ਼ ਬਾਈ ਆਲ ਅਕਾਊਂਟਸ ਅ ਫਾਈਨ ਬਨਾਨਾ ਰਿਚਰ, ਇੱਥੇ ਕੋਈ ਹੋਰ ਗੱਲਾਂ ਕੀਤੀਆਂ, ਇੱਥੇ ਟੂਡੇ ਦੀ ਗੱਲ ਕੀਤੀ, ਇੱਥੋਂ ਧਿਆਨ ਨਾਲ ਪੜ੍ਹਨਾ ਪੈਣਾ ਜੀ। ਗ੍ਰੌਸ ਮਿਚਲ ਜਿਹੜਾ ਸੀਗਾ ਜੀ, ਹਾਂਜੀ ਕਹਿੰਦੇ ਅਕਾਊਂਟ ਸੇ ਬਣਾ ਓਕੇ ਫਾਈਨ ਬਨਾਨਾ ਰਿਚਰ ਤੇ ਸਵੀਟਰ ਆ ਜੀ, ਕਹਿੰਦੇ ਅੱਜ ਦੇ ਜਾਨੀ ਕਿ ਸਟੈਂਡਰਡ ਬਨਾਨਾ ਦੇ ਨਾਲੋਂ, ਵਿਦਾਊਟ ਦਾ ਲੇਟਰ ਬਿਟਰ, ਇੱਥੇ ਕੋਈ ਨਹੀਂ ਗੱਲ ਕੀਤੀ। ਬਟ ਇਟ ਵਾਜ਼ ਵਲਨਰੇਬਲ ਟੂ, ਬਟ ਕਹਿੰਦੇ ਜੀ ਇਹ ਕਮਜ਼ੋਰ ਸੀਗਾ, ਇਹ ਵਲਨਰੇਬਲ ਸੀਗਾ। ਹਾਂਜੀ ਕਾਹਦੇ ਵਲਨਰੇਬਲ ਸੀਗਾ, ਸੋਇਲ ਫੰਗਸ ਜਿਹੜੀ ਕਹਿੰਦੇ ਪ੍ਰੋਡਿਊਸ ਹੁੰਦੀ ਜਿਹਨੇ ਪ੍ਰੋਡਿਊਸ ਕੀਤੀ ਸੀ ਇੱਕ ਡਿਜ਼ੀਜ਼, ਇੱਥੇ ਕਿਤੇ ਨਹੀਂ ਹਲੇ ਤੱਕ ਗੱਲ ਕੀਤੀ ਜੀ। ਵਨਸ ਦਾ ਫੰਗਸ ਗੈਟਸ ਇਨਟੂ ਸੋਇਲ, ਜਦੋਂ ਇੱਕ ਵਾਰੀ ਫੰਗਸ ਕਹਿੰਦੇ ਆਉਂਦੀ ਆ ਉਹਦੇ ਵਿੱਚ ਤਾਂ ਕਾਫੀ ਸਾਲਾਂ ਤੱਕ ਉੱਥੇ ਪਈ ਰਹਿੰਦੀ ਆ। ਨਹੀਂ ਜੀ, ਗ੍ਰੌਸ ਮਿਚਲ ਵਾਲੇ ਚ ਹਾਲੇ ਤੱਕ ਆਪਾਂ ਨੂੰ ਨਹੀਂ, ਇੱਥੇ ਜਾ ਕੇ ਗ੍ਰੌਸ ਮਿਚਲ ਫੇਰ ਲਿਖਿਆ ਜੀ, ਧਿਆਨ ਨਾਲ ਦੇਖਿਓ। ਜਾਣ ਕੇ ਆਪਣੇ ਤੋਂ ਰੀਡਰ ਜ਼ਿਆਦਾ ਪੜ੍ਹਾ ਰਿਹਾ ਤਾਂ ਕਿ ਉਹਨੂੰ ਇਦਾਂ ਲੱਗੇ ਕਿ ਗ੍ਰੌਸ ਮਿਚਲ ਵਾਲੀ ਲਾਈਨ ਅੱਗੇ ਵੀ ਇੱਕ ਵਾਰੀ ਕਨਫਰਮ ਕਰ ਲੈਣੇ, ਇੱਥੇ ਵੀ ਗ੍ਰੌਸ ਮਿਚਲ ਪਿਆ। ਇਹਦਾ ਮੀਨਿੰਗ ਕੀ ਨਿਕਲਿਆ, ਇਹਦਾ ਮਤਲਬ ਵੀ ਤੁਹਾਨੂੰ ਆ ਦੋ ਲਾਈਨਾਂ ਤਾਂ ਪੜ੍ਹਨੀਆਂ ਪੈਣੀਆਂ ਵਾ। ਡਾਇਰੈਕਟ ਲਾਈਨਾਂ ਪੜ੍ਹਦੇ ਆ ਜੀ ਆਪਾਂ, ਹੁਣ ਕੋਈ ਹੋਰ ਲਾਈਨ ਨਹੀਂ ਪੜ੍ਹਦੇ, ਡਾਇਰੈਕਟ ਲਾਈਨਾਂ ਪੜਾਂਗੇ ਸਿੱਧੀਆਂ। ਆ ਕਿੱਥੋਂ ਸਟਾਰਟ ਹੋਈ ਆ, ਇੱਥੋਂ ਸਟਾਰਟ ਕਰਦੇ ਆ। ਕੀ ਕਹਿੰਦੇ ਇੱਥੋਂ ਸਟਾਰਟ ਹੋਈ ਆ,
ਕਹਿੰਦੇ ਜਿਹੜੀ ਪਲਾਂਟੇਸ਼ਨ ਸੀਗੀ, ਜਿਹੜੇ ਪਲਾਂਟੇਸ਼ਨ ਓਨਰਸ ਸੀਗੇ, ਕਹਿੰਦੇ ਪਲੇਡ ਰਨਿੰਗ ਗੇਮ, ਉਹਨਾਂ ਨੇ ਇੱਕ ਗੇਮ ਖੇਡੀ। ਕੀ ਕੀਤਾ ਉਹਨੇ? ਅਬੈਂਡਨਿੰਗ ਕਰਤਾ ਜੀ ਉਹਨਾਂ ਨੇ ਇਨਫੈਸਟਡ ਫੀਲਡ, ਜਿਹੜੀਆਂ ਖੇਤ ਸੀਗੇ ਉਹਨਾਂ ਨੂੰ ਕਹਿੰਦੇ ਉਹਨਾਂ ਨੇ ਛੱਡਤਾ ਜੀ। ਓਕੇ, ਮੂਵਿੰਗ ਟੂ ਕਲੀਨ ਲੈਂਡ ਉਹਨਾਂ ਨੇ ਕਲੀਨ ਕਰਤੀ ਸਾਰੀ ਅੰਟਿਲ ਦੇ ਰੈਨ ਆਊਟ ਆਫ ਲੈਂਡ ਕਲੀਨ। ਤੇ ਬਾਅਦ ਚੋਂ 1950 ਐਂਡ ਹੈਡ ਟੂ ਅਬੈਂਡਨ ਦਾ ਗ੍ਰੌਸ ਮਿਚਲ, ਤੇ 1950 ਦੇ ਵਿੱਚ ਉਹਨਾਂ ਨੂੰ ਗ੍ਰੌਸ ਮਿਚਲ ਨੂੰ ਬਾਅਦ ਚੋਂ ਉਹ ਚੀਜ਼ ਛੱਡਣੀ ਪਈ ਜੀ ਉਹਨਾਂ ਨੂੰ। ਤਾਂ ਹੁਣ ਦੱਸੋ ਜੀ ਮੈਨੂੰ ਕੀ ਆਊਗਾ ਅੰਦਰ? ਤੁਹਾਡੇ ਸਾਹਮਣੇ ਇੱਕ ਲਾਈਨ ਆ ਜਿਹਦੇ ਵਿੱਚ ਆਪਣਾ ਦਾ ਆਨਸਰ ਆ ਉਹ ਦਿਖ ਰਿਹਾ ਵਾ, ਆਹ ਵਾਲੀ ਲਾਈਨ ਹੈ ਜੀ ਆਪਣੀ। ਧਿਆਨ ਨਾਲ ਪੜ੍ਹਿਓ ਜੀ ਕੀ ਕਹਿੰਦੀ। ਇੱਕ ਵਾਰੀ ਫੇਰ ਤੁਸੀਂ ਪੜ੍ਹੋ, ਫਿਰ ਮੈਂ ਤੁਹਾਡੇ ਤੋਂ ਪੁੱਛਦਾ ਵੀ ਇਹਦਾ ਕੀ ਆਊਗਾ ਜੀ। ਆਹ ਸਟਿਲ ਵਰਡ ਲਿਖਿਆ ਇੱਥੇ ਵੀ ਪੜ੍ਹ ਲਿਓ ਜੀ ਇਹਨੂੰ। ਕਹਿੰਦੇ ਜੀ ਉਹਨਾਂ ਨੇ ਅਬੈਂਡਨਿੰਗ ਇਨਫੈਸਟਡ ਫੀਲਡਸ, ਜਿਹੜੀਆਂ ਫੀਲਡ ਸੀਗੀਆਂ ਉਹਨਾਂ ਨੂੰ ਅਬੈਂਡਨ ਕਰਤਾ। ਐਂਡ ਮੂਵਿੰਗ ਟੂ, ਹਾਂਜੀ, ਕਲੀਨ ਲੈਂਡ ਕਲੀਨ ਕਰਤੀ ਜੀ ਉਹਨਾਂ ਨੇ। ਤੇ 1950 ਤੱਕ ਉਹ ਕਹਿੰਦੇ ਰੈਨ ਆਊਟ ਆਫ ਕਲੀਨ ਲੈਂਡ, ਤੇ ਬਾਅਦ ਚ ਉਹਨਾਂ ਨੂੰ ਹੈਡ ਟੂ ਅਬੈਂਡਨ ਦਾ ਗ੍ਰੌਸ ਮਿਚਲ। 1950 ਤੱਕ ਬਾਅਦ ਚੋਂ ਉਹਨਾਂ ਨੇ ਕੀ ਕਰਤਾ ਸੀ ਜੀ, ਇਹਨੂੰ ਗ੍ਰੌਸ ਮਿਚਲ ਨੂੰ ਛੱਡਤਾ ਸੀਗਾ ਜੀ। ਤੇ ਇਹਦਾ ਜਿਹੜਾ ਸਕਸੈਸਰ ਇਹਦਾ ਕੌਣ ਬਣ ਗਿਆ ਫਿਰ? ਆਹ ਵਾਲੀ, ਆਹ ਕੋਈ ਨਵੀਂ ਚੀਜ਼ ਆ ਗਈ ਸੀਗੀ ਜਿਹਨੇ ਰੀਗੇਨਿੰਗ, ਯਾਨੀ ਕਿ ਕਮਰਸ਼ੀਅਲ ਕਿੰਗ ਬਣ ਗਈ ਸੀ। ਪਹਿਲਾਂ ਕੱਲਾ ਬਣਾਉਣਾ ਸੀਗਾ, ਫਿਰ ਗ੍ਰੌਸ ਮਿਚਲ ਆਇਆ, ਹੁਣ ਗ੍ਰੌਸ ਮਿਚਲ ਨੂੰ ਕਹਿ ਰਿਹਾ ਕਿ ਹੁਣ ਆਏ। ਤਾਂ ਤੁਸੀਂ ਮੈਨੂੰ ਦੱਸੋ ਜੀ ਕੀ ਇਹ ਸਟਿਲ ਯੂਜ਼ ਹੁੰਦੀ ਹੈ ਜੀ? ਫਿਰ ਮੈਂ ਤੁਹਾਨੂੰ ਇਹਦੀ ਸਟ੍ਰੈਟਜੀ ਦੱਸਦਾ ਜੀ। False. 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 ਫਾਲਸ ਹੈ ਜੀ? False. ਫਾਲਸ ਹੈ ਜੀ, ਹਾਂਜੀ। ਤਾਂ ਧਿਆਨ ਨਾਲ ਦੇਖਿਓ ਜੀ ਇਹ ਕੀ ਆ, ਫਾਲਸ ਹੈ ਜੀ, ਹਾਂਜੀ। ਹੁਣ ਇੱਥੇ ਇੱਕ ਸਟ੍ਰੈਟਜੀ ਨੋਟ ਕਰਿਓ ਜੀ, ਇੱਥੇ ਇੱਕ ਸਟ੍ਰੈਟਜੀ ਨੋਟ ਕਰਿਓ। ਕਈ ਵਾਰੀ ਬੱਚਾ ਕੀ ਕਹਿੰਦਾ ਹੁੰਦਾ ਕਿ ਸਰ ਪ੍ਰੈਜ਼ੈਂਟ ਦੀ ਉੱਥੇ ਕੋਈ ਗੱਲ ਨਹੀਂ ਕੀਤੀ ਸੀਗੀ ਬਈ ਉਹ ਸਟਿਲ ਯੂਜ਼ ਹੁੰਦੀ ਸੀਗੀ। ਤਾਂ ਧਿਆਨ ਨਾਲ ਦੇਖਿਓ, ਰੀਡਿੰਗ ਦੇ ਵਿੱਚ ਕਈ ਵਾਰੀ ਕਿਸੇ ਚੀਜ਼ ਦੇ ਪਾਸਟ ਨੂੰ ਲੈ ਕੇ ਗੱਲਾਂ ਕੀਤੀਆਂ ਹੁੰਦੀਆਂ ਜੀ। ਉਹਨਾਂ ਨੇ ਦੱਸਿਆ ਹੁੰਦਾ ਕਿ ਜਿਵੇਂ 1950 ਤੱਕ ਜੀ ਆਹ ਚੀਜ਼ ਜਿਹੜੀ ਸੀਗੀ ਇਹ ਪੋਪੂਲਰ ਸੀਗੀ ਪੂਰੀ। ਉਹਨਾਂ ਨੇ ਗੱਲਾਂ ਕੀਤੀਆਂ ਹੁੰਦੀਆਂ ਕਿ ਆਹ ਜਿਹੜੀ ਚੀਜ਼ 1940 ਦੇ ਵਿੱਚ ਇਹਦੀ ਡਿਸਕਵਰੀ ਹੋਈ, 1950 ਦੇ ਤੱਕ ਇਹ ਜਿਹੜੀ ਚੀਜ਼ ਸੀ ਬਹੁਤ ਕਮਰਸ਼ੀਅਲ ਹੋ ਗਈ, ਯਾਨੀ ਕਿ ਮਾਰਕੀਟ ਲੋਕੀ ਉਹਨੂੰ ਬਾਏ ਕਰਦੇ ਸੀਗੇ ਇਹਨੂੰ, ਤੇ ਬਹੁਤ ਜ਼ਿਆਦਾ ਇਹਦੀ ਮਾਰਕੀਟਿੰਗ ਹੋਣ ਲੱਗੀ। ਤੇ ਬਾਅਦ ਚੋਂ ਉਹ ਬਸ ਹੋਰ ਗੱਲਾਂ ਲਿਖ ਲੈਣ, ਹੋਰ ਗੱਲਾਂ ਚੱਲ ਪਈਆਂ ਜੀ। ਤੁਹਾਡਾ ਕੁਐਸਚਨ ਕਹਿ ਰਹੇ ਹੋ ਅੱਜ ਵੀ ਯੂਜ਼ ਹੋ ਰਹੀ ਆ, ਤਾਂ ਇਹ ਨੋਟ ਗਿਵਨ ਆ ਜੀ, ਕਿਉਂਕਿ ਆਪਣੇ ਕੋਲੇ ਜਿਹੜੀ ਜਾਣਕਾਰੀ ਆ ਉਹ ਪਾਸਟ ਦੀ ਸੀਗੀ। ਆਪਾਂ ਜਿਹੜੀਆਂ 2-4 ਲਾਈਨਾਂ ਪੜ੍ਹੀਆਂ ਉਹਨਾਂ ਵਿੱਚ ਕੀ ਲਿਖਿਆ ਸੀਗਾ, 1940 ਤੱਕ ਜੀ ਇਹ ਚੀਜ਼ ਦੀ ਡਿਸਕਵਰੀ ਹੋ ਗਈ ਸੀ, 1950 ਤੱਕ ਇਹਨੇ ਮਾਰਕੀਟ ਨੂੰ ਕੈਪਚਰ ਕਰ ਲਿਆ ਸੀਗਾ ਤੇ ਬਹੁਤ ਜ਼ਿਆਦਾ ਫੇਮਸ ਸੀ। ਬਸ ਇੱਥੇ ਉਹਨਾਂ ਨੇ ਗੱਲਾਂ ਖਤਮ ਕਰਤੀ। ਤੇ ਆਪਣਾ ਕੁਐਸਚਨ ਕਹਿ ਰਿਹਾ ਕਿ ਜੀ ਅੱਜ ਵੀ ਉਹ ਬਹੁਤ ਫੇਮਸ ਆ, ਅੱਜ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਜੀ। ਬਟ ਇੱਕ ਹੁਣ ਰੀਡਿੰਗ ਹੋਰ ਸਟ੍ਰੈਟਜੀ ਪਾ ਦਿੰਦੀ ਹੈ ਜੀ। ਉਹ ਕੀ ਕਰਦੀ ਹੈ ਜੀ, ਧਿਆਨ ਨਾਲ ਦੇਖਿਓ। ਉਹਨਾਂ ਨੇ ਤੁਹਾਨੂੰ ਕਹਿਣਾ ਕਿ 1940 ਚ ਜੀ ਆਹ ਵਾਲੀ ਚੀਜ਼ ਦੀ ਡਿਸਕਵਰੀ ਹੋਈ ਸੀਗੀ, 1950 ਤੱਕ ਇਹ ਜਿਹੜੀ ਚੀਜ਼ ਸੀਗੀ ਜੀ ਉਹ ਬਹੁਤ ਜ਼ਿਆਦਾ ਫੇਮਸ ਹੋ ਗਈ, ਮਾਰਕੀਟ ਉਹਨੇ ਕੈਪਚਰ ਕਰ ਲਈ। ਤੇ ਗਾਂਹ ਜਾ ਕੇ ਕਹਿਣਗੇ 1960 ਤੱਕ ਇਹ ਚੀਜ਼ ਦਾ ਬਾਈਕਾਟ ਹੋ ਗਿਆ, ਜਾਂ ਇਹਨੂੰ ਲੈਣੋਂ ਹਟ ਗਏ, ਜਾਂ ਇਹ ਜਾਣੀ ਕਿ ਜਿਹੜਾ ਆਪਾਂ ਨੂੰ ਅੱਜ ਉਹਨਾਂ ਨੇ ਵਰਡ ਪਾਇਆ ਅਬੈਂਡਨ, ਜਦੋਂ ਆਹ ਵਾਲਾ ਵਰਡ ਪਤਾ, ਇਹਦਾ ਮਤਲਬ ਰੀਡਿੰਗ ਉਹਨੂੰ ਦੇ ਸਮੇਂ ਤੇ ਸਟਾਪ ਲਾ ਰਹੀ ਹੈ ਜੀ। ਪਾਸਟ ਦੇ ਵਿੱਚ ਸ਼ੁਰੂ ਹੋ ਕੇ ਤੇ ਉਹਦਾ ਖਤਮ ਵੀ ਪਾਸਟ ਵਿੱਚ ਹੀ ਹੋ ਗਿਆ। ਇਹਦਾ ਮਤਲਬ ਕੀ ਨਿਕਲਿਆ ਜੀ? ਹੁਣ ਜੇ ਆਪਾਂ ਨੂੰ ਕੁਐਸਚਨ ਪਊਗਾ ਕਿ ਉਹ ਸਟਿਲ ਪਪੂਲਰ ਆ ਤਾਂ ਉਹ ਨਹੀਂ ਪਪੂਲਰ ਜੀ। ਕਿਉਂ? ਕਿਉਂਕਿ ਰੀਡਿੰਗ ਉਹਦੇ ਖਤਮ ਹੋਣ ਦਾ ਸਮਾਂ ਵੀ ਆਪਾਂ ਨੂੰ ਦੱਸੀ ਜਾਂਦੀ ਹੈ ਜੀ। ਯੈਸ ਔਰ ਨੋ ਜੀ? ਸਾਰਿਆਂ ਨੂੰ ਪਤਾ ਲੱਗ ਗਿਆ ਮੈਂ ਕੀ ਕਿਹਾ ਜੀ? ਇਹ ਕੁਐਸਚਨ ਦੋ ਤਰੀਕੇ ਨਾਲ ਫਲੋ ਹੋ ਸਕਦਾ ਹੁੰਦਾ। ਕਲੀਅਰ ਹੈ ਜੀ ਸਾਰਿਆਂ ਨੂੰ? ਸਰ ਆਪਾਂ ਨੂੰ ਖਤਮ ਹੋਣ ਦਾ ਟਾਈਮ ਅਬੈਂਡਨ ਤੋਂ ਪਤਾ ਲੱਗ ਗਿਆ? ਬਿਲਕੁਲ ਜੀ, ਉਹਦਾ ਮਤਲਬ ਛੱਡ ਦੇਣਾ, ਕਿਸੇ ਚੀਜ਼ ਨੂੰ ਤਿਆਗ ਕਰ ਦੇਣਾ। ਲੱਗ ਗਿਆ ਪਤਾ ਜੀ? ਹਾਂਜੀ ਸਰ। ਅਬੈਂਡਨ ਦਾ ਮੀਨ ਕਿਸੇ ਚੀਜ਼ ਨੂੰ ਛੱਡ ਦੇਣਾ। ਦੇਖੋ ਜੇ ਆਪਾਂ ਨੂੰ ਉੱਥੇ ਉਹ ਚੀਜ਼ ਲੱਭ ਗਈ ਬਈ, ਉਹਦਾ ਖਾਤਮਾ ਕਰਤਾ ਉਹਨਾਂ ਨੇ, ਉਹਦੀ ਜਗ੍ਹਾ ਕਿਸੇ ਹੋਰ ਚੀਜ਼ ਨੇ ਲੈ ਲਈ, ਤਾਂ ਕਰਕੇ ਆਪਾਂ ਨੂੰ ਫਾਲਸ ਲਾਇਆ। ਜੇ ਬਾਏ ਚਾਂਸ ਉਹਨਾਂ ਨੇ ਵੈਸੇ ਉਹ ਗੱਲਾਂ ਕੀਤੀਆਂ ਹੁੰਦੀਆਂ ਕਿ ਜੀ ਇਹਨੇ ਮਾਰਕੀਟ ਕੈਪਚਰ ਕਰ ਲਈ ਸੀ, ਬਾਅਦ ਚੋਂ ਹੋਰ ਗੱਲਾਂ ਸਟਾਰਟ ਕਰ ਦਿੰਦੇ, ਫਿਰ ਆਪਾਂ ਨੂੰ ਜਮਾਂ ਨਹੀਂ ਪਤਾ ਹੋਣਾ ਸੀ ਵੀ ਇਹ ਪ੍ਰੈਜ਼ੈਂਟ ਦੇ ਵਿੱਚ ਯੂਜ਼ ਹੁੰਦੀ ਹੈ ਜਾਂ ਨਹੀਂ। ਕਲੀਅਰ ਹੈ ਜੀ ਸਾਰਿਆਂ ਨੂੰ? ਮੈਨੂੰ ਯੈਸ ਔਰ ਨੋ ਦੱਸ ਦਿਓ। ਇਹ ਚੀਜ਼ ਫਾਈਨਲ ਚ ਆਉਂਦੀ ਹੁੰਦੀ ਕਈ ਵਾਰ। ਠੀਕ ਹੈ ਨਾ ਜੀ? Yes. ਓਕੇ ਯੈਸ ਸਰ। ਅੱਗੇ ਚੱਲਦੇ ਜੀ। ਹੁਣ ਧਿਆਨ ਰੱਖਿਓ, ਏਦਾਂ ਦੀਆਂ ਜਿਹੜੀਆਂ ਚੀਜ਼ਾਂ ਬਸ ਉਹਨਾਂ ਨੂੰ ਆਪਣੇ ਮਾਈਂਡ 'ਚ ਰੱਖੋ ਜੀ। ਫਿਰ ਨੋ ਮੈਟਰ ਕਿ ਟਰੂ ਫਾਲਸ ਜਿੱਦਾਂ ਦਾ ਮਰਜ਼ੀ ਹੋਵੇ, ਕਿਉਂਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੇ ਆਪਾਂ ਉਹ ਕਰਦੇ ਆ ਨਾ, ਆਪਾਂ ਨੂੰ ਜਾਣੀ ਕਿ ਭੁਲੇਖਾ ਪੈਂਦਾ, ਉਹ ਸੇਮ ਚੀਜ਼ਾਂ ਏਦਾਂ ਦੀਆਂ ਹੁੰਦੀਆਂ। ਅੱਗੇ ਚੱਲਦੇ ਹਾਂ, ਧਿਆਨ ਨਾਲ ਦੇਖਿਓ।
ਤਾਂ ਉਹਨਾਂ ਨੇ ਕਿਹਾ ਜਿਹੜਾ ਕਹਿੰਦੇ ਨੇ ਕਿ ਬਨਾਨਾ ਵਾ ਜੀ ਉਹ ਕਹਿੰਦੇ ਮੇਨ ਫੂਡ ਆ ਸਮ ਕੰਟਰੀਜ਼ ਦੇ ਵਿੱਚ। ਚਲੋ ਜਾ ਕੇ ਦੇਖਦੇ ਹਾਂ ਜੀ ਉੱਧਰ ਕਿ ਸਮ ਕੰਟਰੀਜ਼ ਦੇ ਵਿੱਚ ਜਿਹੜਾ ਬਨਾਨਾ ਵਾ ਜੀ ਉਹ ਮੇਨ ਫੂਡ ਆ ਜੀ। ਹੁਣ ਜਿਹੜਾ ਆਪਾਂ ਨੂੰ ਉਹ ਲੱਭਿਆ ਸੀਗਾ ਜੀ ਉਹ ਆਪਾਂ ਨੂੰ ਸੈਕਿੰਡ ਪੇਜ ਤੇ ਲੱਭਿਆ ਸੀਗਾ, ਜਿਹੜਾ ਆਪਣਾ ਹੁਣੀ ਇੱਕ ਕੁਐਸਚਨ ਸੀਗਾ ਆਪਣਾ ਆਹ ਵਾਲਾ ਇੱਥੋਂ ਤੱਕ ਲੱਭਿਆ ਸੀ। ਹੁਣ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਗਾਂ ਹੀ ਹੋਊਗਾ ਜੀ, ਆਪਣਾ ਸੀਕੁਐਂਸ ਦੇ ਵਿੱਚ ਫਲੋ ਕਰਦੇ ਹੁੰਦੇ। ਹੁਣ ਤੱਕ ਦੇਖੀਏ ਤਾਂ ਨਿਊ ਚੀਜ਼ ਦੀਆਂ ਗੱਲਾਂ ਹੀ ਮਾਰੀ ਜਾਂਦੇ ਆ, ਜਿਹੜੀ ਬਾਅਦ ਚੋਂ ਉਹਨੇ ਰਿਪਲੇਸ ਕੀਤਾ ਸੀ ਇਹਨੂੰ ਜੀ। ਇਟ ਰਿਪਲੇਸਡ, ਇਹਨੇ ਰਿਪਲੇਸ ਕਰਤਾ ਸੀ ਕਹਿੰਦੇ ਜੀ ਇਹਨੂੰ। ਹਾਂਜੀ ਜੀ ਅੱਗੇ ਜਾ ਕੇ ਦੇਖਦੇ ਹੁਣ ਆਪਾਂ ਕਿ ਕੋਈ ਨਾ ਕੋਈ ਗੱਲ ਹੋਈ ਹੋਵੇ ਜੀ ਆਪਣੀ, ਕਿ ਕਹਿੰਦੇ ਜੀ ਸਮ ਕੰਟਰੀਆਂ ਵਿੱਚ ਜਿਹੜਾ ਬਨਾਨਾ ਵਾ ਉਹ ਕੀ ਹੈ ਜੀ ਮੇਨ ਫੂਡ ਆ। ਹੁਣ ਦੇਖੋ ਸਮ ਕੰਟਰੀਜ਼, ਮੈਂ ਤੁਹਾਨੂੰ ਇੱਥੇ ਹਮੇਸ਼ਾ ਕਹਿੰਦਾ ਹੁੰਦਾ ਕਿ ਰੀਡਿੰਗ ਦੇ ਵਿੱਚ ਯਾਨੀ ਕਿ ਜਨਰਲ ਤੇ ਸਪੈਸੀਫਿਕ ਆਹ ਵਾਲੀ ਸਟ੍ਰੈਟਜੀ ਦਾ ਯੂਜ਼ ਹੁੰਦਾ, ਜਨਰਲ ਤੇ ਸਪੈਸੀਫਿਕ। ਯਾਨੀ ਕਿ ਉਹ ਤੁਹਾਡੀ ਜਿਹੜਾ ਕੁਐਸਚਨ ਆ, ਕੁਐਸਚਨ ਦੇ ਵਿੱਚ ਜੀ ਕੰਟਰੀਜ਼ ਲਿਖ ਦੇਣਗੇ ਜੀ, ਤੇ ਪੈਸੇਜ ਦੇ ਵਿੱਚ ਆ ਕੇ ਉਹਨਾਂ ਨੇ ਕੰਟਰੀਜ਼ ਨਹੀਂ ਲਿਖਣੀਆਂ, ਯਾਨੀ ਕਿ ਕੰਟਰੀਜ਼ ਵਰਡ ਨਹੀਂ ਲਿਖਣਾ, ਬਲਕਿ ਇੱਥੇ ਕੰਟਰੀਆਂ ਸਿੱਧੀਆਂ ਹੀ ਲਿਖ ਦੇਣੀਆਂ, ਜਿਵੇਂ ਕੈਨੇਡਾ ਐਂਡ ਆਸਟ੍ਰੇਲੀਆ। ਹੁਣ ਜੇ ਸੋਚਿਆ ਜਾਵੇ ਤੇ ਕੈਨੇਡਾ ਤੇ ਆਸਟ੍ਰੇਲੀਆ ਕੀ ਹੈ ਜੀ, ਇਹ ਕੰਟਰੀਜ਼ ਹੈ ਜੀ। ਤੁਹਾਨੂੰ ਉਹਨਾਂ ਨੇ ਕੁਐਸਚਨ ਦੇ ਵਿੱਚ ਲਿਖ ਦੇਣਾ ਸਪੋਰਟਸ, ਤੇ ਰੀਡਿੰਗ ਵਿੱਚ ਆ ਕੇ ਸਪੋਰਟਸ ਨੂੰ ਪ੍ਰੋਪਰ ਨਾਉਨ ਲਿਖ ਦੇਣਗੇ, ਹਾਕੀ ਐਂਡ ਕ੍ਰਿਕਟ ਲਿਖ ਦੇਣਗੇ ਜੀ। ਹੁਣ ਤੁਸੀਂ ਕੰਟਰੀਜ਼ ਵਰਡ ਨਹੀਂ ਲੱਭਣਾ ਇੱਕ ਹਿਸਾਬ ਦਾ। ਚਲੋ ਜੇ ਕੰਟਰੀਜ਼ ਲੱਭਦਾ ਤਾਂ ਵੈਲ ਐਂਡ ਗੁੱਡ ਆ, ਤੇ ਨਹੀਂ ਤਾਂ ਜਿੱਥੇ ਤੁਹਾਨੂੰ ਕੋਈ ਕੰਟਰੀ ਲਿਖੀ ਵੀ ਦਿੰਦੀ ਆ ਉੱਥੇ ਵੀ ਤੁਸੀਂ ਸਟਾਪ ਹੋਣਾ ਵਾ। ਤੇ ਤੁਹਾਡੇ ਸਾਹਮਣੇ ਦੇਖੋ ਆ 2 ਕੰਟਰੀਆਂ ਪਾਈਆਂ ਜੀ, ਤੇ ਹੁਣ ਇਹਨਾਂ ਦੋਨਾਂ ਨੂੰ ਮਿਲਾ ਕੇ ਮੈਂ ਕੀ ਕਹੂੰਗਾ, ਨੈਚੁਰਲ ਜੀ ਗੱਲ ਆ ਮੈਂ ਕੰਟਰੀਜ਼ ਹੀ ਕਹੂੰਗਾ ਜੀ ਇਹਨਾਂ। ਇਹਦਾ ਮਤਲਬ ਇਹ ਤਾਂ ਪੈਰਾਫਰੇਜ਼ਿੰਗ ਹੈ ਨਾ ਉਹਦੀ ਕੰਟਰੀਜ਼ ਦੀ। ਹੁਣ ਧਿਆਨ ਨਾਲ ਦੇਖਿਓ ਜੀ, ਉਹਨਾਂ ਨੇ ਆਪਾਂ ਨੂੰ ਕਿਹਾ ਸੀ ਜੀ ਕੁਝ ਕੰਟਰੀਜ਼ ਦੇ ਵਿੱਚ ਜਿਹੜਾ ਬਨਾਨਾ ਵਾ ਉਹ ਮੇਨ ਫੂਡ ਆ ਜੀ। ਇਹਨਾਂ ਨੇ ਆਪਾਂ ਨੂੰ ਕੀ ਕਿਹਾ, ਕਹਿੰਦੇ ਹਾਫ ਏ ਯਾਨੀ ਕਿ ਬਿਲੀਅਨ ਪੀਪਲ ਜਿਹੜੇ ਹੈਗੇ, ਹਾਫ ਏ ਬਿਲੀਅਨ ਕਿਹਦੇ ਵਿੱਚ, ਏਸ਼ੀਆ ਦੇ ਵਿੱਚ ਤੇ ਅਫਰੀਕਾ ਦੇ ਵਿੱਚ, ਉਹ ਬਨਾਨਾ ਤੇ ਡਿਪੈਂਡ ਕਰਦੇ ਆ ਜੀ। ਬਨਾਨਾ ਉਹਨਾਂ ਨੂੰ ਪ੍ਰੋਵਾਈਡ ਕਰਦਾ ਯਾਨੀ ਕਿ ਲਾਰਜੈਸਟ ਸੋਰਸ ਆਫ ਕੈਲਰੀ, ਯਾਨੀ ਕਿ ਡੇ ਦੇ ਦੌਰਾਨ ਜਿਹੜੀਆਂ ਉਹ ਕੈਲਰੀਜ਼ ਖਾਂਦੇ ਆ, ਉਹਨਾਂ ਦੀ ਬੋਡੀ ਦੇ ਵਿੱਚ ਸਭ ਤੋਂ ਜ਼ਿਆਦਾ ਕੈਲਰੀਜ਼ ਕਿਹਦੇ ਰਾਹੀਂ ਜਾਂਦੀਆਂ ਵਾ, ਬਨਾਨਾ ਦੇ ਰਾਹੀਂ ਜਾਂਦੀਆਂ। ਤੇ ਇਹ ਉੱਥੇ ਡੇਲੀ ਖਾਧਾ ਜਾਣ ਵਾਲਾ ਫਰੂਟ ਹੈ ਜੀ ਇੱਕ ਹਿਸਾਬ ਦਾ। ਤਾਂ ਹੁਣ ਮੈਨੂੰ ਇਹ ਦੱਸੋ ਜੀ, ਕੁਐਸਚਨ ਤੁਹਾਡਾ ਇਹ ਕਹਿੰਦਾ ਸੀਗਾ ਜੀ ਕਿ ਸਮ ਕੰਟਰੀਜ਼ ਦੇ ਵਿੱਚ ਬਨਾਨਾ ਜਿਹੜਾ ਹੈਗਾ ਵਾ ਉਹ ਮੇਨ ਫੂਡ ਆ। ਤੁਹਾਡੀ ਰੀਡਿੰਗ ਕਹਿੰਦੀ ਜੇ ਏਸ਼ੀਆ ਤੇ ਅਫਰੀਕਾ, ਇਹ ਜਿਹੜੀਆਂ 2 ਕੰਟਰੀਆਂ ਇਹਨਾਂ ਦੇ ਲੋਕੀ ਬਨਾਨੇ ਤੇ ਡਿਪੈਂਡ ਕਰਦੇ ਆ ਜੀ, ਤੇ ਇਹ ਉਹਨੂੰ ਡੇਲੀ ਜਾਨੀ ਕਿ ਡੇ ਦੇ ਵਿੱਚ ਕੰਜ਼ਿਊਮ ਕਰਦੇ ਆ। ਤਾਂ ਕੀ ਲਾਵਾਂ ਜੀ ਇਹ? ਹਾਂਜੀ ਜੀ ਟਰੂ ਸਰ, ਟਰੂ ਹੈ ਜੀ। ਅੱਛਾ ਮੈਨੂੰ ਦੱਸੋ ਵੀ 2 ਕੰਟਰੀਆਂ ਵੀ ਤਾਂ ਸਮ ਕੰਟਰੀਆਂ ਹੀ ਆ। ਹਾਂਜੀ ਸਰ, ਜਿਹੜੀਆਂ ਤੁਹਾਡੀਆਂ 2 ਕੰਟਰੀਜ਼ ਆ, ਤਾਂ 2 ਕੰਟਰੀਜ਼ ਵੀ ਤਾਂ ਇੱਕ ਹਿਸਾਬ ਦੀਆਂ ਸਮ ਕੰਟਰੀਜ਼ ਹੀ ਹੈ ਜੀ, ਸਮਝ ਗਏ ਨਾ ਜੀ। ਤਾਂ ਇਹ ਹੁਣ ਕੰਟਰੀਜ਼ ਨੂੰ ਕੀ ਲਿਖਤਾ, ਕੰਟਰੀਆਂ ਨੂੰ ਉਹਨਾਂ ਨੇ ਸਿੱਧਾ ਖੋਲ ਕੇ ਲਿਖਿਆ ਜੀ ਉਧਰ, ਨਾ ਕਿ ਕੰਟਰੀਜ਼ ਵਰਡ ਲਿਖਿਆ। ਹੁਣ ਤੁਸੀਂ ਕਹੋਗੇ ਸਰ ਮੇਨ ਫੂਡ, ਉਹਨਾਂ ਨੇ ਤੁਹਾਨੂੰ ਕਹਿਤਾ ਕਿ ਜਿਹੜੀਆਂ ਬੋਡੀ ਵਿੱਚ ਕੈਲਰੀਜ਼ ਜਾਂਦੀਆਂ ਵਾ, ਲਾਰਜੈਸਟ ਕੈਲਰੀਜ਼ ਕਿਹਦੇ ਰਾਹੀਂ ਜਾਂਦੀਆਂ ਵਾ, ਬਨਾਨਾ ਦੇ ਰਾਹੀਂ। ਇਹਦਾ ਮਤਲਬ ਬੋਡੀ ਦੇ ਵਿੱਚ ਜਾਣ ਵਾਲਾ ਸਭ ਤੋਂ ਜ਼ਿਆਦਾ ਫੂਡ ਕਿਹੜਾ ਹੋ ਗਿਆ, ਉਹ ਹੋ ਗਿਆ ਜੀ ਉਹਨਾਂ ਦਾ, ਯਾਨੀ ਕਿ ਬਨਾਨਾ। ਤੇ ਬਾਅਦ ਚ ਉਹਨਾਂ ਨੇ ਨਾਲ ਹੀ ਲਿਖਤਾ ਕਿ ਉਹ ਡੇਲੀ ਖਾਂਦੇ ਆ। ਹੁਣ ਜਿਹੜੀ ਚੀਜ਼ ਆਪਾਂ ਡੇਲੀ ਖਾਂਦੇ ਆ ਉਹ ਤਾਂ ਆਪਣਾ ਮੇਨ ਫੂਡ ਆ ਨਾ ਫਿਰ ਇੱਕ ਦਿਨ ਦੇ ਵਿੱਚ, ਜਿਹਦਾ ਕੋਈ ਨਾਗਾ ਹੀ ਨਹੀਂ ਪੈਂਦਾ। ਤਾਂ ਕਰਕੇ ਆਪਣਾ ਕੀ ਹੈ ਜੀ, ਇਹ ਆਪਣਾ ਟਰੂ ਹੈ ਜੀ। ਹਾਂਜੀ ਤਾਂ ਇਹ ਜਿਹੜੇ 3 ਸੀਗੇ ਇਹਨਾਂ ਵਿੱਚ ਥੋੜੀ ਟ੍ਰਿਕ ਸਾਰਿਆਂ ਦੇ ਵਿੱਚ ਹੀ ਸੀਗੀ। ਅੱਗੇ ਮੂਵ ਹੁੰਨੇ ਆ ਜੀ ਆਪਾਂ, ਤਾਂ ਮਲਟੀਪਲ ਆ ਜਾਨੀ ਕਿ ਵਿੱਚੋਂ ਕੁਝ ਕਿ ਟ੍ਰਿਕੀ ਆ, 3 ਕਾ ਮਲਟੀਪਲ, ਬਾਅਦ ਚੋਂ ਅਗੇਨ ਆਪਾਂ ਫਿਰ ਟਰੂ ਫਾਲਸ ਕਰਾਂਗੇ। ਹਾਂਜੀ ਤਾਂ ਦੇਖਿਓ ਜੀ ਹੁਣ ਮਲਟੀਪਲ ਕੁਐਸਚਨ ਆਪਣਾ ਪਹਿਲਾ ਜੀ, ਸਟਾਰਟਿੰਗ ਹੀ ਹੋਇਆ ਅੱਜ ਸਟਾਰਟ ਤੋਂ। ਦੂਸਰੇ ਪੇਜ ਦਾ ਆਪਾਂ ਨਾਮ ਪੜ੍ਹ ਲਿਆ ਹੁੰਦੇ ਜੀ, ਕੋਸਟਲ ਆਰਕੀਓਲੋਜੀ ਆਫ ਬ੍ਰਿਟੇਨ। ਤਾਂ ਆ ਆਪਣਾ ਦੂਸਰਾ ਪੈਸੇਜ ਆ, ਸਟਾਰਟਿੰਗ ਤੋਂ ਹੀ ਮਲਟੀਪਲ ਆ, ਮਤਲਬ ਕਿ ਸਟਾਰਟਿੰਗ ਤੋਂ ਹੀ ਕੁਐਸਚਨ ਹੋਣ ਦੀ ਸੰਭਾਵਨਾ ਹੈ ਜੀ। ਤੇ ਕੀ ਕਹਿੰਦੇ ਜੀ, ਪਹਿਲਾ ਕੁਐਸਚਨ ਪੜ੍ਹਿਓ ਜੀ ਕੀ ਕਹਿੰਦੇ। ਹਾਂਜੀ ਤਾਂ ਉਹਨਾਂ ਨੇ ਆਪਾਂ ਨੂੰ ਕਿਹਾ ਜੀ what has caused public interest okay in coastal archaeology in recent years। ਕਹਿੰਦੇ what has caused, ਕਹਿੰਦੇ ਜੀ ਕਿਹੜੀ ਚੀਜ਼ ਕਾਰਨ ਆ। ਕਹਿੰਦੇ ਧਿਆਨ ਨਾਲ ਦੇਖਿਓ ਜੀ, ਕੁਐਸਚਨ ਨੂੰ ਪੜ੍ਹਨ ਦਾ ਵੀ ਕੀ ਹੁੰਦਾ, ਕਦੇ ਨਾ ਕਦੇ ਤੁਹਾਨੂੰ ਇੱਕ ਸਟ੍ਰੈਟਜੀ ਬਣਾਉਣੀ ਪੈਂਦੀ ਵੀ ਮੇਰੇ ਤੋਂ ਗਲਤ ਨਾ ਪੜ੍ਹਿਆ ਜਾਵੇ। ਤਾਂ what has caused ਕਹਿੰਦੇ ਕਿਹੜੀ ਚੀਜ਼ ਕਾਰਨ ਆ ਜੀ, ਕਿਹੜੀ ਚੀਜ਼ ਦਾ, ਕਹਿੰਦੇ ਪਬਲਿਕ ਇੰਟਰਸਟ ਓਕੇ ਇਨ ਕੋਸਟਲ ਆਰਕੀਓਲੋਜੀ। ਕਹਿੰਦੇ ਜੀ ਕਿਹੜੀ ਚੀਜ਼ ਦੇ ਕਾਰਨ ਕਹਿੰਦੇ ਪਬਲਿਕ ਇੰਟਰਸਟ ਆ ਕਿਹਦੇ ਵਿੱਚ, ਇਹਦੇ ਵਿੱਚ ਜੀ ਰੀਸੈਂਟ ਸਾਲਾਂ ਦੇ ਵਿੱਚ। ਧਿਆਨ ਨਾਲ ਦੇਖਿਓ ਜੀ, ਕਹਿੰਦੇ ਰੀਸੈਂਟ ਸਾਲਾਂ ਦੇ ਵਿੱਚ ਆਹ ਵਾਲੀ
ਜਿਹੜੀ ਚੀਜ਼ ਆ ਇਹਦੇ ਵਿੱਚ ਲੋਕਾਂ ਦਾ ਇੰਟਰਸਟ ਆ, ਤੇ ਲੋਕਾਂ ਦਾ ਇੰਟਰਸਟ ਕਿਉਂ ਆ, what has caused, ਕਿਹੜੀ ਚੀਜ਼ ਦੇ ਕਾਰਨ ਆ, ਉਹ ਆਪਾਂ ਜਾ ਕੇ ਲੱਭ ਕੇ ਲਿਆਉਣਾ ਜੀ। ਆਪਣਾ ਮੇਨ ਮਕਸਦ ਹੈ ਕਿ ਲੋਕਾਂ ਦਾ ਇੰਟਰਸਟ ਜਿਹੜਾ ਆਹ ਵਾਲੀ ਚੀਜ਼ ਦੇ ਵਿੱਚ ਆ ਰੀਸੈਂਟ ਸਾਲਾਂ ਦੇ ਵਿੱਚ ਹੈਗਾ ਵਾ, ਇਹਦੇ ਪਿੱਛੇ ਕਾਰਨ ਕੀ ਹੈ ਜੀ, what has caused। ਚਲੋ ਜਾ ਕੇ ਦੇਖਦੇ ਹਾਂ ਜੀ ਆਪਾਂ ਆਪਣੇ ਜੋ ਮੇਨ ਕੀਵਰਡ ਹੈ। ਪਹਿਲੀ ਗੱਲ ਤਾਂ ਸਟਾਰਟਿੰਗ ਤੇ ਹੋਊਗਾ ਜੀ, ਇੱਕ ਜਾਣੀ ਕਿ ਪਬਲਿਕ ਵਰਡ ਯਾਦ ਰੱਖਿਓ, ਇੱਕ ਇੰਟਰਸਟ ਵਰਡ ਯਾਦ ਰੱਖਿਓ, ਤੇ ਸਭ ਤੋਂ ਮੇਨ ਗੱਲ ਕਿ ਆਹ ਵਾਲੀ ਚੀਜ਼ ਦੀ ਉੱਥੇ ਗੱਲ ਹੋਈ ਹੋਊਗੀ। ਚਲੋ ਜੀ ਜਾ ਕੇ ਦੇਖਦੇ ਹਾਂ ਆਪਾਂ, ਸਟਾਰਟਿੰਗ ਤੋਂ ਹੀ ਸਕੈਨ ਕਰਦੇ ਹਾਂ ਆਪਾਂ ਇੱਕ ਵਾਰੀ। ਹਾਂਜੀ, ਤਾਂ ਪਹਿਲੇ ਵਿੱਚ ਆਪਾਂ ਦੇਖੀਏ ਜੀ, ਧਿਆਨ ਨਾਲ ਦੇਖਿਓ, ਤਾਂ ਆਪਾਂ ਨੂੰ ਕਿ ਜਿਹੜੀ ਰਿਕੋਗਨੀਸ਼ਨ ਹੈਗੀ ਹੈ ਜੀ, ਓਕੇ ਡਾਇਵਰਸਿਟੀ ਆਫ ਇੰਗਲੈਂਡ, ਇਹਦੀਆਂ ਗੱਲਾਂ ਕਰੀ ਜਾਂਦੇ, ਹਲੇ ਤੱਕ ਲੋਕਾਂ ਦੇ ਕੋਈ ਇੰਟਰਸਟ ਦੀ ਗੱਲ ਨਹੀਂ ਕੀਤੀ। ਤੁਹਾਨੂੰ ਜਾਣ ਕੇ ਭੁਲੇਖਾ ਪਾਉਣ ਦੇ ਲਈ ਆਹ ਦੋ ਕੀਵਰਡ ਉਹਨੇ ਪਹਿਲੀ ਲਾਈਨ 'ਚ ਹੀ ਪਾਤੇ ਐਗਜ਼ਾਮੀਨਰ ਨੇ, ਕਿਉਂ? ਕਿਉਂਕਿ ਉਹਨੂੰ ਪਤਾ ਬਈ ਕੁਐਸਚਨ ਦੇ ਵਿੱਚ ਮੇਰੇ ਦੋ ਵਰਡ ਲਿਖੇ ਪਏ ਆ ਰੀਸੈਂਟ ਈਅਰ, ਤੇ ਬੱਚੇ ਨੇ ਇੱਥੇ ਆ ਕੇ ਸਟਾਪ ਹੋ ਜਾਣਾ ਵਾ, ਤੇ ਬੱਚੇ ਨੇ ਪਹਿਲੀ ਲਾਈਨ ਦੇ ਵਿੱਚ ਹੀ ਕੁਐਸਚਨ ਲਾ ਦੇਣਾ। ਕਮ ਸੇ ਕਮ 99% ਬੱਚਿਆਂ ਨੇ ਜਿਹੜਾ ਇਹਦਾ ਆਨਸਰ ਉਹ ਪਹਿਲੀ ਲਾਈਨ ਤੋਂ ਲਾ ਦੇਣਾ ਜੀ। 99% ਬੱਚੇ, ਪਿੱਛੇ 1% ਬੱਚਾ ਬਚਿਆ, ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ। ਕਹਿੰਦੇ ਰਿਕੋਗਨੀਸ਼ਨ ਆ ਜਿਹੜੀ, ਜਾਣੀ ਕਿ ਪਹਿਚਾਣ ਆ, ਕਹਿੰਦੇ ਆਪਾਂ ਪਹਿਲੀ ਲਾਈਨ ਪੜ੍ਹਦੇ ਆਪਾਂ, ਫਿਰ ਜਾ ਕੇ ਦੇਖਦੇ ਵੀ ਉਹਨਾਂ ਨੇ ਕਿਵੇਂ ਬੇਵਕੂਫ ਬਣਾਇਆ। ਕਹਿੰਦੇ ਰਿਕੋਗਨੀਸ਼ਨ ਆ ਜੀ ਕਿਹਦੀ, ਵੈਲਦੀ ਤੇ ਡਾਇਵਰਸਿਟੀ। ਕਹਿੰਦੇ ਜਿਹੜੇ ਕਹਿੰਦੇ ਇੰਗਲੈਂਡ ਦਾ ਕੋਸਟਲ ਆਰਕੀਓਲੋਜੀ ਹੈ ਨਾ ਜਿਹੜੀ, ਉਹਦੇ ਵਿੱਚ ਜਿਹੜਾ ਇੰਨਾ ਜ਼ਿਆਦਾ ਆਪਾਂ ਨੂੰ ਕਿ ਡਾਇਵਰਸਿਟੀ ਤੇ ਯਾਨੀ ਕਿ ਵੈਲਥ ਆਪਾਂ ਨੂੰ ਜਿਹੜੀ ਦੇਖਣ ਨੂੰ ਮਿਲਦੀ ਆ, ਉਹਦੀ ਜਿਹੜੀ ਕਹਿੰਦੇ ਪਹਿਚਾਣ ਆ ਨਾ, ਹੈਜ਼ ਬੀਨ ਵਨ ਆਫ ਦਾ ਮੋਸਟ ਇੰਪੋਰਟੈਂਟ ਡਿਵੈਲਪਮੈਂਟ ਆਫ ਰੀਸੈਂਟ ਈਅਰ। ਕਹਿੰਦੇ ਧਿਆਨ ਨਾਲ ਦੇਖਿਓ, ਕਹਿੰਦੇ ਹਾਂਜੀ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਆਪਣੇ ਕੋਲੇ ਕਹਿੰਦੇ ਜਿਹੜੀ ਮੋਸਟ ਡਿਵੈਲਪਮੈਂਟ ਹੋਈ ਆ ਨਾ, ਕਹਿੰਦੇ ਉਹ ਦੱਸਾਂ ਕਿਹੜੀ ਆ। ਕਹਿੰਦੇ ਇੰਗਲੈਂਡ ਦੇ ਵਿੱਚ ਜਿਹੜੀ ਕੋਸਟਲ ਆਰਕੀਓਲੋਜੀ ਆ, ਉਹਦੇ ਵਿੱਚ ਹੁਣ ਬੜੀ ਡਾਇਵਰਸਿਟੀ ਆ, ਬੜੀ ਉਹ ਚੀਜ਼ ਵੈਲਦੀ ਆ। ਉਹ ਕਹਿੰਦੇ ਇਹ ਪਿਛਲੇ ਕੁਝ ਸਾਲਾਂ ਦੇ ਵਿੱਚ ਕਹਿੰਦੇ ਬਹੁਤ ਵਧੀਆ ਡਿਵੈਲਪਮੈਂਟ ਹੋਈ ਆ। ਤੇ ਆਪਣਾ ਹੁਣ ਕੁਐਸਚਨ ਕੀ ਸੀਗਾ, ਜਾ ਕੇ ਧਿਆਨ ਨਾਲ ਪੜ੍ਹ ਕੇ ਦੇਖੋ। ਆਪਣਾ ਕੁਐਸਚਨ ਤਾਂ ਟੋਟਲੀ ਇੱਕ ਹੋਰ ਚੀਜ਼ ਹੈ ਜੀ। ਆਪਣਾ ਇੰਟਰਸਟ ਤਾਂ ਆਹ ਵਾ ਕਿ ਲੋਕਾਂ ਦਾ ਜਿਹੜਾ ਇੰਟਰਸਟ ਆ ਉਹ ਆਹ ਵਾਲੀ ਚੀਜ਼ ਦੇ ਵਿੱਚ ਕਿਉਂ ਆ, ਉਹਦੇ ਪਿੱਛੇ ਕਿਹੜਾ ਕਾਰਨ ਆ। ਤੇ ਉਹ ਪਹਿਲੀ ਲਾਈਨ ਨਾਲ ਤਾਂ ਆਪਣਾ ਕੁਐਸਚਨ ਦਾ ਕੋਈ ਮੇਲ ਜੋਲ ਹੀ ਹੈ ਨਹੀਂ। ਤੇ ਹੁਣ ਇੱਥੇ ਪੱਕਾ ਉਹਨਾਂ ਨੇ ਆਹ ਦੇਖੋ ਤੁਹਾਡੇ ਸਾਹਮਣੇ ਬੱਚੇ ਹੁਣ ਲਾਉਣਗੇ ਕਿਹੜਾ, ਤੇ ਬੱਚੇ ਨੇ ਲਾਇਆ ਵੀ ਅੱਜ ਸੈਂਟਰ ਦੇ ਵਿੱਚ, ਸਾਰਿਆਂ ਬੱਚਿਆਂ ਨੇ ਮਾਰਕ ਕਰਤਾ ਪਹਿਲੇ ਨੰਬਰ ਵਾਲਾ ਜੀ 99%। ਕਿਉਂ? ਅੱਗੇ ਸਰ ਉੱਤੇ ਰੈਪਿਡ ਲਿਖਿਆ ਪਿਆ ਸੀ, ਉੱਤੇ ਡਿਵੈਲਪਮੈਂਟ ਲਿਖਿਆ ਪਿਆ ਸੀ, ਉੱਤੇ ਇੰਗਲੈਂਡ ਦਾ ਕੋਸਟਲ ਆਰਕੀਓਲੋਜੀ ਲਿਖਿਆ ਪਿਆ ਸੀ, ਸਾਰਾ ਸਰ ਮੈਚ ਹੋ ਗਿਆ, ਪਹਿਲੀ ਲਾਈਨ 'ਚ ਹੀ ਸੀਗਾ ਜੀ। ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਪਹਿਲੀ ਲਾਈਨ 'ਚ ਲਿਖ ਰਹੇ ਆ ਕਿ ਇੰਗਲੈਂਡ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਕਿਹੜੀ ਚੀਜ਼ ਦੇ ਵਿੱਚ ਡਿਵੈਲਪਮੈਂਟ ਹੋਈ ਆ, ਨਾ ਕਿ ਪਹਿਲੀ ਲਾਈਨ 'ਚ ਆਹ ਵਾਲੀ ਚੀਜ਼ ਲਿਖੀ ਆ ਕਿ ਲੋਕਾਂ ਦਾ ਇੰਟਰਸਟ ਆ ਜਿਹੜਾ ਉਹ ਆਹ ਵਾਲੀ ਫੀਲਡ ਦੇ ਵਿੱਚ ਕਾਹਤੋਂ ਹੋਣ ਲੱਗ ਗਿਆ। ਤਾਂ ਮੈਨੂੰ ਯੈਸ ਔਰ ਨੋ ਦੱਸੋ ਕਿ ਤੁਹਾਡੇ ਕੁਐਸਚਨ ਦਾ ਪਹਿਲੀ ਲਾਈਨ ਨਾਲ ਕੋਈ ਲੈਣਾ ਦੇਣਾ ਹੈਗਾ ਜੀ? ਸਰ ਨਹੀਂ ਜੀ, ਨਹੀਂ ਲੈਣਾ ਦੇਣਾ ਨਾ। ਨਹੀਂ। ਹੁਣ ਮੈਂ ਤੁਹਾਨੂੰ ਚੀਜ਼ ਇਹ ਦੱਸਤੀ ਆ ਤਾਂ ਨਹੀਂ ਸ਼ਾਇਦ ਲੈਣਾ ਦੇਣਾ। ਜੇ ਤੁਸੀਂ ਖੁਦ ਰੀਡਿੰਗ ਕਰੀ ਜਾਂਦੇ ਹੁੰਦੇ ਤਾਂ ਮੈਂ ਤੁਹਾਨੂੰ ਤੁਹਾਡੀ ਸਾਈਕੋਲੋਜੀ ਦੱਸ ਰਿਹਾ ਵਾਂ, ਤੁਸੀਂ ਆਹ ਦੋ ਵਰਡ ਦੇਖ ਕੇ ਪਹਿਲੀ ਲਾਈਨ ਤੇ ਸਟਕ ਹੋਣਾ ਸੀਗਾ, ਤੇ ਤੁਸੀਂ ਸਾਰਿਆਂ ਨੇ ਦਾ ਆਨਸਰ ਲਾਉਣਾ ਸੀਗਾ ਪਹਿਲੇ ਨੰਬਰ ਵਾਲਾ। ਹਾਲਾਂਕਿ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਹੁੰਦਾ ਕਿ ਤੁਸੀਂ ਜਿਹੜੀ ਨਿੱਕੀ ਜੀ, ਜਦੋਂ ਤੁਸੀਂ ਕਹਿੰਦੇ ਹੋ ਕਿ ਸਰ ਮੇਰੇ 20 ਤੇ ਹੀ ਖੜੇ ਆ, ਤਾਂ 20 ਤੇ ਉਹ ਤਾਂ ਹੀ ਖੜੇ ਆ ਕਿਉਂਕਿ ਤੁਸੀਂ ਹਾਲੇ ਵੀ ਕੀਵਰਡ ਮੈਚ ਕਰਾ ਕੇ ਤੁੱਕੇ ਨਾਲ ਲਾਈ ਜਾਂਦੇ ਹੋ ਕਿਤੇ ਨਾ ਕਿਤੇ, ਤੇ ਬਟ ਉਹ ਆਪਣੀ ਪਹਿਲੀ ਲਾਈਨ 'ਚ ਕਿਤੇ ਨਹੀਂ ਸੀ ਜੀ ਆਨਸਰ। ਮੈਨੂੰ ਗਾਂਹ ਜਾਣਾ ਪੈਣਾ ਆਪਦਾ ਆਨਸਰ ਲੱਭਣ ਦੇ ਲਈ। ਐਗਜ਼ਾਮੀਨਰ ਚਲਾਕ ਆ, ਉਹਦਾ ਤੁਸੀਂ ਛੱਡੋ ਹੀ ਨਾ ਜੀ। ਉਹ ਕਿਉਂਕਿ ਉਹਨਾਂ ਨੇ ਆਹ ਵਾਲੇ ਵਰਡ ਜਾਣਬੁੱਝ ਕੇ ਲਿਖਣੇ ਆ, ਉਹਨਾਂ ਨੂੰ ਪਤਾ ਕਿ ਬੱਚੇ ਦਾ ਗਲਤ ਕਰਾਉਣਾ। ਨੈਕਸਟ ਲਾਈਨ ਦੇ ਵਿੱਚ ਹੋਰ ਇੱਕ ਅੱਧਾ ਕੀਵਰਡ ਲਿਖਿਆ ਪਿਆ ਹੋਊਗਾ, ਜਿਹੜੇ ਬਾਕੀ ਦੇ ਬੱਚੇ ਉਹਨਾਂ ਨੇ ਦੂਜੀ ਲਾਈਨ ਤੋਂ ਲਾ ਦੇਣਾ ਜੀ। ਚਲੋ ਪੜ੍ਹਦੇ ਆਪਾਂ ਦੂਜੀ ਲਾਈਨ ਕੀ ਹੈ ਜੀ। ਕਹਿੰਦੇ ਕੁਝ ਕੁ ਐਲੀਮੈਂਟ ਆ, ਕਹਿੰਦੇ ਹੁਣ ਕੀਵਰਡ ਹੀ ਚੇਂਜ ਕਰਤੇ ਉਹਨੇ ਸਾਰੇ, ਲੌਂਗ ਹੈਵ ਬੀਨ ਔਨ ਸੋ ਕਾਲਡ ਸਬਮਰਜਡ ਫॉर। ਇੱਥੇ ਲੋਕਾਂ ਦੀ ਹਲੇ ਤੱਕ ਕੋਈ ਗੱਲ ਨਹੀਂ ਕੀਤੀ ਜੀ। ਇੱਥੇ ਜਾਣਬੁੱਝ ਕੇ ਹਿਊਮਨ ਐਕਟੀਵਿਟੀ ਵਰਡ ਪਤਾ ਹੋਣਾ ਕਿ ਸ਼ਾਇਦ ਬੱਚੇ ਨੂੰ ਪਬਲਿਕ ਸਮਝ ਜਾਣ। ਤਾਂ ਇਹਨਾਂ ਨੇ ਤੇ ਕਿਹਾ ਕੀ ਆ, ਸਮਟਾਈਮਸ ਵਿਦ ਕਲੀਅਰ ਐਵੀਡੈਂਸ, ਸਬੂਤ ਆ ਜੀ ਕਹਿੰਦੇ ਹਿਊਮਨ ਐਕਟੀਵਿਟੀਆਂ ਦੇ। ਐਂਟੀ ਇੱਥੇ ਕੋਈ ਤੁਹਾਡੀ ਗੱਲ ਨਹੀਂ ਕੀਤੀ। 18th ਸੈਂਚੁਰੀ ਸੀਰੀਅਸ ਤੇ ਸਿਸਟਮੈਟਿਕਲ ਜਿਹੜੀ ਅਟੈਂਸ਼ਨ ਆ ਜੀ ਉਹ ਦਿੱਤੀ ਜਾ ਚੁੱਕੀ। ਕਹਿੰਦੇ ਇਹਨੂੰ ਆਹ ਲਾਈਨ ਜ਼ਰੂਰ ਪੜ੍ਹ ਲੈਂਦੇ ਜੀ। ਕਹਿੰਦੇ ਜੀ ਸੀਰੀਅਸ ਤੇ ਸਿਸਟਮੈਟਿਕ ਅਟੈਂਸ਼ਨ ਦਿੱਤੀ ਜਾ ਚੁੱਕੀ ਹੈ, ਕਹਿੰਦੇ ਕਿਹਨੂੰ, ਆਹ ਵਾਲੀ ਚੀਜ਼ ਨੂੰ। ਬਟ ਕਾਰਨ ਹਾਲੇ ਤੱਕ ਵੀ ਨਹੀਂ ਲਿਖਿਆ ਜੀ। ਆਪਾਂ ਤਾਂ ਕਾਰਨ ਲੱਭਦੇ ਫਿਰਦੇ ਹਾਂ ਨਾ ਵੀ ਕਿਉਂ ਲੋਕਾਂ ਨੇ ਜਾਣੀ ਕਿ ਅਟੈਂਸ਼ਨ ਦਿੱਤੀ ਜੀ। ਚਲੋ ਜੀ ਨੈਕਸਟ ਜਾਣਾ ਪੈਣਾ ਆਪਾਂ ਨੂੰ। ਤਾਂ ਤੁਸੀਂ ਖੁਦ ਹੀ ਦੇਖ ਲਓ ਕਿ ਐਗਜ਼ਾਮੀਨਰ ਕਿੱਦਾਂ ਕਰ ਰਿਹਾ ਵਾ ਜੀ। ਉਹਨੇ ਪਹਿਲੇ ਪੈਰੇ ਦੇ ਵਿੱਚ ਹੀ ਲਵਾ ਜਾਣਾ ਸੀ ਬੱਚਿਆਂ ਤੋਂ। ਹੁਣ ਅੱਗੇ ਚੱਲਦੇ, ਧਿਆਨ ਨਾਲ ਦੇਖਿਓ ਜੀ। ਜੇ ਤੁਸੀਂ
ਜੇ ਤੁਸੀਂ ਪੈਰਾਗ੍ਰਾਫ ਬੀ ਦੇ ਵਿੱਚ ਦੇਖੋ ਤਾਂ ਉੱਥੇ ਇੱਕ ਪਬਲਿਕ ਵਰਡ ਵੀ ਪਿਆ, ਪਹਿਲੀ ਗੱਲ ਤਾਂ ਜੀ ਪਬਲਿਕ ਵਰਡ। ਹੁਣ ਆਪਾਂ ਜਾ ਕੇ ਦੇਖਦੇ ਹਾਂ ਜੀ, ਕਹਿੰਦੇ ਜੀ ਇਹ ਪੋਸੀਬਲ ਆ, ਕਹਿੰਦੇ ਵੈਰਾਈਟੀ ਆਫ ਕਾਜ਼ਸ, ਆ ਦੇਖੋ ਕਾਰਨ ਪਏ ਆ, BP2 ਦੇ ਵਿੱਚ ਕਾਰਨ ਸਟਾਰਟ ਹੋਏ ਆ। ਕਾਰਨ ਹੈ ਵੀ ਕਾਦੇ, ਜਿਹੜੀ ਆ ਕਨਸੈਂਟਰੇਸ਼ਨ ਆ ਜੀ, ਜਿਹੜਾ ਇੰਟਰਸਟ ਆ, ਤਾਂ ਐਕਚੁਅਲ ਦੇ ਵਿੱਚ ਤੁਹਾਡਾ ਆਨਸਰ ਇੱਥੋਂ ਸਟਾਰਟ ਹੁੰਦਾ ਵਾ, ਨਾ ਕਿ ਉੱਪਰਲੇ ਪੈਰੇ ਚ। ਇਹਦੇ ਵਿੱਚ ਕਾਰਨ ਲਿਖਿਆ ਵੀ ਕਿਹੜੇ ਕਾਰਨ ਆ, ਕਿਉਂ ਕਨਸੈਂਟਰੇਸ਼ਨ ਕੀਤੀ, ਕਿਉਂ ਲੋਕਾਂ ਨੇ ਇੰਟਰਸਟ ਲਿਆ ਜੀ। ਰੀਸੈਂਟ ਸਾਲਾਂ ਵਿੱਚ ਕਿਹਾ ਸੀ, ਆ ਦੇਖੋ ਰੀਸੈਂਟ ਸਾਲ ਹੀ ਹੈ ਜੀ। ਹੁਣ ਹਾਂਜੀ ਕਹਿੰਦੇ ਵਿੱਚ ਹੁਣ ਧਿਆਨ ਨਾਲ ਦੇਖਿਓ ਜੀ, ਕਹਿੰਦੇ ਆ ਟਾਈਮ ਲਿਖਿਆ, ਕਹਿੰਦੇ ਸਾਇੰਟੀਫਿਕ ਰਿਸਰਚ ਹੋਈ, ਕਹਿੰਦੇ ਕਲਾਈਮੇਟ ਚੇਂਜ ਦੇ ਵਿੱਚ ਤੇ এনवायरमेंटल ਇੰਪੈਕਟ, ਇਹ ਜਿਹੜੀਆਂ ਚੀਜ਼ਾਂ ਇਹਨਾਂ ਨੇ ਕੀ ਕੀਤਾ ਜੀ, ਕਹਿੰਦੇ ਸਪਿਲਡ ਓਵਰ ਇਨਟੂ ਅ ਮਚ ਬ੍ਰੌਡਨ ਪਬਲਿਕ ਡਿਬੇਟ। ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਲਾਈਮੇਟ ਚੇਂਜ ਹੋ ਗਿਆ ਤੇ এনवायरमेंटल ਇੰਪੈਕਟ ਹੈ, ਇਹਨਾਂ ਨੇ ਕਹਿੰਦੇ ਸਪਿਲ ਓਵਰ ਦਾ ਮਤਲਬ ਹੁੰਦਾ ਕਿਸੇ ਤੇ ਕੋਈ ਜਾਣੀ ਕਿ ਪ੍ਰਭਾਵ ਪਾ ਦੇਣਾ। ਇਹਨਾਂ ਨੇ ਕਹਿੰਦੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਵਾ, ਕਿਹਦੇ ਤੇ, ਜਾਣੀ ਕਿ ਪਬਲਿਕ ਡਿਬੇਟ ਤੇ। ਹਾਂਜੀ ਕਾਹਦੇ ਤੌਰ ਤੇ, ਅਵੇਅਰਨੈਸ ਦੇ ਤੌਰ ਤੇ ਆਫ ਥੀਸ ਇਸ਼ੂਜ਼, ਉਹ ਕਹਿੰਦੇ ਕਿ ਗਰੂ। ਤਾਂ ਧਿਆਨ ਨਾਲ ਦੇਖਿਓ ਜੀ, ਉਹਨਾਂ ਦਾ ਇੰਟਰਸਟ ਆ ਲੋਕਾਂ ਦਾ, ਉਹ ਕਿਹੜੀ ਚੀਜ਼ ਦੇ ਕਰਕੇ ਹੋਇਆ, ਕਲਾਈਮੇਟ ਚੇਂਜ ਤੇ এনवायरमेंटल, ਆਹ ਦੋਨੇ ਚੀਜ਼ਾਂ ਦੀ ਜਿਹੜੀ ਰਿਸਰਚ ਆ ਨਾ, ਇਹਨਾਂ ਨੇ ਲੋਕਾਂ ਤੇ ਕਾਫੀ ਪ੍ਰਭਾਵ ਪਾਤਾ ਸੀਗਾ। ਲੋਕਾਂ 'ਚ ਡਿਬੇਟ ਵਗੈਰਾ ਜੀ ਚੱਲਣ ਲੱਗ ਗਈ ਸੀਗੀ, ਜਿਹੜੇ ਆਹ ਵਾਲੇ ਜਿਹੜੇ ਜੋ ਵੀ ਯਾਨੀ ਕਿ ਮੁੱਦੇ ਵਗੈਰਾ ਹੈਗੇ। ਤਾਂ ਹੁਣ ਜਾ ਕੇ ਆਪਾਂ ਮੈਚ ਕਰਦੇ ਹਾਂ ਜੀ, ਇਹ ਲਾਈਨ ਦੇ ਵਿੱਚੋਂ ਆਪਾਂ ਨੂੰ ਜਿਹੜੇ ਕੀਵਰਡ ਮਿਲੇ ਸੀਗੇ, ਤੁਹਾਡੇ ਸਾਹਮਣੇ ਆਹ ਕੀਵਰਡ ਪਏ ਆ ਜੀ। ਪਹਿਲੇ ਨੰਬਰ ਤੇ ਆ ਪਿਆ, ਇੱਕ ਨੰਬਰ ਤੇ ਆ ਪਿਆ, ਤੇ ਦੂਜੇ ਨੰਬਰ ਤੇ ਆ ਪਿਆ ਜੀ। ਇਹਦੇ ਤੋਂ ਵੈਰੀਫਾਈ ਹੋ ਗਿਆ ਸੀ ਇੱਥੇ ਦੀ ਲੋਕੇਸ਼ਨ ਕਿਹੜੀਆਂ ਚੀਜ਼ਾਂ ਨੇ, ਜਾਣੀ ਕਿ ਲੋਕਾਂ ਨੂੰ ਇੱਕ ਤਰ੍ਹਾਂ ਦਾ ਯਾਨੀ ਕਿ ਇਨਕਰੇਜ ਜਿਹਾ ਕੀਤਾ, ਲੋਕਾਂ ਨੂੰ ਹੁਲਾਰਾ ਜਿਹਾ ਦਿੱਤਾ। ਉਹ ਆਹ ਦੋਵਾਂ ਚੀਜ਼ਾਂ ਤੇ ਜਿਹੜੀ ਰਿਸਰਚ ਹੋਈ ਸੀ, ਉਹਨੇ ਕਹਿੰਦੇ ਮਚ ਬ੍ਰੌਡਨ ਓਕੇ ਪਬਲਿਕ ਡਿਬੇਟ ਪੈਦਾ ਕੀਤੀ ਉਹਨੇ। ਚਲੋ ਜਾ ਕੇ ਦੇਖਦੇ ਜੀ ਆਪਾਂ ਕੀ ਕੋਈ ਮੈਚ ਹੋਇਆ ਜੀ। ਤਾਂ ਦੂਸਰਾ ਦੇਖਦੇ ਹਾਂ ਜੀ, ਕਹਿੰਦੇ ਇਹਦੇ ਵਿੱਚ ਜਾਣੀ ਕਿ ਇੰਟਰਸਟ ਆ ਲੋਕਾਂ ਦਾ, ਕਿਉਂਕਿ ਰਾਈਜ਼ਿੰਗ ਅਵੇਅਰਨੈਸ ਕਾਦੇ ਬਾਰੇ, ਕਲਾਈਮੇਟ ਚੇਂਜ ਦੇ ਬਾਰੇ। ਆਹ ਆਪਣੇ ਕੋਲੇ 99% ਮੈਚ ਹੋ ਰਿਹਾ ਜੀ। ਆਪਾਂ ਇਹਨੂੰ ਹਲੇ ਤੱਕ ਡਾਊਟ ਵਿੱਚ ਰੱਖ ਦਾਂਗੇ, ਆਪਾਂ ਗਾਂ ਵਾਲੇ ਪੜਾਂਗੇ। ਆ ਕਹਿੰਦੇ ਡਿਸਕਵਰੀ ਆਫ ਅੰਡਰ ਵਾਟਰ, ਕਿਤੇ ਨਹੀਂ ਗੱਲ ਕੀਤੀ। ਸਿਸਟਮੈਟਿਕ ਰਿਸਰਚ, ਦੇਖੋ BP1 ਵਾਲਾ ਜਿਹੜਾ ਕੀਵਰਡ ਆ ਉਹ ਜਾਣ ਬੁੱਝ ਕੇ ਇੱਥੇ ਕੱਢ ਕੇ ਰੱਖਿਆ ਪਿਆ। ਜਿਹੜੇ ਬੱਚੇ 99% ਸੀ ਉਹਨਾਂ ਨੇ ਤਾਂ ਲਾਤਾ ਜੀ ਆਹ ਵਾਲਾ ਪਹਿਲੇ ਨੰਬਰ ਵਾਲਾ, ਜਿਹੜੇ ਬਾਕੀ ਦੇ ਬੱਚੇ ਸੀ ਉਹਨਾਂ ਨੇ ਗਾਂ ਦੋ ਲਾਈਨਾਂ ਪਹਿਲੇ ਚ ਹੀ ਪੜ੍ਹ ਕੇ ਸਿਸਟਮੈਟਿਕ ਵਰਡ ਦੇ ਕੇ ਇਹਨੂੰ ਟਿਕ ਕਰਤਾ ਹੋਣਾ। ਹਾਲਾਂਕਿ ਆਪਾਂ ਨੂੰ ਪਤਾ ਵੀ ਇਹ ਚੀਜ਼ ਪਹਿਲੇ ਪੈਰੇ ਚ ਗੱਲ ਹੋਈ ਆ, ਨਾ ਕਿ ਦੂਜੇ ਦੇ ਵਿੱਚ। ਤਾਂ ਧਿਆਨ ਨਾਲ ਦੇਖੋ, ਆਪਣਾ ਪਿੱਛੇ ਬਚਿਆ ਕਿਹੜਾ ਜੀ, ਆਪਣੀ ਆਹ ਵਾਲੀ ਚੀਜ਼ ਬਚੀ। ਹੁਣ ਤੁਸੀਂ ਕਹੋਗੇ ਸਰ ਇੱਥੇ ਤਾਂ ਇਕੱਲਾ ਕਲਾਈਮੇਟ ਚੇਂਜ ਆ, ਉੱਥੇ ਤਾਂ এনवायरमेंटल ਵੀ ਉਹ ਲਿਖਿਆ ਸੀਗਾ। ਰੀਡਿੰਗ ਨੇ ਇਹ ਚੀਜ਼ ਨੂੰ ਹਾਫ ਕੱਟ ਕੇ ਪਾਤਾ, ਤਾਂ ਇਹਦੇ ਵਿੱਚ ਕੋਈ ਚੱਕਰ ਨਹੀਂ ਜੀ। ਬਾਕੀ ਤਿੰਨੇ ਤਾਂ ਆਪਾਂ ਕ੍ਰਾਸ ਕਰਤੀਆਂ ਨਾ ਪੜ੍ਹ ਕੇ ਪੂਰੀਆਂ, ਤੇ ਆਹ ਆਪਣਾ ਸਿਰਫ ਇਕੱਲਾ ਮੈਚ ਹੋ ਰਿਹਾ ਜੀ। ਤਾਂ ਮੈਂ ਮਿਊਟ ਤੋਂ ਖੋਲੂੰਗਾ ਜੀ, ਮੈਨੂੰ ਯੈਸ ਔਰ ਨੋ ਦੱਸ ਦਿਓ ਕਿ ਪਤਾ ਲੱਗ ਗਿਆ ਜੀ ਕਿੱਦਾਂ ਲਾਇਆ ਜੀ। ਹਾਂਜੀ ਸਰ, ਕਲੀਅਰ ਹੈ ਜੀ ਇੱਥੇ? ਹਾਂਜੀ ਸਰ। ਠੀਕ ਹੈ, ਤਾਂ ਤੁਸੀਂ ਇਹ ਚੀਜ਼ ਦਾ ਆਪਣੇ ਮਾਈਂਡ ਦੇ ਵਿੱਚ ਰੱਖਣਾ ਜੀ। ਜਦੋਂ ਤੁਹਾਡਾ ਮਲਟੀਪਲ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇੱਥੇ ਦੇਖੋ, ਆ ਜਿਹੜਾ ਤੁਹਾਡਾ ਮੰਨ ਕੇ ਲਓ ਮਲਟੀਪਲ ਸਟਾਰਟ ਹੋਣ ਲੱਗਾ ਜੀ, ਹਲੇ ਤੁਹਾਡਾ ਮਲਟੀਪਲ ਸਟਾਰਟ ਨਹੀਂ ਹੋਇਆ ਹੋਊਗਾ, ਹਲੇ ਤੁਹਾਡੇ ਕੁਐਸਚਨ ਦੀ ਲੋਕੇਸ਼ਨ ਨਹੀਂ ਹੋਊਗੀ। ਅੱਛਾ ਮੰਨ ਕੇ ਚਲੋ, ਮੈਂ ਤੁਹਾਨੂੰ ਦੱਸਦਾ ਜੀ, ਆ ਤੁਹਾਡਾ 15ਵੇਂ ਨੰਬਰ ਵਾਲਾ ਕੁਐਸਚਨ ਆ, ਠੀਕ ਆ, ਮੰਨ ਕੇ ਚਲੋ ਤੁਹਾਡਾ ਇਹ ਪਿਆ ਵਾ ਇੱਥੇ, ਮੰਨ ਕੇ ਲਓ ਆ ਇਹਦੀ ਲੋਕੇਸ਼ਨ ਆ, ਤੇ ਹਲੇ ਕੁਐਸਚਨ ਸਟਾਰਟ ਵੀ ਨਹੀਂ ਹੋਇਆ, ਤੁਸੀਂ ਅਜੇ ਇੱਥੇ ਸਕੈਨਿੰਗ ਕਰਦੇ ਫਿਰਦੇ ਹੋਵੋਗੇ, ਇੱਥੇ ਤੁਹਾਡੀ ਇੱਥੇ ਅਜੇ ਸਕੈਨਿੰਗ ਚੱਲੀ ਜਾਂਦੀ ਹੋ। ਇਹ ਹੁਣ ਧਿਆਨ ਨਾਲ ਦੇਖੋ, ਇੱਥੇ ਤੁਹਾਡੇ ਸਕੈਨਿੰਗ ਕਰਦੇ ਕਰਦੇ ਹੀ ਐਗਜ਼ਾਮੀਨਰ ਨੇ ਕੀ ਕਰਨਾ ਵਾ, ਐਗਜ਼ਾਮੀਨਰ ਨੇ ਇਹਦੇ ਵਿੱਚੋਂ ਆਹ ਵਾਲੇ ਵਰਡ ਕੱਢ ਕੇ ਲਿਖਣ ਵੀ ਲੱਗ ਜਾਣੇ ਆ। ਟੈਕਨੋਲੋਜੀ ਵਰਡ ਆਹ ਵਾਲਾ ਇੱਥੇ ਲਿਖਿਆ ਪਿਆ ਹੋਊਗਾ ਜੀ, ਜਾਣੀ ਕਿ 1000 years, ਹਾਰਬਰ ਵਰਡ। ਇਹ ਜਿਹੜੇ ਤੁਹਾਡੇ ਕੀਵਰਡ ਆ ਐਗਜ਼ਾਮੀਨਰ ਨੇ ਇੱਥੇ ਲਿਖਣੇ ਸ਼ੁਰੂ ਕਰ ਦੇਣੇ। ਕਿਉਂ? ਕਿਉਂਕਿ ਐਗਜ਼ਾਮੀਨਰ ਨੂੰ ਪਤਾ ਕਿ ਕੋਈ ਵੀ ਬੱਚਾ ਕੁਐਸਚਨ ਪੜਨ ਤੋਂ ਬਾਅਦ ਤੋਂ ਜਿਹੜੀਆਂ ਨੀਚੇ ਲਿਖੀਆਂ ਆਪਸ਼ਨਸ ਆ ਉਹਨਾਂ ਨੂੰ ਵੀ ਵੇਖ ਕੇ ਆਉਂਦਾ ਵਾ। ਇਹ ਚੀਜ਼ ਐਗਜ਼ਾਮੀਨਰ ਨੂੰ ਪਤਾ ਵਾ ਜੀ, ਕਿਉਂਕਿ ਤੁਸੀਂ ਸਟੂਡੈਂਟ ਹੋ ਨਾ, ਉਹ ਟ੍ਰੇਨਰ ਆ। ਉਹ ਇੱਕ ਟੀਚਰ ਤੇ ਸਟੂਡੈਂਟ 'ਚ ਫਰਕ ਕੀ ਹੁੰਦਾ, ਇੱਕ ਟੀਚਰ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਸਟੂਡੈਂਟ ਲਾਈਫ ਦੇ ਵਿੱਚ ਸਟੂਡੈਂਟ ਕਿੱਦਾਂ ਦੀਆਂ ਗਲਤੀਆਂ ਕਰਦਾ ਵਾ, ਤਾਂ ਉਹ ਜਾਣੀ ਕਿ ਫਾਇਦਾ ਚੱਕਦੇ ਉਹ ਚੀਜ਼ ਦਾ। ਤੇ ਜਦੋਂ ਹੀ ਤੁਸੀਂ ਇਹ ਬੀ ਪੜ੍ਹ ਕੇ ਆਓ, ਹੁਣ ਕਈ ਬੱਚੇ ਹੁੰਦੇ ਆ ਕੀਵਰਡ ਆਪਣੇ ਮਾਈਂਡ 'ਚ ਯਾਦ ਰੱਖ ਕੇ ਜਾਂਦੇ ਆ, ਤਾਂ ਜਦੋਂ ਹੀ ਕੀਵਰਡ ਇੱਥੇ ਉੱਪਰ ਦੇਖਿਆ, ਮੈਂ ਤੁਹਾਨੂੰ ਕਹਿ ਰਿਹਾ ਕਿ ਹਲੇ ਤੁਹਾਡਾ ਕੁਐਸਚਨ ਤਾਂ ਸਟਾਰਟ ਹੀ ਨਹੀਂ ਹੋਇਆ, ਇਹ ਤਾਂ ਜਸਟ ਟ੍ਰੈਪ ਆਉਂਦਾ ਜੀ। ਤਾਂ ਹੀ ਤੁਸੀਂ ਜਦੋਂ ਤੁਹਾਡੇ ਵਿੱਚੋਂ ਜ਼ਿਆਦਾਤਰ ਸਟੂਡੈਂਟ ਆਨਸਰ ਤਾਂ ਹੀ ਲੈ ਜਾਂਦੇ ਆ,
ਜਦੋਂ ਤੁਸੀਂ ਡਿਸਕਸ ਕਰਨ ਲੱਗਦੇ ਹੋ ਤੁਹਾਨੂੰ ਪਤਾ ਲੱਗਦਾ ਕਿ ਇਹਦਾ ਤਾਂ ਲੋਕੇਸ਼ਨ ਹੀ ਨੀਚੇ ਸੀਗੀ, ਮੈਂ ਫਿਰ ਤਾਂ ਵੈਸੇ ਹੀ ਲੱਗ ਗਿਆ ਜੀ। ਯੈਸ ਔਰ ਨੋ ਜੀ, ਹੁੰਦਾ ਇਦਾਂ ਤੁਹਾਡੇ ਨਾਲ? ਇਦਾਂ ਹੁੰਦਾ ਜੀ? ਹਾਂਜੀ ਹਾਂਜੀ ਤਾਂ ਇਹ ਚੀਜ਼ ਦਾ ਧਿਆਨ ਰੱਖਣਾ ਜੀ ਸਾਰਿਆਂ ਨੇ, ਠੀਕ ਹੈ ਨਾ ਜੀ। ਆਪਾਂ ਦੂਸਰਾ ਕੁਐਸਚਨ ਪੜ੍ਹਦੇ ਹਾਂ ਜੀ, ਧਿਆਨ ਰੱਖਿਓ ਸਾਰੇ ਜਾਣੇ। ਓਕੇ ਜੀ, ਤਾਂ ਇਹਦੇ ਵਿੱਚ ਆਪਾਂ ਉਹਨਾਂ ਨੇ ਕੀ ਕਿਹਾ ਜੀ, ਥੋੜੇ ਜਿਹੇ ਵੈਸੇ ਟ੍ਰਿਕੀ ਜੇ ਸੀਗੇ, ਮਲਟੀਪਲ ਤੁਸੀਂ ਇਹ ਦੂਸਰਾ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਜੀ। ਇਹਦੇ ਚ ਕਹਿੰਦੇ what does the passage say, ਕਹਿੰਦੇ ਜੀ ਪੈਸੇਜ ਕੀ ਕਹਿੰਦਾ ਵਾ, ਕਿਹਨਾਂ ਦੇ ਬਾਰੇ? ਜਿਹੜੇ ਬੋਟ ਦੇ ਐਵੀਡੈਂਸ ਆ ਜੀ, ਜਿਹੜੇ ਬੋਟਸ ਦੇ ਸਬੂਤ ਆ, ਉਹਨਾਂ ਦੇ ਬਾਰੇ ਪੈਸੇਜ ਦਾ ਕੀ ਕਹਿਣਾ ਵਾ ਜੀ। ਚਲੋ ਜਾ ਕੇ ਦੇਖਦੇ ਹਾਂ ਜੀ, ਜਾ ਕੇ ਦੇਖਦੇ ਹਾਂ ਜੀ ਪੈਸੇਜ ਕੀ ਕਹਿੰਦਾ ਉਹਨਾਂ ਦੇ ਬਾਰੇ। ਚਲੋ ਜੀ, ਤਾਂ ਆਪਾਂ ਆਪਦੇ ਜਾਣੀ ਕਿ ਪਿਛਲੇ ਪੇਜ ਤੇ ਚੱਲਦੇ ਹਾਂ, ਕਿਉਂਕਿ ਆਪਾਂ ਨੂੰ ਇੱਥੋਂ ਲੱਭਿਆ ਸੀ ਜੀ ਇਹ ਆਪਣਾ ਪੁਰਾਣਾ। ਤਾਂ ਇਹ ਜਿਹੜੀ ਵੈਸੇ ਵੋਲਿਊਮ ਦੇ ਵਿੱਚ ਕੰਟੈਂਟ ਬਹੁਤ ਹੁੰਦਾ ਤੇ ਇਹਦੇ ਕੁਐਸਚਨ ਕਈ ਬਹੁਤ ਜ਼ਿਆਦਾ ਗੈਪ ਦੇ ਉੱਪਰ ਪਾਏ ਪਏ ਹੁੰਦੇ ਆ। ਆਪਾਂ ਨੂੰ ਇੱਥੋਂ ਲੱਭਿਆ ਸੀ, ਇਹਦਾ ਮਤਲਬ ਆਪਾਂ ਨੂੰ ਗਾਂਹ ਜਾ ਕੇ ਦੇਖਣਾ ਪੈਣਾ। ਸਕੈਨਿੰਗ ਸਪੀਡ ਆਪਦੀ ਥੋੜੀ ਜਿਹੀ ਫਾਸਟ ਕਰੋ ਜੀ। ਜੇ ਤੁਸੀਂ ਦੇਖੋ ਤਾਂ ਇੱਥੇ ਹੋਰ ਹੀ ਚੀਜ਼ਾਂ ਦੀ ਗੱਲ ਹੋਈ ਜਾਂਦੀ ਹੈ, ਹਿਊਮਨ ਐਕਟੀਵਿਟੀ ਦੀ, ਕਿਤੇ ਵੋਟ ਦੇ ਕਿਸੇ ਸਬੂਤ ਨੂੰ ਲੈ ਕੇ ਗੱਲ ਨਹੀਂ ਕੀਤੀ। ਅੱਗੇ ਜਾ ਕੇ ਤੁਸੀਂ ਕਹੋਗੇ ਫਿਜ਼ੀਕਲ ਫਾਰਮ ਦੀਆਂ ਗੱਲਾਂ ਕਰੀ ਜਾਂਦੇ, ਇੰਗਲੈਂਡ ਦੀਆਂ। ਪਹਿਲੀ ਲਾਈਨ ਚੋਂ ਅੰਦਾਜ਼ਾ ਲਾ ਲਿਆ ਕਰੋ ਕਿਹੜੀਆਂ ਚੀਜ਼ਾਂ ਦੀ ਗੱਲ ਕੀਤੀ। ਸੀ ਲੈਵਲ ਦੀ ਗੱਲ ਕੀਤੀ ਹੈ ਜੀ। ਹੁਣ ਛੱਡ ਕੇ ਜੇ ਪੜਿਆ ਕਰੋ ਜੀ, ਤੁਸੀਂ ਇੱਕ ਵਰਡ ਪੜੋਗੇ ਤੁਹਾਡਾ ਟਾਈਮ ਵੇਸਟ ਹੋਊਗਾ ਜੀ। ਲੈਂਡ ਦੀ ਗੱਲ ਕਰੀ ਜਾਂਦੇ ਆ, ਕੋਈ ਕੈਨਲ ਜਿਹੜੀ ਹੁੰਦੀ ਆ, ਜਿਹੜੀ ਯਾਨੀ ਕਿ ਜਿਹਦੇ ਵਿੱਚ ਪਾਣੀ ਵਗੈਰਾ ਵਹਿੰਦਾ ਹੁੰਦਾ, ਉਹਦੀ ਗੱਲ ਕਰੀ ਜਾਂਦੇ ਜੀ। ਬ੍ਰਿਟੇਨ ਦੀ, ਹਾਲੇ ਤੱਕ ਵੋਟ ਦੇ ਕਿਸੇ ਸਬੂਤ ਦੀ ਗੱਲ ਹੀ ਨਹੀਂ ਕੀਤੀ। ਤਾਂ ਇੱਥੇ ਹੁਣ ਕਿਹੜੇ ਬੱਚੇ ਦਾ ਟਾਈਮ ਸੇਵ ਹੋਊਗਾ? ਜਿਹੜੇ ਬੱਚੇ ਦੀ ਸਕੈਨਿੰਗ ਬਹੁਤ ਵਧੀਆ ਤੇ ਤੇਜ਼ ਆ, ਜਿਹਦੀ ਸਕੈਨ, ਜਿਹਨੂੰ ਪਤਾ ਕਿ ਹਲੇ ਹੋਰ ਹੀ ਗੱਲਾਂ ਕਰੀ ਜਾਂਦੇ ਆ, ਪ੍ਰੀ ਹਿਸਟੋਰਿਕ ਦੀ ਗੱਲ ਕਰਨ ਲੱਗੇ ਜੀ। ਮੇਜਰ ਥੀਮ ਇੱਕ ਕੰਟਰੀਬਿਊਟਿੰਗ ਫੈਕਟਰ ਆ ਕੋਈ, ਫਿਰ ਸੀ ਲੈਵਲ ਦੇ ਵਿੱਚ ਰਾਈਜ਼ ਹੋਈ ਜਾਂਦਾ ਜੀ। ਫਿਰ ਇੱਥੇ ਓਕੇ ਰਿਸਰਚ ਕਿਤੇ ਵੀ ਇੱਥੇ, ਹਾਂਜੀ ਕੋਸਟ ਲਾਈਨ ਹਿਸਟਰੀਜ਼ ਦੀ ਗੱਲ ਕਰੀ ਜਾਂਦੇ ਆ। ਬੋਟ ਦੇ ਜੇ ਤੁਸੀਂ ਕੀਵਰਡ ਵੀ ਆਪਣੇ ਮਾਈਂਡ 'ਚ ਰੱਖੋ ਤਾਂ ਬੋਟ ਨੂੰ ਹੋਰ ਕੀ ਕਹਿ ਦਿੰਦੇ ਆ ਜੀ। ਤੁਸੀਂ ਇੱਕ ਲਿਸਨਿੰਗ ਦੇ ਵਿੱਚ ਵਰਡ ਦੇਖਿਆ ਹੋਊਗਾ ਕੈਨੋਏ ਵੀ ਚਲੋ ਇੱਕ ਕਿਸ਼ਤੀ ਵਗੈਰਾ ਨੂੰ ਕਹਿ ਦਿੰਦੇ ਆ। ਵੈਸੇ ਸ਼ਿਪ ਨਹੀਂ ਕਹਿ ਸਕਦੇ, ਸ਼ਿਪ ਤੇ ਬੋਟ ਵਿੱਚ ਬਹੁਤ ਫਰਕ ਹੁੰਦਾ। ਚਲੋ ਰੀਡਿੰਗ ਕੁਝ ਵੀ ਕਰ ਸਕਦੀ ਹੈ, ਤੁਸੀਂ ਸ਼ਿਪ ਵਰਡ ਵੀ ਆਪਣੇ ਮਾਈਂਡ 'ਚ ਰੱਖ ਲਓ ਜੀ, ਠੀਕ ਹੈ ਨਾ। ਇੱਕ ਕੀਵਰਡ ਹੁੰਦਾ ਫੇਰੀ ਵੀ ਕਹਿ ਦਿੰਦੇ ਆ ਜੀ ਇਹਨੂੰ, ਜਿਹੜੀਆਂ ਬੋਟ ਵਗੈਰਾ ਹੁੰਦੀਆਂ ਜੀ। ਆਹ ਵਾਲੇ ਕੀਵਰਡ ਦੇ ਵਿੱਚੋਂ ਇੱਕ ਵਰਡ ਹੋ ਸਕਦਾ ਜੀ, ਬਟ ਹਾਲੇ ਤਾਂ ਆਪਾਂ ਨੂੰ ਵੈਸੇ ਨਹੀਂ ਕੁਝ ਦਿਖ ਰਿਹਾ ਜੀ। ਹਾਲੇ ਤਾਂ ਗੱਲ ਹੀ ਆ ਸੀ ਲੈਵਲ ਦੀ ਗੱਲ ਕਰੀ ਜਾਂਦੇ ਆ ਜੀ। ਅੱਗੇ ਜਾ ਕੇ ਉਹ ਕੋਸਟਲ ਜ਼ੋਨ ਦੀ ਗੱਲ ਕਰਨ ਲੱਗੇ ਤਾਂ ਦੇਖੋ ਤੁਹਾਡੇ ਸਾਹਮਣੇ ਆ ਵੀ ਕਿੰਨਾ ਜ਼ਿਆਦਾ ਗੈਪ ਪਾਇਆ ਪਿਆ। ਹੁਣ ਫਾਈਨਲ ਦੇ ਵਿੱਚ ਗੈਪ ਤੇ ਦੇਖੋ ਕਈ ਬੱਚਿਆਂ ਨੂੰ ਤਾਂ ਵੈਸੇ ਹੀ 2 ਪੈਰੇ ਦੇਖ ਕੇ ਛੱਡ ਦੇਣਾ ਹੁੰਦਾ ਉਹਨੂੰ, ਬਟ ਜਿਹੜੇ ਬੱਚੇ ਦੀ ਸਕੈਨਿੰਗ ਸਪੀਡ ਬਹੁਤ ਤੇਜ਼ ਆ ਜੀ, ਉਹ ਬੱਚੇ ਤੱਕ ਉਹ ਪਹੁੰਚ ਸਕਦੇ ਇਹਦੇ ਤੱਕ। ਤਾਂ ਦੇਖੋ ਇੱਥੇ ਹੋਰ ਹੀ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਪਈਆਂ, ਲੈਂਡ ਸਾਈਟ ਦੀਆਂ, ਕੋਸਟਲ ਜ਼ੋਨ ਦੀਆਂ ਗੱਲਾਂ ਕੀਤੀਆਂ ਪਈਆਂ। ਫਿਜ਼ੀਕਲ এনवायरमेंट ਨਹੀਂ ਜੀ, ਹਾਲੇ ਤੱਕ ਕੋਈ ਵੀ ਇਦਾਂ ਦੀ ਕੋਈ ਗੱਲ ਨਹੀਂ ਆਈ ਜੀ ਆਪਣੇ ਕੋਲੇ ਜਿਹਦੇ ਵਿੱਚ ਕਿਤੇ ਵੋਟ ਦੇ ਬਾਰੇ ਜਾਂ ਕੋਈ ਚੀਜ਼ਾਂ ਦੀ ਗੱਲ ਕੀਤੀ ਪਈ। ਹਿਊਮਨ ਐਕਸਪਲੋਇਟੇਸ਼ਨ ਦੀਆਂ ਗੱਲਾਂ ਆ ਗਈਆਂ ਤੇ ਫਿਰ ਹਿਊਮਨ ਐਕਸਪਲੋਇਟੇਸ਼ਨ ਗਾਂ ਇਹਨਾਂ ਨੇ ਫਲੋ ਕਰਵਾ ਲਈ ਜੀ। ਡਾਇਵਰਸ ਨਹੀਂ ਜੀ, ਤਾਂ ਹਿਊਮਨ ਲਾਈਫ ਸੀ ਦੀ ਗੱਲ ਕਰੀ ਜਾਂਦੇ ਜੀ। ਕੋਸਟਲ ਨਹੀਂ ਜੀ। ਤੁਹਾਨੂੰ ਜੇ ਕਿਤੇ ਮਿਲੇ ਤਾਂ ਤੁਸੀਂ ਇੱਕ ਵਾਰੀ ਦੇਖਿਓ ਜਰੂਰ, ਜੇ ਮੈਂ ਕਿਤੇ ਬਾਈ ਚਾਂਸ ਲੋਕੇਸ਼ਨ ਨੂੰ ਛੱਡ ਜਾਵਾਂ ਤਾਂ ਅੱਗੇ ਜਾ ਕੇ ਆ ਦੇਖੋ ਜੀ, ਆ ਸਬੂਤ ਆ ਤੁਹਾਡਾ ਤੇ ਆ ਪਿਆ ਤੁਹਾਡਾ ਵੋਟ। ਤਾਂ ਹੁਣ ਤੁਸੀਂ ਗੈਪ ਦੇਖੋ ਜੀ ਇਹਦੇ ਵਿੱਚ ਕਿੰਨਾ। ਤੁਹਾਡਾ ਜਿਹੜਾ ਪੁਰਾਣਾ ਕੁਐਸਚਨ ਸੀਗਾ ਉਹ ਪੈਰਾਗ੍ਰਾਫ ਬੀ ਦੀ ਸਟਾਰਟਿੰਗ 'ਚ ਪਿਆ ਵਾ ਜੀ, ਤੇ ਜਿਹੜਾ ਤੁਹਾਡਾ ਨੈਕਸਟ ਕੁਐਸਚਨ ਆ ਤੇ ਹੁਣ ਤੁਸੀਂ ਗੈਪ ਦੇਖੋ ਇਹਦੇ ਵਿੱਚ ਕਿੰਨਾ ਜੀ। ਇਹਦੇ ਵਿੱਚ ਹੁਣ ਇੱਕ ਹੀ ਚੀਜ਼ ਹੈ, ਮੈਂ ਤੁਹਾਨੂੰ ਤਾਂ ਕਹਿਣਾ ਹੁੰਦਾ ਕਿ ਫਾਈਨਲ 'ਚ ਵੈਸੇ ਤਾਂ ਇਦਾਂ ਦੀ ਚੀਜ਼ ਹੁੰਦੀ ਨਹੀਂਗੀ ਜੀ। ਤੁਸੀਂ ਸਾਰੇ ਜਾਣੇ ਬਾਅਦ ਚੋਂ ਕੀ ਕਰਕੇ ਦੇਖਿਓ, ਜਿਹੜੀ ਇਹ ਰੀਡਿੰਗ ਹੈ ਨਾ, ਇਹ ਰੀਡਿੰਗ ਦਾ ਜਿਹੜਾ ਥਰਡ ਪੈਸੇਜ ਆ, ਇਹ ਰੀਡਿੰਗ ਦਾ ਥਰਡ ਪੈਸੇਜ ਮੈਂ ਤੁਹਾਨੂੰ ਦਿਖਾਉਣਾ ਵਾ। ਆ ਇਹਦਾ ਥਰਡ ਪੈਸੇਜ ਹੈ ਜੀ, ਆਹ ਵਾਲਿਆਂ ਦਾ ਥਰਡ ਪੈਸੇਜ ਆ ਟਰੈਵਲ ਬੁੱਕਸ। ਤੇ ਇਹਦਾ ਥਰਡ ਪੈਸੇਜ 6 ਜਨਵਰੀ ਨੂੰ ਖਣੀ 8 ਨੂੰ ਜਿਹੜਾ ਪੇਪਰ ਸੀ, 6 ਜਾਂ 8 ਜਨਵਰੀ ਚੋਂ ਇੱਕ ਨੂੰ ਪੇਪਰ ਸੀਗਾ, ਤਾਂ ਉਹਦੇ ਵਿੱਚ ਰਿਪੀਟ ਹੋਇਆ ਤੇ ਫਾਈਨਲ ਜਾਨੀ ਕਿ ਲਾਸਟ ਪੈਰਾਗ੍ਰਾਫ ਸੀਗਾ ਇਹ 6 ਜਨਵਰੀ ਵਾਲੇ ਪੇਪਰ ਨੂੰ ਲਾਸਟ ਪੈਰਾਗ੍ਰਾਫ ਸੀਗਾ। ਤੇ ਮੈਂ ਤੁਹਾਨੂੰ ਇਹ PDF ਸੈਂਡ ਕਰੂੰਗਾ, ਤੁਸੀਂ ਇਹ ਲਾਸਟ ਪੈਰਾਗ੍ਰਾਫ ਕਰਕੇ ਦੇਖਣਾ ਤੇ ਬਾਅਦ ਚੋਂ ਮੈਨੂੰ ਸਕੋਰ ਦੱਸਣੇ ਵੀ ਤੁਹਾਡੇ ਕਿੰਨੇ ਆਏ ਇਹਦੇ ਵਿੱਚ, ਸਿਰਫ ਲਾਸਟ ਪੈਰੇ ਚੋਂ ਤੁਹਾਨੂੰ ਪਤਾ ਲੱਗ ਜੂ ਕਿ ਫਾਈਨਲ ਲੈਵਲ ਕਿੱਦਾਂ ਦਾ ਸੀਗਾ, ਥਰਡ ਪੈਰਾ ਉਹਦੇ ਵਿੱਚ ਕਿੱਦਾਂ ਦਾ ਸੀਗਾ। ਇਹ 6 ਜਨਵਰੀ ਨੂੰ ਰਿਪੀਟ ਹੋਇਆ ਜੀ। ਹਾਂਜੀ, ਤਾਂ ਹੁਣ ਆਪਾਂ ਜਾ ਕੇ ਦੇਖਦੇ ਹਾਂ ਜੀ ਪੈਸੇਜ ਦਾ ਜਿਹੜਾ ਉਹ ਕੀ ਕਹਿੰਦਾ ਵਾ ਜੀ ਉਹਦੇ ਬਾਰੇ। ਚਲੋ ਜੀ ਜਾ ਕੇ ਦੇਖਦੇ ਆਪਾਂ। ਅੱਛਾ, ਹੁਣ ਆਪਾਂ ਜੇ ਇੱਥੋਂ ਪੜ੍ਹੀਏ ਜੀ, ਆਪਾਂ ਇਹਨੂੰ ਕੀ ਕਰਾਂਗੇ ਹੁਣ ਧਿਆਨ ਨਾਲ ਦੇਖਿਓ ਜੀ। ਇੱਥੇ ਹੁਣ 2 ਤਰੀਕੇ ਆ ਤੁਹਾਡੇ ਕੋਲੇ ਜਿਹੜੇ ਮੈਂ ਤੁਹਾਨੂੰ ਹਮੇਸ਼ਾ ਕਹਿਣਾ ਹੁੰਦਾ। ਦੇਖੋ ਹੁਣ ਰਾਈਟਰ ਨੇ ਤਾਂ ਸਿਰਫ ਇੰਨੀ ਗੱਲ ਹੀ ਕਹੀ ਹੈ ਜੀ
ਕਹਿੰਦਾ ਜੀ ਜਿਹੜਾ ਪੈਸੇਜ ਆ ਉਹ ਵੋਟ ਦੇ ਐਵੀਡੈਂਸ ਨੂੰ ਲੈ ਕੇ ਯਾਨੀ ਕਿ ਪੈਸੇਜ ਦਾ ਕੀ ਕਹਿਣਾ ਵਾ। ਹੁਣ ਨੈਚੁਰਲ ਦੀ ਗੱਲ ਆ ਕਿ ਇਹ ਤੁਹਾਡਾ ਆਹ ਵਾਲੇ ਪੈਰੇ ਦੇ ਵਿੱਚ ਆਨਸਰ ਪਿਆ ਵਾ। ਹੁਣ ਦੇਖੋ ਕਈ ਬੱਚੇ ਹੁੰਦੇ ਆ ਜਿਹੜੇ ਇਹਨੂੰ ਸਾਰਾ ਹੀ ਪੜ ਜਾਂਦੇ ਆ ਜੀ ਲਾਸਟ ਤੱਕ, ਉਹ ਫਿਰ ਜਾਂਦੇ ਜਾਂਦੇ ਕੀ ਹੋ ਜਾਂਦਾ, ਉਹ ਬੱਚਿਆਂ ਨੂੰ ਅੱਧੀਆਂ ਚੀਜ਼ਾਂ ਭੁੱਲ ਵੀ ਜਾਂਦੀਆਂ ਤੇ ਮਿਕਸ ਵੀ ਹੋ ਜਾਂਦੀਆਂ। ਮੈਂ ਤੁਹਾਨੂੰ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਤੁਹਾਨੂੰ ਇਦਾਂ ਦੀ ਕੋਈ ਨੌਬਤ ਆਉਂਦੀ ਹੈ ਜਿਹਦੇ ਵਿੱਚ ਤੁਹਾਨੂੰ ਅਜੇ ਪਤਾ ਨਹੀਂ ਵੀ ਇਹ ਕਿੰਨਾ ਕੁ ਕਵਰ ਹੋਣਾ ਵਾ ਪੈਰਾ, ਤਾਂ ਤੁਸੀਂ ਉਹਨੂੰ 2 ਤੋਂ 3 ਹਿੱਸਿਆਂ ਦੇ ਵਿੱਚ ਵੰਡ ਸਕਦੇ ਹੋ ਜੀ। ਤੁਸੀਂ ਐਵੇਂ ਸਾਰਾ ਪੜ੍ਹੀ ਚੱਲੋ, ਤੁਹਾਨੂੰ ਪਤਾ ਲੱਗੇ ਵੀ ਆਨਸਰ ਤਾਂ ਸਟਾਰਟਿੰਗ ਦੇ ਵਿੱਚ ਹੀ ਸੀਗਾ, ਨੀਚੇ ਵਾਲਾ ਪੜ੍ਹਿਆ ਤਾਂ ਮੇਰਾ ਸਾਰਾ ਵੇਸਟ ਹੀ ਗਿਆ, ਤਾਂ ਆਪਾਂ ਇਹਨੂੰ ਬਾਲਾ ਨਹੀਂ ਪੜਾਂਗੇ, ਆਪਾਂ ਇਹਨੂੰ ਥੋੜਾ ਥੋੜਾ ਪੜ੍ਹ ਕੇ ਜਾਵਾਂਗੇ ਜੀ ਉੱਧਰ। ਚਲੋ ਜੀ ਜਾ ਕੇ ਦੇਖਦੇ ਜੀ ਆਪਾਂ। ਕਹਿੰਦੇ ਜਿਹੜਾ ਮੋਸਟ ਸਟਰਾਈਕਿੰਗ ਐਵੀਡੈਂਸ ਹੈ ਜੀ, ਕਹਿੰਦੇ ਸਭ ਤੋਂ ਸਟਰਾਈਕਿੰਗ ਐਵੀਡੈਂਸ, ਪਹਿਲੀ ਗੱਲ ਤਾਂ ਆਪਾਂ ਨੂੰ ਸ਼ਾਇਦ ਸਟਾਰਟਿੰਗ ਚ ਹੀ ਲੱਭ ਜੇ, ਜਿਹੜਾ ਸਭ ਤੋਂ ਵਧੀਆ ਕਹਿੰਦੇ ਸਬੂਤ ਹੈ ਜੀ, ਕਹਿੰਦੇ ਕਿਹਦੇ ਬਾਰੇ, ਫॉर द यूज ऑफ द सी इन द फॉर्म ऑफ द बोट्स, yet ਕਹਿੰਦੇ ਸਭ ਤੋਂ ਜਿਹੜਾ ਮੋਸਟ ਸਟਰਾਈਕਿੰਗ ਐਵੀਡੈਂਸ ਆ ਉਹ ਕਿਹੜਾ ਵਾ ਜੀ, ਉਹ ਹੈਗਾ ਕਿ ਯਾਨੀ ਕਿ ਬੋਟ ਦੀ ਫਾਰਮ ਦੇ ਵਿੱਚ ਯੂਜ਼ ਕਰਨਾ ਸਮੁੰਦਰ ਨੂੰ। ਪਰ ਕਹਿੰਦੇ ਜੋ ਇੱਥੇ ਦੇਖੋ ਆਹ ਵਾਲੇ ਵਰਡ ਜਿਹੜੇ ਹੁੰਦੇ ਆ ਇਹ ਤੁਹਾਨੂੰ ਆਨਸਰ ਦਿੰਦੇ ਹੁੰਦੇ ਜੀ, ਕਈ ਵਾਰੀ ਕੋਈ ਨਾ ਕੋਈ ਚੀਜ਼ ਕੰਟਰਾਡਿਕਟ ਹੋਈਆਂ ਹੁੰਦੀਆਂ ਜੀ ਉੱਥੇ। ਕਹਿੰਦੇ yet we still have much to learn, ਕਹਿੰਦੇ ਪਰ ਹਲੇ ਵੀ ਆਪਾਂ ਨੂੰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ ਜੀ। still we have much to learn about the production and use, ਹਲੇ ਵੀ ਆਪਾਂ ਨੂੰ ਪ੍ਰੋਡਕਸ਼ਨ ਤੇ ਯੂਜ਼ ਦੇ ਬਾਰੇ ਸਿੱਖਣ ਦੀ ਲੋੜ ਆ। ਇਹਦਾ ਮਤਲਬ ਕੀ ਨਿਕਲਿਆ, ਇਹਦਾ ਮਤਲਬ ਕਿ ਹਲੇ ਆਪਾਂ ਨੂੰ ਬਾਲੀਆਂ ਚੀਜ਼ਾਂ ਪਤਾ ਨਹੀਂ ਗੀਆਂ। ਮੋਸਟ ਆਫ ਦਾ ਨੋਨ ਰੈਕ, ਜ਼ਿਆਦਾਤਰ ਜਿਹੜੇ ਆਪਾਂ ਨੂੰ ਕਹਿੰਦੇ ਰੈਕ ਦੇ ਬਾਰੇ ਪਤਾ ਵਾ, ਕੋਸਟਲ ਦੇ ਜਿਹੜੇ ਆਸੇ ਪਾਸੇ ਆ, ਆਰ ਨੋਟ ਅਨਐਕਸਪੈਕਟਡਲੀ ਆਫ ਦਾ ਪੋਸਟ, ਉਹ ਕਹਿੰਦੇ ਮੈਡੀਵੀਅਲ ਡੇਟ, ਉਹ ਕਹਿੰਦੇ ਜੀ ਪੋਸਟ ਮੈਡੀਵੀਅਲ ਡੇਟ ਦੇ ਨਹੀਂਗੇ ਉਹ, ਤੇ ਉਹ ਆਪਾਂ ਨੂੰ ਓਪਰਚੁਨਿਟੀ ਦਿੰਦੇ ਆ ਕਾਦੀ, ਜਾਨੀ ਕਿ ਰਿਸਰਚ ਕਰਨ ਦੀ, which has yet been little used, ਜਿਹੜੀ ਚੀਜ਼ ਹਲੇ ਤੱਕ ਬਹੁਤ ਘੱਟ ਯੂਜ਼ ਹੋ ਚੁੱਕੀ ਆ। ਤਾਂ ਮੈਂ ਹਲੇ ਤੱਕ ਇੰਨਾ ਕੀ ਪੜ੍ਹ ਕੇ ਜਾਊਂਗਾ ਜੀ। ਹੁਣ ਦੇਖੋ ਇਹ ਪੈਰੇ ਨੇ ਕੀ ਕਿਹਾ ਵਾ ਵੋਟ ਦੇ ਸਬੂਤ ਦੇ ਬਾਰੇ, ਇਹਦਾ ਕੀ ਕਹਿਣਾ ਵਾ। ਇਹ ਪੈਰਾ ਆਪਾਂ ਨੂੰ ਕਹੀ ਜਾਂਦਾ ਜੀ ਹਲੇ ਤੱਕ ਆਪਾਂ ਨੂੰ ਬਹੁਤ ਘੱਟ ਚੀਜ਼ਾਂ ਪਤਾ ਵਾ, ਆਪਣੇ ਕੋਲ ਜਿਹੜੀ ਜਾਣਕਾਰੀ ਆ ਹਲੇ ਤੱਕ ਬਹੁਤ ਘੱਟ ਆ। ਜ਼ਿਆਦਾਤਰ ਜਿਹੜੀਆਂ ਰੈਕਸ ਨੂੰ ਆਪਾਂ ਜਾਣਦੇ ਆ ਉਹ ਕਹਿੰਦੇ ਉਹਦੀਆਂ ਹੈ ਹੀ ਨਹੀਂ ਗੀਆਂ ਜੀ, ਨੋਟ, ਉਹ ਪੋਸਟ ਮੈਡੀਵੀਅਲ ਡੇਟ ਦੀਆਂ ਹੈ ਹੀ ਨਹੀਂ ਆ। ਇਹਦਾ ਮਤਲਬ ਆਪਣੀ ਜਿਹੜੀ ਜਾਣ ਹੈਲੋ, ਮੇਰੀ ਆਵਾਜ਼ ਸੁਣ ਰਹੀ ਜੀ ਸਾਰਿਆਂ ਨੂੰ? ਹੈਲੋ, ਮੇਰੀ ਆਵਾਜ਼ ਸੁਣ ਰਹੀ ਜੀ ਸਾਰਿਆਂ ਨੂੰ? ਆਵਾਜ਼ ਸੁਣ ਰਹੀ ਹੈ? ਸਰ ਹਾਂ, ਉਹ ਐਕਚੁਅਲ ਨਾ ਜਾਣੀ ਕਿ ਨੈਟਵਰਕ ਇਸ਼ੂ ਵਿੱਚ ਆ ਗਿਆ ਸੀ ਤਾਂ ਕਰਕੇ ਵਾਈਫਾਈ ਕੱਟ ਗਿਆ ਸੀਗਾ। ਹਾਂਜੀ ਚਲੋ ਕੋਈ ਨਾ, ਉੱਥੇ ਚੱਲਦੇ ਆਪਾਂ, ਧਿਆਨ ਨਾਲ ਦੇਖਿਓ ਜੀ ਹੁਣ ਸਾਰਿਆਂ ਨੇ, ਫੋਕਸ ਨਹੀਂ ਤੋੜਨਾ ਇੱਥੋਂ। ਤਾਂ ਸਕਰੀਨ ਸ਼ੋ ਕਰਦਾ ਜੀ ਮੈਂ ਤੁਹਾਨੂੰ, ਓਕੇ ਹਾਂਜੀ। ਤਾਂ ਧਿਆਨ ਨਾਲ ਦੇਖੋ, ਦੇਖੋ 100 ਦੇ ਵਿੱਚੋਂ ਜੀ 20% ਬੱਚੇ ਹੈਗੇ ਆ ਕਿ ਜਿਨ੍ਹਾਂ ਨੇ ਪਹਿਲਾਂ ਟਿਕ ਕਰ ਦੇਣਾ। ਹਾਲਾਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉਧਰ ਉਹ ਸਟਾਰਟਿੰਗ ਚੋਂ ਕਈ ਆਂਦੇ ਕਿ ਆਪਣੇ ਕੋਲੇ ਜਾਣਕਾਰੀ ਬਹੁਤ ਥੋੜੀ ਆ, ਤੇ ਇਹ ਕਈ ਆਂਦੇ ਵੀ ਆਪਣੇ ਕੋਲੇ ਕਾਫੀ ਜਾਣਕਾਰੀ ਹੈ ਜੀ। ਇਹ ਤਾਂ ਕੰਟਰਾਡਿਕਟ ਕਰ ਗਿਆ ਜੀ। ਹੁਣ ਤੁਸੀਂ ਮੈਨੂੰ ਦੱਸੋ ਵੀ ਜਿਹੜੀ ਆਪਸ਼ਨ ਕੰਟਰਾਡਿਕਟ ਕਰਦੀ ਹੁੰਦੀ ਹੈ ਤੁਸੀਂ ਉਹਨੂੰ ਟਿਕ ਕਰਦੇ ਹੁੰਦੇ ਹੋ ਜੀ ਕਦੇ, ਜਿਹੜੀ ਕੰਟਰਾਡਿਕਟ ਹੀ ਕਰ ਗਈ ਇੱਕ ਦੂਜੇ ਨਾਲ?
ਹਾਂਜੀ ਨਹੀਂ ਕਰਦੇ ਜੀ। ਤਾਂ ਇਹਦੇ ਵਿੱਚ ਤਾਂ ਆਪਾਂ ਇਹਨੂੰ ਕ੍ਰੋਸ ਲਾ ਦਾਂਗੇ ਨਾ। ਲੋ ਆ ਦੇਖੋ ਜੀ, ਤਾਂ ਅੱਗੇ ਜਾ ਕੇ ਦੇਖਿਓ ਕਹਿੰਦੇ ਜਿਹੜੀਆਂ ਕਹਿੰਦੇ ਕਾਫੀ ਆਦੇ ਬੋਰਡਸ ਡਿਸਕਵਰ ਹੋਈਆਂ ਸੀ ਜਿਹੜੀਆਂ, ਕਹਿੰਦੇ ਉਹ ਹਾਰਬਰ ਦੇ ਵਿੱਚੋਂ ਲੱਭੀਆਂ ਸੀ। ਹਾਲੇ ਤੱਕ ਕੋਈ ਗੱਲ ਕੀਤੀ ਏਦਾਂ ਦੀ? ਹਾਲੇ ਤੱਕ ਨਹੀਂ ਕੀਤੀ। ਅੱਗੇ ਜਾ ਕੇ ਕਹਿੰਦੇ ਜਿਹੜਾ ਯੂਜ਼ ਹੈ ਜੀ, ਕਹਿੰਦੇ ਬੋਰਡਸ ਦਾ ਹੈਜ਼ ਨਾਟ ਬੀਨ ਰਿਕਾਰਡਡ ਫॉर ਥਾਊਜ਼ੈਂਡਸ ਆਫ ਈਅਰ। ਹਾਲੇ ਤੱਕ ਕੋਈ ਗੱਲ ਕੀਤੀ ਜੀ ਏਦਾਂ? ਨੋ ਸਰ। ਕਹਿੰਦੇ ਬੋਟਸ ਕਹਿੰਦੇ ਯੂਜ਼ ਹੋਈਆਂ ਸੀਗੀਆਂ, ਕਹਿੰਦੇ ਜਾਨੀ ਕਿ ਬੋਟਸ ਓਕੇ ਵਰ ਫਸਟ ਯੂਜ਼ਡ ਫॉर ਫਿਸ਼ਿੰਗ, ਫਿਸ਼ਿੰਗ ਲਈ ਯੂਜ਼ ਹੋਈਆਂ ਸੀ। ਗੱਲ ਹੋਈ ਜੀ ਕੋਈ ਏਦਾਂ ਦੀ? ਨੋ ਸਰ। ਹਾਂ, ਹੁਣ ਇਹਦੇ ਵਿੱਚ ਕੀ ਹੈ ਜੀ, ਇਹਦੇ ਵਿੱਚ ਨਾ ਇੱਕ ਬੈਨੀਫਿਟ ਹੈ ਜੀ। ਇਹਦੇ ਵਿੱਚ ਇੱਕ ਬੈਨੀਫਿਟ ਇਹ ਹੋਇਆ ਕਿ ਜਦੋਂ ਹੀ ਮੈਨੂੰ ਪਤਾ ਲੱਗ ਗਿਆ ਕਿ ਮੇਰਾ ਸਟਾਰਟਿੰਗ ਦੇ ਵਿੱਚੋਂ ਆਨਸਰ ਨਹੀਂ ਹੈ, ਤਾਂ ਹੁਣ ਮੈਂ ਜ਼ਿਆਦਾ ਕਨਫਿਊਜ਼ ਨਹੀਂ ਹੋਊਂਗਾ, ਕਿਉਂਕਿ ਪਹਿਲੀਆਂ ਜਿਹੜੀਆਂ ਲਾਈਨਾਂ ਹੈਗੀਆਂ ਵਾ ਜੀ ਉਹ ਕੱਟੀਆਂ ਗਈਆਂ। ਹੁਣ ਜਿਵੇਂ ਇੱਕੋ ਸਾਹ 'ਚ ਹੀ ਸਾਰਾ ਪੜ ਜਾਂਦਾ ਤਾਂ ਸਾਰਾ ਕੁਝ ਮਿਕਸ ਹੋ ਜਾਣਾ ਸੀਗਾ ਜੀ। ਇਹਦਾ ਮਤਲਬ ਇੱਥੋਂ ਤੱਕ ਆਨਸਰ ਇਹਦਾ ਹੈ ਹੀ ਨਹੀਂ ਗਾ ਜੀ, ਤਾਂ ਆਪਾਂ ਨੂੰ ਥੋੜਾ ਮਿਡਲ ਤੱਕ ਪੜ੍ਹਨਾ ਪੈਣਾ, ਕਿਉਂਕਿ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਇੱਕ ਟ੍ਰੈਪ ਪਾਇਆ। ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਮਲਟੀਪਲ ਥੋੜੇ ਜਿਹੇ ਟਫ ਲੈਵਲ ਦੇ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਹੀ ਉਹ ਕੀਵਰਡ ਦਿੱਤੇ ਪਏ ਆ, ਤਾਂ ਕਿ ਬੱਚੇ ਨੂੰ ਮੱਲੋ ਮੱਲੀ ਬੱਚਾ ਇਹ ਸਮਝੇ ਕਿ ਸਟਾਰਟਿੰਗ ਚੋਂ ਆਨਸਰ ਆ। ਤੁਸੀਂ ਇਹ ਗੱਲ ਨੂੰ ਸਮਝੋ ਮਾੜਾ ਜਿਹਾ, ਤੁਹਾਨੂੰ ਸਟਾਰਟਿੰਗ ਤੋਂ ਕੀਵਰਡ ਕਾਹਤੋਂ ਦਿੱਤੇ ਪਏ ਆ ਜੀ, ਤਾਂ ਕਿ ਇਹ ਲੱਗੇ ਕਿ ਸਟਾਰਟਿੰਗ ਚ ਆਨਸਰ ਹੈਗਾ ਵਾ, ਬਟ ਆਨਸਰ ਗਾਂ ਜਾ ਕੇ ਆ ਜੀ ਥੋੜਾ ਜਿਹਾ। ਹੁਣ ਦੇਖੋ ਫਾਈਨਲ ਦੇ ਵਿੱਚ ਇੱਥੇ ਕੋਈ ਸਟ੍ਰੈਟਜੀ ਨਹੀਂ ਕੰਮ ਕਰ ਸਕਦੀ, ਤੁਹਾਨੂੰ ਹੁਣ ਥੋੜਾ ਮਿਡਲ ਪੋਰਸ਼ਨ ਪੜ੍ਹਨਾ ਪੈਣਾ ਜੀ। ਬਟ ਆਪਾਂ ਨੀਚੇ ਦਾ ਨਹੀਂ ਜੇ ਪੜਾਂਗੇ, ਪਹਿਲਾਂ ਆਪਾਂ ਜੇ ਮਿਡਲ ਪੋਰਸ਼ਨ ਹੀ ਪੜਾਂਗੇ। ਕੀ ਕਹਿੰਦੇ ਜੀ, ਇੱਥੋਂ ਤੱਕ ਆਪਾਂ ਨੂੰ ਜਾਣਕਾਰੀ ਜਿਹੜੀ ਸਾਰੀ ਹੈਗੀ ਆਪਣੇ ਮਾਈਂਡ 'ਚ ਆ ਜੀ। ਕਹਿੰਦੇ ਪ੍ਰੀ ਹਿਸਟੋਰਿਕ, ਹਾਂਜੀ ਪ੍ਰੀ ਹਿਸਟੋਰਿਕ ਕਿਹੜੀਆਂ ਹੁੰਦੀਆਂ? ਹਿਸਟਰੀ ਤੋਂ ਪਹਿਲਾਂ ਵਾਲੀਆਂ ਚੀਜ਼ਾਂ ਜਿਹੜੀਆਂ ਪ੍ਰੀ ਹਿਸਟੋਰਿਕ 7 ਪਲੈਂਕ ਬੋਰਡਸ ਆ, ਕਹਿੰਦੇ ਜਿਹੜੀਆਂ ਆਹ ਬੋਰਡਸ ਹੀ ਆ ਜੀ, ਆਹ ਵਾਲੀਆਂ ਬੋਰਡਸ ਹੀ ਆ ਇੱਕ ਤਰ੍ਹਾਂ ਦੀ। ਕਿਹੜੀਆਂ ਪ੍ਰੀ ਹਿਸਟੋਰਿਕ 7 ਪਲੈਂਕ ਬੋਰਡਸ ਆ, ਜਿਵੇਂ ਕਿ ਕਹਿੰਦੇ ਸੱਚ ਐਸ ਦੋਜ਼ ਫਰੋਮ ਦਾ ਹੰਬਰ ਹਿਸਟਰੀ ਤੇ ਡੋਵਰ, ਆਹ ਕਿਸੇ ਜਗ੍ਹਾ ਵਗੈਰਾ ਦੇ ਪ੍ਰੋਪਰ ਨਾਉਨ ਵਗੈਰਾ ਲਿਖੇ ਆ ਜੀ। all seem to belong the second millennium BC, ਏਦਾਂ ਲੱਗਦਾ ਵਾ ਵੀ ਉਹ ਕਿਹਨੂੰ ਬਿਲੋਂਗ ਕਰਦੀਆਂ ਵਾ? ਸੈਕਿੰਡ ਮਿਲੀਨੀਅਮ ਓਕੇ BC ਨੂੰ, ਜਾਨੀ ਕਿ ਉਹ ਬਿਲੋਂਗ ਕਰਦੀਆਂ ਵਾ। ਕਹਿੰਦੇ ਇਦੋਂ ਬਾਅਦ ਚੋਂ ਕਹਿੰਦੇ there is a gap, ਬਾਅਦ ਚੋਂ ਕਹਿੰਦੇ ਜੀ ਗੈਪ ਆ ਇਹਦੇ ਵਿੱਚ ਰੈਕਡ ਦੇ ਵਿੱਚ ਆਫ ਏ ਮਿਲੀਨੀਅਮ। ਮਿਲੀਨੀਅਮ ਬਹੁਤ ਲੰਮਾ ਸਮਾਂ ਹੁੰਦਾ ਜੀ। ਕਹਿੰਦੇ ਜੀ ਧਿਆਨ ਨਾਲ ਦੇਖਿਓ, ਕਹਿੰਦੇ ਜੀ ਜਿਹੜੀਆਂ ਪ੍ਰੀ ਹਿਸਟੋਰਿਕ ਤੋਂ ਪਹਿਲਾਂ 7 ਪਲੈਂਕ ਬੋਰਡਸ ਹੈਗੀਆਂ ਵਾ, ਉਹ ਇਦਾਂ ਲੱਗਦਾ ਵਾ ਵੀ ਉਹ ਕਿਹਨੂੰ ਬਿਲੋਂਗ ਕਰਦੀਆਂ ਵਾ? ਸੈਕਿੰਡ ਮਿਲੀਨੀਅਮ ਓਕੇ BC ਨੂੰ। ਤੇ ਕਹਿੰਦੇ ਬਾਅਦ ਵਿੱਚ ਬਹੁਤ ਜ਼ਿਆਦਾ ਗੈਪ ਆ ਜੀ, ਕਹਿੰਦੇ ਸਮੇਂ ਦੇ ਵਿੱਚ ਬਹੁਤ ਗੈਪ ਆ ਗਿਆ ਬਾਅਦ ਚੋਂ, ਵਿਚ ਕਾਂਟ ਯੈਟ ਬੀ ਐਕਸਪਲੇਨਡ। ਉਹ ਸਮੇਂ ਬਾਰੇ ਪਤਾ ਹੀ ਨਹੀਂ ਆਪਾਂ ਨੂੰ ਜੀ, ਉਹ ਜਿਹੜਾ ਸਮਾਂ ਸੀਗਾ ਉਹਦੇ ਬਾਰੇ ਪਤਾ ਹੀ ਨਹੀਂ। ਬਿਫੋਰ ਬੋਰਡਸ ਰੀਅਪੀਅਰ, ਜਦੋਂ ਤੱਕ ਬੋਰਡਸ ਆਪਾਂ ਨੂੰ ਫਿਰ ਨਹੀਂ ਮਿਲੀਆਂ ਉਦੋਂ ਤੱਕ ਉਹ ਸਮੇਂ ਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਜੀ। ਤਾਂ ਮਿਡਲ ਪੋਰਸ਼ਨ ਕੀ ਕਹਿੰਦਾ ਵਾ? ਕਹਿੰਦਾ ਜੀ ਕੁਝ ਕੁ ਬੋਰਡਸ ਮਿਲੀਆਂ ਸੀਗੀਆਂ, ਉਹ ਤੋਂ ਪਤਾ ਲੱਗਿਆ ਵੀ ਉਹ ਸੈਕਿੰਡ BC ਦੀਆਂ ਸੀਗੀਆਂ। ਸੈਕਿੰਡ BC ਤੋਂ ਬਾਅਦ ਚੋਂ ਕਹਿੰਦੇ ਕਾਫੀ ਗੈਪ ਪਿਆ, ਤੇ ਆਪਾਂ ਉਹ ਗੈਪ ਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ, ਉਹਦੀ ਜਾਣਕਾਰੀ ਆਪਣੇ ਕੋਲੇ ਹੈ ਹੀ ਨਹੀਂ, ਜਦੋਂ ਤੱਕ ਆਪਾਂ ਨੂੰ ਦੁਬਾਰਾ ਫਿਰ ਬੋਰਡਸ ਮਿਲ ਨਹੀਂ ਗਈਆਂ। ਆਹ ਵਾਲਾ ਗੈਪ ਪਿਆ ਰਿਹਾ। ਚਲੋ ਜਾ ਕੇ ਹੁਣ ਮੈਚ ਕਰਦੇ ਹਾਂ ਜੀ, ਆਪਾਂ ਜਾ ਕੇ ਮੈਚ ਕਰਦੇ ਹਾਂ ਜੀ ਕਿ ਕੀ ਕੋਈ ਮੈਚ ਹੋਇਆ ਜੀ। ਅੱਛਾ, ਆਹ ਤਾਂ ਆਪਣਾ ਪਰਮਾਨੈਂਟ ਹੀ ਕੰਟਰਾਡਿਕਟ ਹੈ, ਇਹਦੇ ਤੋਂ ਆਪਾਂ ਖੋਲਾਂਗੇ ਨਹੀਂ ਚੀਜ਼। ਕਹਿੰਦੇ ਜ਼ਿਆਦਾਤਰ ਜਿਹੜੀਆਂ ਬੋਰਡਸ ਮਿਲੇ ਉਹ ਹਾਰਬਰ ਦੇ ਵਿੱਚ ਸੀਗੀਆਂ, ਕਿਤੇ ਨਹੀਂ ਗੱਲ ਹੋਈ ਨਾ ਹੀ ਹਾਰਬਰ ਲਿਖਿਆ ਜੀ, ਉੱਥੇ ਹੰਬਰ ਜ਼ਰੂਰ ਲਿਖਿਆ ਸੀ ਜੀ ਉਹਨਾਂ ਨੇ। ਕਹਿੰਦੇ ਜੀ ਕਹਿੰਦੀਆਂ ਯੂਜ਼ ਆਫ ਬੋਰਡਸ ਆ, ਕਹਿੰਦੇ ਹੈਵ ਨਾਟ ਬੀਨ ਰੈਕਡ, ਕਹਿੰਦੇ ਜੋ ਰੈਕਡ ਨਹੀਂ ਕੀਤਾ ਗਿਆ ਸੀਗਾ ਹਜ਼ਾਰਾਂ ਸਾਲਾਂ ਲਈ। ਉਹਨਾਂ ਨੇ ਵੀ ਕਿਹਾ ਕਿ ਸੈਕਿੰਡ BC ਤੋਂ ਬਾਅਦ ਚੋਂ ਬਹੁਤ ਲੰਮਾ ਗੈਪ ਪਿਆ, ਤੇ ਉਹ ਗੈਪ ਜਿਹੜਾ ਹੈਗਾ ਉਹਦਾ ਕਿਤੇ ਰੈਕਡ ਹੀ ਹੈ ਨਹੀਂਗਾ। ਤਾਂ ਆਹ ਵਾਲੀ ਚੀਜ਼ ਆਪਣੀ ਮੈਚ ਹੋਣ ਲੱਗ ਗਈ, ਆਹ ਵਾਲੀ ਚੀਜ਼ ਆਪਣੀ 90% ਮੈਚ ਹੋ ਗਈ ਇਹਦੇ ਨਾਲ। ਤੇ ਕਹਿੰਦੇ ਬੋਰਡਸ ਜੀ ਕਹਿੰਦੇ ਫਸਟ ਯੂਜ਼ ਹੋਈਆਂ ਸੀ ਫਿਸ਼ਿੰਗ ਲਈ, ਇੱਥੇ ਕਰਤਾ ਆਪਾਂ ਜੀ ਆਏ। ਤਾਂ ਹੁਣ ਮੈਨੂੰ ਯੈਸ ਔਰ ਨੋ ਦੱਸੋ ਕਿ ਆਨਸਰ ਕਿਹੜਾ ਵਜੀ ਜਾਂਦਾ ਫਿਰ? ਸੀ ਲੱਗ ਗਿਆ ਪਤਾ ਹੀ ਸਾਰਿਆਂ ਨੂੰ ਜੀ? ਤਾਂ ਆਨਸਰ ਆਪਣਾ ਹਾਂਜੀ ਕੀ ਹੈ? ਸੀ ਹੈ ਜੀ ਆਪਣਾ ਆਨਸਰ। ਤੇ ਤੁਸੀਂ ਸਾਰਾ ਨਹੀਂ ਪੜ੍ਹਨਾ ਜੀ, ਸਾਰੇ ਪੜ੍ਹਨ ਦੇ ਵਿੱਚ ਥੋੜਾ ਜਿਹਾ ਘਾਟਾ ਵਾ। ਆਪਾਂ ਆਹ ਵਾਲੇ ਤਾਂ ਪਰਮਾਨੈਂਟ ਹੀ ਕਰਤੇ ਸੀਗੇ ਜੀ, ਤੇ ਆਪਾਂ ਦੇਖਣਾ ਤੇ ਵੀ ਕਿਹੜੀ ਜਾਣਕਾਰੀ ਆਪਣੀ ਸਭ ਤੋਂ ਜ਼ਿਆਦਾ ਮੈਚ ਹੋ ਰਹੀ ਹੈ, ਤੇ ਮਿਡਲ ਵਾਲੇ ਹਿੱਸੇ ਨੇ ਆਹ ਵਾਲੀ ਚੀਜ਼ ਦਾ ਆਪਾਂ ਨੂੰ ਸਾਥ ਦਿੱਤਾ ਜੀ। ਇਹਦਾ ਮਤਲਬ ਇਹਦਾ ਆਨਸਰ ਸੀ ਹੈ ਜੀ। ਹੁਣ ਧਿਆਨ ਨਾਲ ਦੇਖਿਓ ਜੀ, ਲਾਸਟ ਵਾਲਾ ਥੋੜਾ ਜਿਹਾ ਹੋਰ ਟਫ ਆ। ਟਫ ਉਹ ਕਿਹੜੇ ਮਾਮਲੇ ਵਿੱਚ ਆ? ਉਹ ਆ ਸਕੈਨਿੰਗ ਦੇ ਵਿੱਚ ਟਫ ਜੀ, ਸਕੈਨਿੰਗ ਦੇ ਵਿੱਚ ਟਫ ਆਉ ਮਾੜਾ ਜਿਹਾ। ਤਾਂ ਧਿਆਨ ਨਾਲ ਦੇਖਿਓ ਜੀ, ਉਹਨਾਂ ਨੇ ਕੀ ਕਿਹਾ? what can be discovered from the air, ਹਵਾ ਦੇ ਵਿੱਚੋਂ ਕਹਿੰਦੇ
ਕੀ ਲੱਭਿਆ ਜਾ ਸਕਦਾ ਵਾ, what can be discovered। ਚਲੋ ਜੀ ਜਾ ਕੇ ਦੇਖਦੇ ਹਾਂ ਜੀ, ਸਕੈਨਿੰਗ ਕਰਦੇ ਹਾਂ। ਹੁਣ ਆਪਣੇ ਮਾਈਂਡ ਦੇ ਵਿੱਚ, ਇੱਕ ਸਟੂਡੈਂਟ ਦੇ ਮਾਈਂਡ ਦੇ ਵਿੱਚ ਕੀ ਜਾਊਗਾ ਜੀ, ਇੱਕ ਸਟੂਡੈਂਟ ਦੇ ਮਾਈਂਡ ਦੇ ਵਿੱਚ ਜਾਊਗਾ ਕਿ ਮੇਰਾ ਸਭ ਤੋਂ ਵੱਡਾ ਜਿਹੜਾ ਕੀਵਰਡ ਆ ਉਹ ਆਹ ਵਾਲਾ ਵਾ ਫਰੋਮ ਦਾ। ਹਾਲਾਂਕਿ ਫਾਈਨਲ ਦੇ ਵਿੱਚ ਹਰੇਕ ਰੀਡਿੰਗ ਏਦਾਂ ਨਹੀਂ ਕਰਦੀ ਹੁੰਦੀ, ਸਕੈਨਿੰਗ ਜ਼ਿਆਦਾ ਔਖੀ ਨਹੀਂ ਹੁੰਦੀ ਫਾਈਨਲ ਦੇ ਵਿੱਚ। ਤੁਹਾਡੇ ਵਿੱਚੋਂ ਐਗਜ਼ਾਮ ਦਿੱਤਾ ਸਾਰਿਆਂ ਨੇ, ਤੁਹਾਨੂੰ ਇਹ ਗੱਲ ਪਤਾ ਵਾ ਕਿ ਫਾਈਨਲ ਦੇ ਵਿੱਚ ਕੋਈ ਸਕੈਨ ਕਰਨਾ ਇੰਨਾ ਕੋਈ ਜ਼ਿਆਦਾ ਉਹ ਟਫ ਲੈਵਲ ਦੀ ਪੈਰਾਫਰੇਜ਼ਿੰਗ ਨਹੀਂ ਕਰਦੇ। ਚਲੋ ਜਾ ਕੇ ਦੇਖਦੇ ਹਾਂ ਜੀ। ਤੁਹਾਡੇ ਸਾਹਮਣੇ ਕੀਵਰਡ ਪਏ ਆ ਜੀ। ਤੁਹਾਡਾ ਜੋ ਹੈ ਜੀ ਲੋਕੇਸ਼ਨ ਉਹ ਇਹ ਆ ਕਿ ਹਵਾ ਦੇ ਵਿੱਚੋਂ ਕਿਹੜੀ ਚੀਜ਼ ਫਾਈਂਡ ਕੀਤੀ ਜਾ ਸਕਦੀ। ਤੁਸੀਂ ਗਾਂ ਜਾ ਕੇ ਦੇਖੋ ਤਾਂ ਹਾਲੇ ਤੱਕ ਆਹ ਪੈਰੇ ਵਿੱਚ ਅਜੇ ਤੱਕ ਬੋਰਡਸ ਦੀ ਗੱਲ ਹੀ ਵਧਾਈ ਹੈ ਜੀ। ਪ੍ਰੀ ਮਾਡਰਨ ਸੁਸਾਇਟੀ, ਫਰਦਰ ਰਿਸਰਚ ਦੀ ਗੱਲਾਂ ਕੀਤੀਆਂ ਜੀ ਉਹਨਾਂ ਨੇ, ਤਾਂ ਆਹ ਵਾਲੀਆਂ ਚੀਜ਼ਾਂ ਦੀਆਂ ਗੱਲਾਂ ਹੀ ਕੀਤੀਆਂ ਜੀ। ਤਾਂ ਇਹਦਾ ਮਤਲਬ ਇੱਥੇ ਆਨਸਰ ਹੈ ਨਹੀਂ ਗਾ ਜੀ ਆਪਣਾ। ਆਪਾਂ ਇਹ ਦੇਖਣਾ ਕਿ ਹਵਾ ਦੇ ਵਿੱਚੋਂ ਕਿਹੜੀ ਚੀਜ਼ ਫਾਈਂਡ ਕੀਤੀ ਜਾ ਸਕਦੀ ਹੈ ਜੀ। ਇੱਥੇ ਗੱਲ ਕੀਤੀ ਬੋਟਸ ਨੀਡ, ਯਾਨੀ ਕਿ ਲੈਂਡਿੰਗ ਪਲੇਸ, ਬੋਟਸ ਨੂੰ ਲੈਂਡਿੰਗ ਪਲੇਸ ਦੀ ਲੋੜ ਆ। ਇਹਦਾ ਮਤਲਬ ਆ ਸਾਰਾ ਪੈਰਾ ਹੁਣ ਲੈਂਡਿੰਗ ਪਲੇਸ ਦੇ ਬਾਰੇ ਜਾਣਕਾਰੀ ਦਊਗਾ। ਕਿਤੇ ਕਿਤੇ ਟੌਪਿਕ ਸੈਂਟੈਂਸ ਦੇਖਣਾ ਵੀ ਬਹੁਤ ਜ਼ਰੂਰੀ ਹੁੰਦਾ, ਤੇ ਲਿਖਿਆ ਪਿਆ ਲੀਵਿੰਗ ਲਿਟਲ, ਥੋੜੀ ਜਿਹੀ ਜਗ੍ਹਾ ਬਾਈ ਦੀ, ਇਦਾਂ ਦੀਆਂ ਗੱਲਾਂ ਕੀਤੀਆਂ ਹੋਣਗੀਆਂ। ਸਾਰੀ ਲਾਈਨ ਨਹੀਂ ਪੜ ਰਹੇ, ਜਸਟ ਆਪਣਾ ਮਾਈਂਡ ਕਨੈਕਟੀਵਿਟੀ ਕਰ ਰਿਹਾ ਜੀ। ਹਵਾ ਦੀ ਕੋਈ ਇੱਥੇ ਗੱਲ ਨਹੀਂ ਹੋਈ ਜੀ। ਮੈਨੀ ਪੋਰਟਸ ਆ ਕਹਿੰਦੇ ਹਾਰਬਰ ਦੇ, ਕਹਿੰਦੇ ਜੀ ਵਰ ਬਿਲਟ ਬਣਾਏ ਗਏ ਸੀਗੇ ਉਹ। ਇੱਥੇ ਹੁਣ ਸਾਰੇ ਜਗ੍ਹਾ ਦੀ ਗੱਲ ਹੀ ਹੋਣੀ ਹੈ ਜੀ। ਮੈਡੀਬੀਅਲ ਟਾਊਨ, ਦੇਖੋ ਟਾਊਨ ਨੂੰ ਜੋੜ ਕੇ ਦੇਖੋ। ਜੇ ਤੁਸੀਂ ਧਿਆਨ ਨਾਲ ਰੀਡਿੰਗ ਨੂੰ ਇੱਕ ਵਾਰੀ ਸਮਝਣ ਲੱਗ ਜਾਓ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਜਿਹੜਾ ਰੀਡਿੰਗ ਦਾ ਟੌਪਿਕ ਸੈਂਟੈਂਸ ਹੁੰਦਾ ਵਾ ਉਹ ਸਾਥ ਹੀ ਹੁੰਦਾ ਦਿੰਦਾ ਹੁੰਦਾ ਜ਼ਿਆਦਾਤਰ। ਸਾਈਟ ਵੀ ਪਲੇਸਸ ਨੂੰ ਕਹਿੰਦੇ ਆ। ਆਹ ਸਾਰੇ ਪੈਰੇ ਦੇ ਵਿੱਚ ਯਾਨੀ ਕਿ ਜਗ੍ਹਾ ਦੀ ਗੱਲ ਹੋਈ ਹੈ ਜੀ, ਜਗ੍ਹਾ ਦੀ ਗੱਲ। ਅਗਲੇ ਪੈਰੇ ਵਿੱਚ ਜਾ ਕੇ ਦੇਖੀਏ ਜੀ, ਕਹਿੰਦੇ ਕਿ ਮੋਸਟ ਇੰਪੋਰਟੈਂਟ ਰੀਵੈਲਿਊਸ਼ਨ ਹੈਗੀ ਹੈ ਜੀ, ਕਹਿੰਦੇ ਰੀਸੈਂਟ ਕੋਈ ਰਿਸਰਚ ਹੈ ਜੀ ਇੱਥੇ। ਓਕੇ ਜੀ, ਅੱਗੇ ਜਾ ਕੇ ਦੇਖਦੇ ਕੋਈ ਸਾਲਟ ਦੀ ਗੱਲ ਕਰ ਲੱਗੇ। ਹਾਲੇ ਤੱਕ ਕੋਈ ਹਵਾ ਦੀ ਗੱਲ ਨਹੀਂ ਕੀਤੀ ਜੀ। ਮੈਨੀ ਫਾਰਮਸ ਆਫ ਫਿਸ਼ਿੰਗ ਵਿਲ, ਕਿਤੇ ਵੀ ਇਦਾਂ ਦਾ ਕੋਈ ਗੱਲ ਨਹੀਂ ਕੀਤੀ। ਪਾਸਟ ਇਨਵੈਸਟਮੈਂਟ ਦੀ ਗੱਲ ਹੋਣ ਲੱਗੀ, ਫਿਸ਼ ਦੀ ਗੱਲ ਹੋਣ ਲੱਗੀ ਜੀ, ਫਿਸ਼ ਦੀ ਗੱਲ ਹੋਣ ਲੱਗੀ। ਫਿਰ ਓਕੇ ਦਾ ਪ੍ਰੋਡਕਸ਼ਨ ਆਫ ਸਾਲਟ ਦੀ ਗੱਲ ਕਰੀ ਜਾਂਦੇ ਜੀ। ਅੱਛਾ ਇੱਥੇ ਹੁਣ ਧਿਆਨ ਨਾਲ ਦੇਖਿਓ, ਉਹਨਾਂ ਨੇ ਆਪਾਂ ਨੂੰ ਇਦਾਂ ਹੀ ਕਹਿ ਦਿੱਤੀ ਵੀ ਆਪਾਂ ਕਿਹੜੀ ਚੀਜ਼ ਪਤਾ ਕਰ ਸਕਦੇ ਹਾਂ, ਆਈਡੈਂਟੀਫਾਈ ਕਰ ਸਕਦੇ ਹਾਂ। ਇੱਕ ਤਾਂ ਇਹਨਾਂ ਨੇ ਤਾਂ ਸਾਲਟ ਤਾਂ ਕਹਿਣ ਲੱਗ ਗਏ ਜੀ। ਇੱਥੇ ਥੋੜਾ ਸਲੋ ਹੋਇਓ। ਦੇਖੋ ਇੱਥੇ ਪਾਣੀ ਵੀ ਲਿਖਿਆ ਪਿਆ ਵਾ, ਇੱਥੇ ਸਾਲਟ ਵੀ ਲਿਖਿਆ ਪਿਆ, ਹੋਵੇ ਨਾ ਹੋਵੇ ਹਵਾ ਵੀ ਸ਼ਾਇਦ ਇਹਦੇ ਚ ਚੀਜ਼ ਹੋ ਸਕਦੀ ਹੈ ਜੀ। ਧਿਆਨ ਨਾਲ ਦੇਖੋ, ਮੈਂ ਸਲੋ ਕਿਉਂ ਆਇਆ ਇੱਥੇ, ਇਹਨਾਂ ਨੇ ਵਾਟਰ ਲਿਖਿਆ ਪਿਆ, ਸਾਲਟ ਲਿਖਿਆ ਪਿਆ, ਤੇ ਇਹ ਚੀਜ਼ਾਂ ਦੀ ਪ੍ਰੋਡਕਸ਼ਨ ਹੁੰਦੀ ਆ। ਤੇ ਜੇ ਤੁਸੀਂ ਜਾ ਕੇ ਕੁਐਸਚਨ ਦੇਖੋ ਤਾਂ ਤੁਹਾਡਾ ਕੁਐਸਚਨ ਵੀ ਕੀ ਸੀਗਾ, ਕਹਿੰਦੇ ਕਿਹੜੀ ਚੀਜ਼ ਡਿਸਕਵਰ ਕੀਤੀ ਜਾ ਸਕਦੀ ਆ ਹਵਾ ਤੋਂ। ਉੱਥੇ ਉਹ ਗੱਲਾਂ ਜੀਆਂ ਕਰ ਰਿਹਾ ਜੀ ਪ੍ਰੋਡਿਊਸ ਪ੍ਰੋਡਕਸ ਹੁੰਦੀਆਂ। ਤਾਂ ਆਪਾਂ ਜਾ ਕੇ ਦੇਖਦੇ ਵੀ ਕਿਤੇ ਨਾ ਕਿਤੇ ਆਪਣਾ ਇੱਥੇ ਆਨਸਰ ਨਾ ਹੋਵੇ। ਪੜਿਓ ਜੀ ਇਹਨੂੰ ਧਿਆਨ ਨਾਲ ਇੱਕ ਵਾਰੀ ਸਾਰੀ ਚੀਜ਼। ਤੇ ਮੈਂ ਤੁਹਾਡੇ ਤੋਂ ਫਿਰ ਪੁੱਛਣਾ, ਵੈਸੇ ਇਹ ਚੀਜ਼ ਸਾਰੇ ਬੱਚਿਆਂ ਦੀ ਸਹੀ ਨਹੀਂ ਜਾਊਗੀ ਕਿਉਂਕਿ ਇਹਦੇ ਵਿੱਚ ਜਿਹੜਾ ਕੀਵਰਡ ਲਿਖਿਆ ਉਹ ਸਾਰਿਆਂ ਨੂੰ ਨਹੀਂ ਪਤਾ ਹੁੰਦਾ ਜੀ। ਤਾਂ ਇਹਨਾਂ ਨੇ ਧਿਆਨ ਨਾਲ ਦੇਖਿਓ ਜੀ, ਇਹਨਾਂ ਨੇ ਆਹ ਵਾਲਾ ਵਰਡ ਲਿਖਿਆ ਜੀ ਇੱਥੇ, ਏਰੀਅਲ ਫੋਟੋਗ੍ਰਾਫੀ। ਤੇ ਇਹਦਾ ਮਤਲਬ ਕੀ ਹੁੰਦਾ ਜੀ? ਤੁਹਾਡੇ ਚੋਂ ਕਿਸੇ ਬੱਚੇ ਨੂੰ ਪਤਾ ਹੋਵੇ ਤਾਂ ਸ਼ਾਇਦ। ਹਾਂਜੀ ਜੀ, ਪਤਾ ਤੁਹਾਨੂੰ ਇਹਦਾ ਮੀਨਿੰਗ? No, sir. ਨਹੀਂ ਪਤਾ ਜੀ। ਹਾਂ, ਇਹ ਚੀਜ਼ ਵੈਸੇ ਤੈਅ ਆ ਕਿ ਫਾਈਨਲ ਚ ਨਹੀਂ ਪਤਾ ਹੁੰਦੀ, ਤਾਂ ਹੀ ਮੈਂ ਤੁਹਾਨੂੰ ਕਹਿਤਾ ਸੀਗਾ। ਮੈਂ ਤੁਹਾਨੂੰ ਇਹ ਚੀਜ਼ ਹਰ ਰੋਜ਼ ਕਹਿਣਾ ਹੁੰਦਾ ਕਿ ਹੁਣ ਤੱਕ ਆਪਾਂ ਕਿੰਨੇ ਕੁਐਸਚਨ ਕੀਤੇ ਆ। ਹੁਣ ਤੱਕ ਆਪਾਂ 3 ਕੀਤੇ ਆ, ਟਰੂ ਫਾਲਸ ਨੋਟ ਗਿਵਨ, ਤੇ 3 ਹੀ ਆਪਣੇ ਹਾਲੇ ਤੱਕ ਮਲਟੀਪਲ ਹੋ ਗਿਆ। ਆਪਾਂ 6ਵੇਂ ਕੁਐਸਚਨ ਤੇ ਆ, ਤੇ 13 ਕੁਐਸਚਨਾਂ ਦੇ ਵਿੱਚੋਂ ਇੱਕ ਅੱਧਾ ਕੁਐਸਚਨ ਏਦਾਂ ਦਾ ਹੁੰਦਾ ਜਿਹੜਾ ਵੋਕੈਬ ਤੇ ਖੜਾ ਹੁੰਦਾ ਵਾ। ਯਾਨੀ ਕਿ ਟੋਟਲ 40 ਦੇ ਵਿੱਚੋਂ ਆਪਾਂ ਇਹ ਦੇਖਿਆ ਵਾ, ਆਪਾਂ ਇਹ ਪ੍ਰੈਕਟੀਕਲੀ ਕੀਤੀ ਹੈ ਚੀਜ਼ ਕਿ 40 ਦੇ ਵਿੱਚੋਂ 2 ਜਾਂ 3 ਕੁਐਸਚਨ ਇਦਾਂ ਦੇ ਹੁੰਦੇ ਆ ਜਿਹੜੇ ਵੋਕੈਬ ਤੇ ਖੜੇ ਹੁੰਦੇ ਆ। ਬਾਕੀ ਕੁਐਸਚਨਾਂ ਦਾ ਵੋਕੈਬ ਨਾਲ ਕੋਈ ਖਾਸ ਲੈਣਾ ਦੇਣਾ ਨਹੀਂ ਹੁੰਦਾ। ਬਾਕੀਆਂ ਦੇ ਵਿੱਚ ਕੁਐਸਚਨ ਦੇ ਵਿੱਚ ਵੀ ਕੋਈ ਏਡਾ ਤਕੜੇ ਲੈਵਲ ਦਾ ਵਰਡ ਨਹੀਂ ਹੁੰਦਾ, ਤੇ ਜਦੋਂ ਤੁਸੀਂ ਰੀਡਿੰਗ ਤੇ ਕਿ ਲੋਕੇਸ਼ਨ ਫਾਈਂਡ ਕਰਦੇ ਹੋ ਤਾਂ ਲੋਕੇਸ਼ਨ ਦਾ ਵੀ ਕੋਈ ਵੋਕੈਬ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਹੁੰਦਾ ਜੀ। ਵੈਸੇ ਕੋਈ ਸਟ੍ਰੈਟਜੀ ਪਾਈ ਹੁੰਦੀ ਹੈ, ਵੋਕੈਬ ਸਿੰਪਲ ਹੀ ਰੱਖਦੇ ਹੋ। ਤਾਂ ਇਹਦਾ ਮਤਲਬ ਹੁੰਦਾ ਜੀ ਹਵਾ। ਨੋਟ ਕਰ ਲਓ ਜੀ, ਉਹ ਫੋਟੋਗ੍ਰਾਫੀ ਜਿਹੜੀ ਹਵਾ ਦੇ ਵਿੱਚੋਂ ਲਈ ਗਈ ਹੋਵੇ। ਇਹ ਚੀਜ਼ ਵੈਸੇ ਜਾਇਜ਼ ਹੈ ਜੇ ਤੁਹਾਨੂੰ ਨਹੀਂ ਪਤਾ ਤਾਂ, ਕਿਉਂਕਿ ਇਹ ਫਾਈਨਲ ਚ ਵੀ ਨਹੀਂ ਪਤਾ ਹੁੰਦੀ। ਜਸਟ ਇੱਕ ਅੱਧਾ ਕੁਐਸਚਨ ਤਾਂ ਦੇਖੋ ਇਦਾਂ ਹੁੰਦਾ ਹੀ ਹੈ ਜੀ। ਇਹ ਚੀਜ਼ ਦਾ ਸੋਲੂਸ਼ਨ ਕੀ ਹੈ? ਇਹ ਚੀਜ਼ ਦਾ ਸੋਲੂਸ਼ਨ ਆ ਜਾਂ ਤਾਂ ਤੁਹਾਡੀ ਵੋਕੈਬ ਥੋੜੀ ਯਾਨੀ ਕਿ ਤੇਜ਼ ਹੋਣੀ ਚਾਹੀਦੀ ਹੈ, ਕਿਉਂਕਿ ਉਹਨਾਂ ਨੇ ਪੈਰਾਫਰੇਜ਼ਿੰਗ ਵੀ ਕਰਨੀ ਹੈ ਤਾਂ ਵੀ ਤੇਜ਼ ਹੋਣੀ ਚਾਹੀਦੀ ਹੈ। ਤਾਂ ਚਲੋ ਜੀ, ਹੁਣ ਮੈਂ ਤੁਹਾਨੂੰ ਇਹ ਕੀਵਰਡ ਦੱਸਤਾ। ਫਾਈਨਲ ਦੇ ਵਿੱਚ 99% ਬੱਚਿਆਂ ਨੂੰ ਚੀਜ਼ ਨਹੀਂ ਪਤਾ ਹੋਣੀ ਸੀਗੀ ਇਹਦੇ ਨਾਲ, ਪਰ ਤੁਸੀਂ ਫੇਲ ਨਹੀਂ ਹੋਣ ਲੱਗੇਗੇ ਕਿਉਂਕਿ ਰੀਡਿੰਗ ਦੇ ਵਿੱਚ ਕਮ ਸੇ ਕਮ 35 ਕੁਐਸਚਨ ਇਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕੋਈ ਹਾਈ ਲੈਵਲ ਦੀ ਵੋਕੈਬ ਨਹੀਂ ਹੁੰਦੀ। ਤੁਸੀਂ ਆਰਾਮ ਨਾਲ ਕਰ ਸਕਦੇ ਹੋ ਜੀ।
ਹਾਂਜੀ ਜੀ, ਤਾਂ ਇਹ ਹੁਣ ਤੁਹਾਡਾ ਆ ਲੋਕੇਸ਼ਨ ਆ ਜੀ ਤੁਹਾਡੀ, ਪੜ੍ਹਦੇ ਹਾਂ ਜੀ ਆਪਾਂ। ਕਹਿੰਦੇ ਜੀ ਅਲੈਬੋਰੇਟ, ਉਹ ਕਹਿੰਦੇ ਕਿ ਵੂਡਨ ਫਿਸ਼ ਓਕੇ ਵੀਅਰਸ, ਕਹਿੰਦੇ often of the considerable extent and responsive to, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਿਹੜੀਆਂ ਜੀ, ਵੂਡਨ ਫਿਸ਼ ਵਰੀਜ਼, ਇਹ ਰਿਸਪੌਂਸਿਵ ਕਿਹਨੂੰ ਹੁੰਦੀਆਂ ਜੀ, ਜਿਹੜੀਆਂ ਹਵਾ ਦੇ ਵਿੱਚ ਫੋਟੋਗ੍ਰਾਫੀ ਕੀਤੀ ਜਾਂਦੀ ਆ ਇਨ ਸ਼ੈਲੋ ਵਾਟਰ ਦੇ ਵਿੱਚ। ਹੈਵ ਬੀਨ ਆਇਡੈਂਟੀਫਾਈਡ, ਉਹਨਾਂ ਨੇ ਕਿਹਾ ਸੀਗਾ ਡਿਸਕਵਰਡ, ਇਹ ਚੀਜ਼ਾਂ ਕਹਿੰਦੇ ਆਇਡੈਂਟੀਫਾਈਡ ਕੀਤੀਆਂ ਜਾ ਚੁੱਕੀਆਂ, ਕਿਹੜੀਆਂ ਚੀਜ਼ਾਂ ਜੀ, ਆਹ ਵਾਲਾ ਹੈਵ ਕਿਹਦੇ ਲਈ ਲਾਇਆ ਜੀ, ਆਹ ਵਾਲਾ ਹੈਵ, ਇਹ ਆਪਾਂ ਬੈਕ ਜਾ ਕੇ ਦੇਖਦੇ ਆ ਜੀ ਕਿ ਕਿਹੜੀ ਚੀਜ਼ ਪਲੂਰਲ ਪਈ ਆਪਣੀ, ਤਾਂ ਮੈਂ ਜਾ ਕੇ ਦੇਖਿਆ ਕਿ ਆਹ ਸਾਰੀਆਂ ਸਿੰਗੂਲਰ ਚੀਜ਼ਾਂ, ਆਹ ਤਾਂ ਸਾਰੀਆਂ ਸਿੰਗੂਲਰ ਚੀਜ਼ਾਂ ਜੀ। ਜੇ ਤੁਸੀਂ ਦੇਖੋ ਜਿੰਨਾ ਤੇ ਮੈਂ ਕ੍ਰੋਸ ਮਾਰੀ ਜਾਂਦਾ, ਇਹ ਨਾਉਨ ਸਾਰੇ ਸਿੰਗੂਲਰ ਆ, ਹੈਵ ਇਹਨਾਂ ਲਈ ਥੋੜੀ ਲੱਗੂਗਾ ਜੀ, ਇਹਦਾ ਮਤਲਬ ਹੈਵ ਕਿਹਨਾਂ ਲਈ ਲੱਗਾ, ਹੈਵ ਲੱਗਾ ਆਹ ਵਾਲੇ ਵਰਡ ਦੇ ਲਈ, ਤੇ ਇਹ ਵਰਡ ਕੀ ਹੈ ਜੀ, ਇਹ ਆ ਵੂਡਨ ਫਿਸ਼ ਵੀਅਰਸ, ਤੇ ਇਹਦਾ ਮਤਲਬ ਹੁੰਦਾ ਜੀ ਹਵਾ, ਜਾਨੀ ਕਿ ਹਵਾ ਵਾਲੀ ਫੋਟੋਗ੍ਰਾਫੀ ਦੇ ਵਿੱਚ ਕਿਹੜੀ ਚੀਜ਼ ਆਇਡੈਂਟੀਫਾਈ ਹੁੰਦੀ ਆ, ਉਹਦਾ ਨਾਮ ਹੈਗਾ ਵਾ ਵੂਡਨ ਫਿਸ਼ ਵੀਅਰਸ। ਤੇ ਹੁਣ ਜਾ ਕੇ ਇਹਨੂੰ ਆਪਾਂ ਮੈਚ ਕਰਦੇ ਹਾਂ ਜੀ, ਧਿਆਨ ਨਾਲ ਦੇਖਿਓ ਜੀ, ਮੈਂ ਹੈਵ ਨੂੰ ਪਿੱਛੇ ਚੱਕ ਕੇ ਲੈ ਕੇ ਗਿਆ ਸੀਗਾ, ਮੈਂ ਵੈਰੀਫਾਈ ਕਰਨਾ ਸੀ, ਤੁਹਾਨੂੰ ਉਹਨਾਂ ਨੇ ਕੋਮਾ ਪਾ ਕੇ ਲਿਖਤਾ ਜੀ ਹੈਵ ਬੀਨ ਆਇਡੈਂਟੀਫਾਈਡ, ਤੁਹਾਨੂੰ ਕੀ ਪਤਾ ਕਿ ਆਹ ਵਾਲੀਆਂ ਕਿਹੜੀਆਂ ਚੀਜ਼ਾਂ ਆਇਡੈਂਟੀਫਾਈ ਹੋਈਆਂ, ਤੁਸੀਂ ਬੈਕ ਜਾਣਾ ਸ਼ੁਰੂ ਕਰ ਦਿਓ ਨਾ, ਕਿਤੇ ਨਾ ਕਿਤੇ ਜਾ ਕੇ ਪਲੂਰਲ ਚੀਜ਼ਾਂ ਲਿਖੀਆਂ ਪਈਆਂ ਹੋਣਗੀਆਂ, ਉਹਦੇ ਲਈ ਇਹ ਹੈਵ ਹੋਊਗਾ ਜੀ। ਹੁਣ ਮੈਨੂੰ ਇਹ ਕਲੀਅਰ ਹੋ ਗਿਆ ਕਿ ਜਿਹੜੀਆਂ ਵੂਡਨ ਜਾਨੀ ਕਿ ਫਿਸ਼ਰੀਜ਼ ਉਹ ਹੈਗੀਆਂ ਚੀਜ਼ਾਂ, ਉਹ ਆਇਡੈਂਟੀਫਾਈਡ ਹੁੰਦੀਆਂ ਜੀ। ਚਲੋ ਜਾ ਕੇ ਹੁਣ ਮੈਚ ਕਰਦੇ ਜੀ ਆਪਾਂ, ਹੁਣ ਜਾ ਕੇ ਮੈਚ ਕਰਦੇ ਹਾਂ ਜੀ। ਕਹਿੰਦੇ ਜੀ ਸਾਲਟ ਮਾਈਨਸ, ਨਹੀਂ ਜੀ ਸਾਲਟ ਮਾਈਨਸ ਥੋੜੀ ਲੱਭਦੀਆਂ ਜੀ, ਜਿਹੜੀ ਏਰੀਅਲ ਫੋਟੋਗ੍ਰਾਫੀ ਸੀਗੀ, ਜਿਹੜੀ ਹਵਾ ਦੇ ਵਿੱਚ ਉਹ ਫੋਟੋਗ੍ਰਾਫੀ ਹੁੰਦੀ ਆ, ਉਹ ਸਾਲਟ ਮਾਈਨਸ ਨੂੰ ਥੋੜੋ ਲੱਭਦੀ ਹੈ ਜੀ, ਰੋਮਨ ਟਾਊਨ ਨੂੰ ਥੋੜੋ ਲੱਭਦੀ ਆ, ਉਹ ਹਾਰਬਰ ਨੂੰ ਥੋੜੋ ਲੱਭਦੀ ਆ, ਉਹਨਾਂ ਨੇ ਆਪਾਂ ਨੂੰ ਲਿਖਤਾ ਸੀਗਾ ਵੂਡਨ ਫਿਸ਼ ਵੀਰਸ, ਤੇ ਫਿਸ਼ ਤੋਂ ਇਹਨਾਂ ਨੇ ਇੱਕ ਵਰਡ ਬਣਾਤਾ ਚੱਕ ਕੇ ਜੀ ਤੇ ਫਿਸ਼ਰੀਜ਼। ਯੈਸ ਔਰ ਨੋ ਜੀ, ਮੈਨੂੰ ਦੱਸਿਓ ਜੀ, ਪਤਾ ਲੱਗ ਗਿਆ ਜੀ, ਸਿਰਫ ਵੋਕੈਬ ਵਾਲਾ ਵਰਡ ਔਖਾ ਸੀਗਾ, ਕੁਐਸਚਨ ਸੌਖਾ ਸੀਗਾ। ਹਾਂਜੀ ਸਰ। ਕਲੀਅਰ ਹੈ ਜੀ ਸਾਰਿਆਂ ਨੂੰ ਇਹ ਚੀਜ਼? ਹਾਂਜੀ ਹਾਂਜੀ ਸਰ। ਓਕੇ ਜੀ, ਅੱਗੇ ਚੱਲਦੇ ਜੀ, ਧਿਆਨ ਨਾਲ ਦੇਖਿਓ ਚੀਜ਼ ਨੂੰ, ਅੱਗੇ ਮੂਵ ਹੁੰਨੇ ਆ ਜੀ। ਹਾਂਜੀ ਫਾਈਨਲ ਦੇ ਵਿੱਚ ਦੇਖੋ, ਜਿਹੜੀ ਆਹ ਵਾਲੀ ਚੀਜ਼ ਹੈ ਨਾ, ਜਿਹੜਾ ਆਹ ਵਾਲਾ ਕੁਐਸਚਨ ਆ ਜੀ, ਇਹਦੇ ਵਿੱਚ ਜਿਹੜੇ ਟ੍ਰੈਪ ਰਚੇ ਸੀ ਨਾ ਇਹਨਾਂ ਨੇ, ਸਟਾਰਟਿੰਗ ਚ ਦੱਸਿਆ ਸੀ, ਇਹ ਫਾਈਨਲ ਹੁੰਦੀ ਹੈ ਜੀ, ਫਾਈਨਲ ਲੈਵਲ, ਆਹ ਵਾਲਾ ਕੁਐਸਚਨ ਫਾਈਨਲ ਲੈਵਲ ਦਾ ਜੀ। ਵਿੱਚੋਂ ਕਈ ਸੌਖੇ ਵੀ ਹੁੰਦੇ ਆ, ਇਹ ਥੋੜਾ ਟਫ ਸੀ, ਜਿਵੇਂ ਆਹ ਵਾਲਾ ਆਪਣੇ ਤੋਂ ਥੋੜੀ ਇਨਫੋਰਮੇਸ਼ਨ ਜ਼ਿਆਦਾ ਪੜ੍ਹਾਈ ਰਾਈਟਰ ਨੇ, ਜੇ ਆਪਾਂ ਸਟਾਰਟਿੰਗ ਚ ਲਾ ਜਾਂਦੇ ਉਹ ਫਿਰ ਇੱਕ ਤਰ੍ਹਾਂ ਦਾ ਤੁੱਕਾ ਹੋਣਾ ਸੀ, ਆਪਾਂ ਸ਼ੋਰ ਨਹੀਂ ਹੋਣਾ ਸੀ ਵੀ ਆਪਾਂ ਸਹੀ ਆ ਜਾਂ ਆਪਾਂ ਗਲਤ ਆ। ਹਾਂਜੀ ਜੀ ਚਲੋ ਜੀ ਅੱਗੇ ਜਾ ਕੇ ਦੇਖਦੇ ਹਾਂ ਜੀ ਆਪਾਂ ਟਰੂ ਫਾਲਸ। ਦੇਖਿਓ ਧਿਆਨ ਨਾਲ, ਹੁਣ ਟਰੂ ਫਾਲਸ ਆਪਾਂ ਸਾਰੇ ਸੀਕੁਐਂਸ ਵਾਈਜ਼ ਥੋੜੋ ਕਰਾਂਗੇ ਜੀ, ਆਪਾਂ ਇਹ ਚੋਂ ਦੇਖਦੇ ਵੀ ਕੀ ਆਪਾਂ ਨੂੰ ਕੋਈ ਕਾਮਨ ਵਰਡ ਕੋਈ ਮਿਲਦਾ, ਕਾਮਨ ਨਾਉਨ। ਤਾਂ ਦੇਖੋ ਕਾਮਨ ਨਾਉਨ ਆਪਾਂ ਨੂੰ ਮਿਲਿਆ ਪਿਆ ਜੀ ਆਹ ਵਾਲਾ, ਇੰਗਲੈਂਡ ਦੀ ਗੱਲ ਹੋਈ ਜਾਂਦੀ ਹੈ ਜੀ, ਤਾਂ ਦੇਖਦੇ ਹਾਂ ਇੰਗਲੈਂਡ ਦੀ ਗੱਲ ਕਿੱਥੇ ਸਟਾਰਟ ਹੋਈ ਹੈ ਜੀ। ਅੱਗੇ ਜਾ ਕੇ ਕੋਸਟ ਲਾਈਨ ਆਫ ਇੰਗਲੈਂਡ, ਦੇਖੋ ਜਿਹੜਾ ਇੰਗਲੈਂਡ ਵਰਡ ਉਹ ਜਗ੍ਹਾ ਜਗ੍ਹਾ ਤੇ ਲਿਖਿਆ ਪਿਆ, ਤਾਂ ਕੀ ਕਰੋ ਨਾਲ ਇਹਦਾ ਲੈਂਡ ਵੀ ਚੱਕ ਲਓ ਜੀ, ਜਿੱਥੇ ਇੰਗਲੈਂਡ ਦੀ ਗੱਲ ਤੇ ਨਾਲ ਲੋਸਟ ਲੈਂਡ ਦੀ ਗੱਲ ਵੀ ਉੱਥੇ ਹੋਣੀ ਚਾਹੀਦੀ ਹੈ, ਤੇ ਇੱਕ ਕੋਸਟ ਲਾਈਨ ਆਫ ਜਾਨੀ ਕਿ ਇੰਗਲੈਂਡ। ਤੇ ਜੇ ਤੁਸੀਂ ਯਾਨੀ ਕਿ ਪ੍ਰੀ ਮਾਡਰਨ ਪੀਪਲ ਲੱਭ ਲਓ, ਆਹ ਵਾਲਾ ਵਰਡ ਹੈ ਇੱਕ ਪ੍ਰੀ ਮਾਡਰਨ, ਬਟ ਇਹਦੇ ਵਿੱਚ ਰੀਡਿੰਗ ਕੀ ਕਰੂਗੀ, ਸ਼ਾਇਦ ਪ੍ਰੀ ਮਾਡਰਨ ਨੂੰ ਚੇਂਜ ਕਰਕੇ ਲਿਖ ਦਵੇ ਜੀ, ਪ੍ਰੀ ਮਾਡਰਨ ਨੂੰ ਸ਼ਾਇਦ ਇਹ ਚੇਂਜ ਕਰਕੇ ਲਿਖ ਦਵੇ। ਬਟ ਇੱਕ ਚੀਜ਼ ਆ ਕਿ ਯੂਰਪਨ ਕੰਟਰੀਜ਼ ਜਿਹੜੀਆਂ ਹੈਗੀਆਂ ਵਾ, ਇਹਨਾਂ ਨੂੰ ਸ਼ਾਇਦ ਨਾ ਲਿਖੇ ਜੀ ਏਦਾਂ, ਯੂਰਪੀਅਨ ਕੰਟਰੀਜ਼। ਤੇ ਅੱਗੇ ਜਾ ਕੇ ਇਹਨਾਂ ਨੇ ਆਪਾਂ ਨੂੰ ਕਿਹਾ ਜੀ ਓਕੇ ਮਿਨਰਲ ਐਕਸਪਲੋਇਟੇਸ਼ਨ, ਫਾਈਨਲ ਲੈਵਲ ਦੇ ਟਰੂ ਫਾਲਸ ਆ, ਸਮਝ ਲਓ ਇਦਾਂ ਦੀਆਂ ਚੀਜ਼ਾਂ ਹੀ ਫਾਈਨਲ ਚ ਕੀਤੀਆਂ ਪਈਆਂ ਹੁੰਦੀਆਂ ਜੀ। ਲਾਰਜ ਪੈਸੇਂਜਰ ਬੋਟਸ, ਤਾਂ ਤੁਸੀਂ ਕੀਵਰਡ ਕਿਹੜੇ ਪਿਕ ਕੀਤੇ ਆ ਜੀ, ਧਿਆਨ ਨਾਲ ਦੇਖਿਓ, ਕੀਵਰਡ ਨੂੰ ਸਰਕਲ ਕਰਨ ਤੋਂ ਬਾਅਦ ਚੋਂ ਆਪਣੇ ਮਾਈਂਡ ਦੇ ਵਿੱਚ ਤੁਸੀਂ 5 ਤੋਂ 6 ਸੈਕਿੰਡ ਦੇ ਵਿੱਚ ਰੀਕਾਲ ਕਰ ਲਿਆ ਕਰੋ ਉਹਨਾਂ ਨੂੰ, ਜਾਨੀ ਕਿ ਇੰਗਲੈਂਡ, ਲੋਸਟ ਲੈਂਡ, ਫਿਰ ਕੋਸਟਲ ਲਾਈਨ ਆਫ, ਹਾਂਜੀ ਕੋਸਟ ਲਾਈਨ ਆਫ ਇੰਗਲੈਂਡ ਹੋ ਗਈ, ਇਹਦੇ ਵਿੱਚ ਕੋਈ ਨਹੀਂ ਸੀਗਾ ਜੀ, ਮੈਂ ਇਹਨੂੰ ਛੱਡਤਾ। ਪ੍ਰੀ ਮਾਡਰਨ ਪੀਪਲ, ਚਲੋ ਇਹ 'ਚੋਂ ਸੀ ਵਾਟਰ ਚੱਕ ਲਓ ਜੇ ਗੱਲਾਂ ਹੋਈ ਜਾਂਦੀਆਂ ਤਾਂ। ਅੱਗੇ ਜਾ ਕੇ ਯੂਰਪੀਅਨ ਕੰਟਰੀਜ਼, ਤੇ ਅੱਗੇ ਜਾ ਕੇ ਕਿ ਮਿਨਰਲ ਐਕਸਪਲੋਇਟੇਸ਼ਨ, ਅੱਗੇ ਜਾ ਕੇ ਲਾਰਜ ਪੈਸੇਂਜਰ ਬੋਟਸ। ਸੋ ਚਲੋ ਜੀ ਦੇਖਦੇ ਆਪਾਂ ਜਾ ਕੇ ਕਿ ਕਿੱਥੇ ਇਹਨਾਂ ਨੇ ਕਿਤੇ ਨਾ ਕਿਤੇ ਕੋਈ ਗੱਲ ਕੀਤੀ ਹੈ ਜੀ। ਹਾਂਜੀ ਇੱਕ ਵਾਰੀ ਇਹਨੂੰ ਰੇਜ਼ ਕਰਾਂਗੇ ਜੀ ਆਪਾਂ, ਜੋ ਕੀਵਰਡਸ ਆ ਉਹਨੂੰ ਆਪਣੇ ਮਾਈਂਡ ਦੇ ਵਿੱਚ ਰੱਖਣਾ ਜੀ, ਕੀਵਰਡਸ ਨੂੰ, ਕਿਉਂਕਿ ਹਲੇ ਆਪਾਂ ਮਲਟੀਪਲ ਕੀਤੇ ਆ ਜੀ, ਤਾਂ ਆਪਾਂ ਨੂੰ ਅਜੇ ਕੁਝ ਨਹੀਂ ਪਤਾ ਕਿ ਆਪਣੇ ਜਿਹੜੇ ਟਰੂ ਫਾਲਸ ਆ
ਉਹ ਨੀਚੇ ਡਿਜ਼ਾਈਨ ਕੀਤੇ ਆ ਜਾਂ ਕਿੱਥੋਂ ਸ਼ੁਰੂ ਕੀਤੇ ਆ ਜੀ, ਉਹ ਆਪਾਂ ਨੂੰ ਕੁਝ ਨਹੀਂ ਪਤਾ। ਉਹਦਾ ਸਭ ਤੋਂ ਵੱਡਾ ਕਾਰਨ ਮੈਂ ਤੁਹਾਨੂੰ ਦੱਸ ਦਿੰਦਾ ਜੀ। ਤੁਹਾਡਾ ਜਿਹੜਾ ਪਹਿਲਾ ਮਲਟੀਪਲ ਮਿਲਿਆ ਸੀ ਉਹ ਮਿਲਿਆ ਸੀ ਪੈਰਾਗ੍ਰਾਫ B ਦੇ ਵਿੱਚੋਂ, ਤੇ ਪੈਰਾਗ੍ਰਾਫ B ਦੇ ਵਿੱਚੋਂ ਤੁਹਾਡਾ ਜਿਹੜਾ ਦੂਸਰਾ ਮਲਟੀਪਲ ਗਿਆ ਸੀਗਾ ਉਹ ਗਿਆ ਸੀ ਜੀ ਇੱਥੇ ਪੈਰਾਗ੍ਰਾਫ F ਦੇ ਵਿੱਚ ਆਪਾਂ ਨੂੰ ਮਿਲਿਆ ਸੀਗਾ, ਜਿੱਥੇ ਇਹ ਗੱਲ ਕੀਤੀ ਗਈ ਸੀ ਜੀ ਇਹਨਾਂ ਦੀ। ਤੇ ਜੇ ਤੁਸੀਂ ਗਾਂ ਵਾਲੇ ਪੈਰੇ, ਜੇ ਤੁਸੀਂ ਲਾਸਟ ਵਾਲਾ ਦੇਖੋ ਤਾਂ ਉਹ ਤੁਹਾਡਾ ਉਦੋਂ ਗਾਂ ਗਿਆ ਸੀਗਾ ਜੀ, ਉਹ ਪਿਆ ਸੀ ਇੱਥੇ। ਇਹਦਾ ਮਤਲਬ ਮਲਟੀਪਲ ਤੇ ਤਾਂ ਰੀਡਿੰਗ ਕਾਫੀ ਕਵਰ ਕਰ ਗਏ ਨਾ ਇਹ। ਇਹਦਾ ਮਤਲਬ ਟਰੂ ਫਾਲਸ ਹਾਲੇ ਆਪਾਂ ਬਲੈਂਕ ਆ ਵੀ ਉਹ ਕਿੱਥੇ ਹੋ ਸਕਦੇ, ਬਟ ਆਪਾਂ ਨੂੰ ਉਹ ਕੀਵਰਡ ਹੀ ਆਪਣਾ ਸਾਥ ਦੇਣਗੇ। ਜਿੱਥੇ ਇੰਗਲੈਂਡ ਦੀ ਗੱਲ ਹੋਈ ਜਾਂਦੀ ਆ ਤੇ ਲੋਸਟ ਲੈਂਡ ਦੀ ਗੱਲ ਹੋਈ ਜਾਂਦੀ ਆ, ਜਿੱਥੇ ਲਾਰਜਰ ਬੋਟਸ ਦੀ ਗੱਲ ਹੋਈ ਜਾਂਦੀ ਆ, ਯੂਰਪੀਅਨ ਕੰਟਰੀਆਂ ਲਿਖੀਆਂ ਪਈਆਂ, ਏਦਾਂ ਦੇ ਕੀਵਰਡ ਜਾਂ ਪ੍ਰੀ ਮਾਡਰਨ ਲੋਕ, ਏਦਾਂ ਦੇ ਕੀਵਰਡ ਨੇ ਹੁਣ ਆਪਾਂ ਨੂੰ ਬਚਾਉਣਾ ਵਾ। ਪਹਿਲੇ ਵਿੱਚ ਇੰਗਲੈਂਡ ਦੀ ਗੱਲ ਤਾਂ ਹੋਈ ਆ, ਲੋਸਟ ਲੈਂਡ ਦੀ ਨਹੀਂ ਨਾ ਹੋਈ। ਇੱਥੇ ਵੀ ਇੰਗਲੈਂਡ ਦੀ ਗੱਲ ਤਾਂ ਹੋਈ ਆ, ਬਟ ਹਾਲੇ ਤੱਕ ਕਿਤੇ ਲੋਸਟ ਲੈਂਡ ਦੀ ਗੱਲ ਹੋਈ ਨਹੀਂ ਜੀ ਆਪਾਂ ਨੂੰ। ਇਹਦਾ ਮਤਲਬ ਇਹ ਕੀਵਰਡ ਆਪਾਂ ਨੂੰ ਵੈਸੇ ਹੀ ਦਿੱਤੇ ਪਏ ਆ ਜੀ, ਅੱਗੇ ਜਾਣਾ ਪੈਣਾ ਜੀ ਆਪਾਂ ਨੂੰ। ਇੱਥੇ ਆਪਣੇ ਕੋਲੇ ਇੰਗਲੈਂਡ ਦੀ ਗੱਲ ਹੋਈ ਆ ਜੀ, ਤੇ ਇੱਥੇ ਆਪਣੇ ਕੋਲੇ ਲੈਂਡ ਦੀ ਗੱਲ ਹੋਈ ਆ। ਇਹਦਾ ਮਤਲਬ ਆ ਸ਼ੋਰ ਹੋ ਗਿਆ ਕਿ ਮੇਰੀ ਇੱਥੇ ਲੋਕੇਸ਼ਨ ਆ ਜੀ। ਧਿਆਨ ਨਾਲ ਦੇਖੋ ਮੈਂ ਕੀ ਕਰ ਰਿਹਾ, ਇਹ ਚੀਜ਼ਾਂ ਨੂੰ ਹੀ ਰੀਡਿੰਗ ਕਰਦੇ ਹੋਏ ਆਪਣੇ ਮਾਈਂਡ 'ਚ ਬਿਠਾ ਲਓ ਜੀ। ਉੱਪਰ ਇੰਗਲੈਂਡ ਲਿਖਿਆ ਸੀਗਾ, ਕੋਈ ਲੈਂਡ ਲੋਸਟ ਨਹੀਂ ਲਿਖਿਆ ਸੀ ਜੀ। ਇੱਥੇ ਇਹਨਾਂ ਨੇ ਇੰਗਲੈਂਡ ਲਿਖਿਆ ਵਾ ਤੇ ਨਾਲ ਲੈਂਡ ਦੀ ਗੱਲ ਕੀਤੀ ਪਈ ਆ ਜੀ, ਤੇ ਗਾਂ ਜਾ ਕੇ ਲੋਸ ਵੀ ਲਿਖਿਆ ਪਿਆ ਜੀ। ਲੈਂਡ ਦਾ ਬਾਅਦ ਚੋਂ ਸਿਨੋਨਿਮ ਲਿਖਤਾ ਜੀ ਇਹਨਾਂ ਨੇ, ਆ ਦੇਖੋ ਲੈਂਡ। ਇਹਦਾ ਮਤਲਬ ਇਹ ਤਾਂ ਜਾਣੀ ਕਿ ਡੈਡਲੀ ਫਾਈਨਲ ਹੋ ਗਿਆ ਕਿ ਆਪਣਾ ਆਨਸਰ ਆ ਜੀ ਇੱਥੇ, ਇਹ ਤੋਂ ਬਿਨਾਂ ਕਿਤੇ ਹੋਰ ਹੋ ਹੀ ਨਹੀਂ ਸਕਦਾ। ਹੁਣ ਗਾਂ ਜਾ ਕੇ ਰਹੀਆਂ ਆਪਣੇ ਕੋਲੇ ਬਾਕੀ ਕੀਵਰਡਸ ਦੀ ਗੱਲ ਜੀ। ਬਾਕੀ ਕੀਵਰਡਸ ਜਿਹੜੇ ਸੀਗੇ ਧਿਆਨ ਨਾਲ ਦੇਖਿਓ, ਤੁਹਾਨੂੰ ਉਹਨਾਂ ਨੇ ਪ੍ਰੀ ਮਾਡਰਨ ਲੋਕ ਕਿਹਾ ਸੀਗਾ। ਪ੍ਰੀ ਮਾਡਰਨ ਕਿਤੇ ਨਾ ਕਿਤੇ ਆ ਜਾਣਗੇ ਪ੍ਰੀ ਹਿਸਟੋਰਿਕ ਐਂਸੈਸਟਰਸ। ਕਿਹੜੇ ਹੁੰਦੇ ਆ? ਜਿਹੜੇ ਲੋਕ ਹੁੰਦੇ ਆ ਜੀ। ਦੇਖੋ ਭੁਲੇਖਾ ਪੈ ਸਕਦਾ ਜੀ ਇੱਥੋਂ। ਅੱਗੇ ਜਾ ਕੇ ਉਹਨਾਂ ਨੇ ਕਿਤੇ ਨਾ ਕਿਤੇ ਆਪਾਂ ਨੂੰ ਯੂਰਪੀਅਨ ਕੰਟਰੀ ਕਿਹਾ ਸੀਗਾ ਜੀ, ਜਾ ਕੇ ਦੇਖੀਏ ਆਪਾਂ ਤੇ ਕਿਤੇ ਨਾ ਕਿਤੇ ਆਪਾਂ ਨੂੰ ਯੂਰਪੀਅਨ ਕੰਟਰੀਜ਼ ਕਿਹਾ ਸੀ। ਵੈਸੇ ਆਪਾਂ ਨੂੰ ਇੰਗਲੈਂਡ ਵਾਲਾ ਲੱਭ ਗਿਆ, ਹੁਣ ਗਾਂ ਵਾਲੇ ਲੱਭਣੇ ਜਿਹੜੇ ਹੈਗੇ ਔਖੇ ਨਹੀਂ ਹੋਣਗੇ ਬਾਲੇ, ਕਿਉਂਕਿ ਇੰਗਲੈਂਡ ਵਾਲਾ ਆਪਾਂ ਨੂੰ ਪਤਾ ਲੱਗ ਗਿਆ ਵੀ ਉਹ ਸਟਾਰਟ ਕਿੱਥੋਂ ਹੋ ਰਿਹਾ ਜੀ। ਹਾਂਜੀ, ਤਾਂ ਇੱਥੇ ਹਿਊਮਨ ਐਕਸਪਲੋਇਟੇਸ਼ਨ ਦੀ ਗੱਲ ਕੀਤੀ ਸੀ। ਤੁਸੀਂ ਜਾ ਕੇ ਦੇਖੋ ਤੁਹਾਡੇ ਕੁਐਸਚਨ ਦੇ ਵਿੱਚ, ਯਾਨੀ ਕਿ ਮਿਨਰਲ ਐਕਸਪਲੋਇਟੇਸ਼ਨ ਦੀ ਗੱਲ ਕੀਤੀ ਹੈ, ਨਾ ਕਿ ਕਿਸੇ ਹਿਊਮਨ ਐਕਸਪਲੋਇਟੇਸ਼ਨ ਦੀ। ਸੋ ਆਹ ਵਾਲੇ ਇਕੱਲੇ ਕੀਵਰਡ ਨੂੰ ਇੱਥੇ ਟਿਕ ਲਾਉਣਾ ਠੀਕ ਨਹੀਂ ਰਹੂਗਾ। ਹਾਂ, ਉੱਥੇ ਯੂਰਪੀਅਨ ਕੰਟਰੀਜ਼ ਜ਼ਰੂਰ ਲਿਖਿਆ ਸੀਗਾ ਜੀ, ਜੋ ਕਿ ਹਾਲੇ ਤੱਕ ਆਪਾਂ ਨੂੰ ਕਿਤੇ ਦਿਖਿਆ ਨਹੀਂ ਗਾ ਜੀ। ਯੂਰਪੀਅਨ ਕੰਟਰੀਜ਼ ਆਹ ਦੇਖੋ ਪ੍ਰੀ ਮਾਡਰਨ ਸੁਸਾਇਟੀਜ਼ ਜੀ। ਧਿਆਨ ਨਾਲ ਦੇਖਿਓ, ਅੱਗੇ ਜਾ ਕੇ ਆਪਾਂ ਨੂੰ ਕੀਵਰਡ ਹੀ ਲੱਭ ਗਿਆ। ਹੁਣ ਜਾ ਕੇ ਦੇਖਦੇ ਪ੍ਰੀ ਮਾਡਰਨ ਸੁਸਾਇਟੀ ਕਿਹਦੇ ਵਿੱਚ ਪਿਆ ਸੀ, ਕਿਹੜੇ ਕੁਐਸਚਨ ਦੇ ਵਿੱਚ ਲਿਖਿਆ ਪਿਆ ਸੀ ਪ੍ਰੀ ਮਾਡਰਨ। ਤਾਂ ਧਿਆਨ ਨਾਲ ਦੇਖੋ, ਆਪਾਂ ਨੂੰ ਸਿੱਧਾ 20ਵੇਂ ਨੰਬਰ ਵਾਲਾ ਕੁਐਸਚਨ ਲੱਭ ਗਿਆ ਜੀ। ਇੱਥੇ ਆਪਾਂ ਨੂੰ 20ਵੇਂ ਨੰਬਰ ਵਾਲਾ ਲੱਭ ਗਿਆ ਸਿੱਧਾ 20। ਤਾਂ ਜਦੋਂ ਤੁਹਾਨੂੰ 20 ਵਾਲਾ ਹੀ ਲੱਭ ਗਿਆ, ਇਹਦਾ ਮਤਲਬ 19ਵਾਂ 18ਵਾਂ ਤੇ 19ਵਾਂ ਕਿੱਥੇ ਹੈ ਜੀ? ਕਵਰੇਜ ਬਹੁਤ ਕਰਵਾ ਰਹੇ ਆ ਜੀ। ਇਹਦੇ ਵਿੱਚ ਪਿਆ 18ਵਾਂ 19ਵਾਂ, ਕਿਉਂਕਿ ਜਿਹੜੀਆਂ ਕੈਮਬਰੇਜ ਦੀਆਂ ਰੀਡਿੰਗਸ ਹੁੰਦੀਆਂ ਉਹਨਾਂ ਦੇ ਵਿੱਚ ਉਹਦੇ ਜਿਹੜੇ ਜੋ ਪੈਸੇਜ ਹੁੰਦੇ ਆ ਉਹ ਫਾਈਨਲ ਦੇ ਨਾਲੋਂ ਬਹੁਤ ਲੈਂਥੀ ਹੁੰਦੇ ਆ ਜੀ, ਕਾਫੀ ਜ਼ਿਆਦਾ ਲੈਂਥੀ ਹੋ ਜਾਂਦੇ ਆ। ਚਲੋ ਆਪਾਂ ਨੂੰ ਫਿਰ ਵੀ 20ਵੇਂ ਨੰਬਰ ਵਾਲਾ ਆਪਾਂ ਨੂੰ ਲੱਭ ਗਿਆ। ਹੁਣ ਆਪਾਂ ਜੇ ਆਪਾਂ ਨੂੰ ਕੋਈ ਨਾਂ ਵੀ ਲੱਭਿਆ ਤਾਂ ਕਮ ਸੇ ਕਮ 17ਵਾਂ ਤੇ 20ਵਾਂ ਤਾਂ ਆਪਣੇ ਕੋਲੇ ਆ ਦੋਨੇ। ਅੱਗੇ ਜਾ ਕੇ ਹੁਣ ਯੂਰਪੀਅਨ ਵਰਡ ਵੀ ਲੱਭ ਲਈਏ ਤੇ ਮਿਨਰਲ ਐਕਸਪਲੋਇਟੇਸ਼ਨ ਜੇ ਆਪਾਂ ਨੂੰ ਕਿਤੇ ਨਾ ਕਿਤੇ ਦਿਖਦਾ ਵਾ ਤਾਂ ਜੀ, ਕਿਉਂਕਿ ਬਾਅਦ ਚੋਂ ਕੰਮ ਕੱਲਾ ਪੜ੍ਹਨ ਵਾਲਾ ਰਹਿ ਜਾਂਦਾ ਹੁੰਦਾ। ਧਿਆਨ ਨਾਲ ਜਾ ਕੇ ਦੇਖੋ ਤਾਂ ਦੂਸਰੇ ਪੈਰੇ ਵਿੱਚ ਮੈਂ ਆਇਆ ਜਿੱਥੇ ਜਗ੍ਹਾ ਜਗ੍ਹਾ ਤੇ ਯੂਰਪੀਅਨ ਲਿਖਿਆ ਪਿਆ ਜੀ। ਯੂਰੋਪੀਅਨ ਇਹਨਾਂ ਨੇ ਜਗ੍ਹਾ ਜਗ੍ਹਾ ਤੇ ਲਿਖਿਆ ਪਿਆ। ਚਲੋ ਮੈਂ ਇੱਥੇ ਕਰ ਦਿੰਦਾ ਜੀ, ਆਪਣਾ ਅਗਲਾ ਕੁਐਸਚਨ ਹੈ ਹੀ ਇੱਥੇ। ਤੇ ਹੁਣ ਤੁਹਾਡਾ ਜਾਨੀ ਕਿ ਲਾਰਜ ਜੋ ਜਾਨੀ ਕਿ ਪੈਸੇਂਜਰ ਬੋਟਸ ਸੀਗੀਆਂ ਜੀ, ਉਹ ਤੁਹਾਡਾ ਰਹਿ ਗਿਆ ਜੀ ਸਿਰਫ ਲਾਰਜ ਪੈਸੇਂਜਰ ਬੋਟਸ। ਤੇ ਉਹ ਵੀ ਆਪਾਂ ਨੂੰ ਕਿਤੇ ਨਾ ਕਿਤੇ ਜੇ ਦੇਖੀਏ ਜੀ, ਲਾਰਜ ਪੈਸੇਂਜਰ ਬੋਟਸ ਇਹਦੇ ਵਿੱਚ ਇੱਕ ਵਾਰੀ ਦੇਖਦੇ ਹਾਂ ਜੀ, ਟਰੈਵਲਸ ਦੀ ਗੱਲ ਹੋਈ ਜਾਂਦੀ ਹੈ ਨਹੀਂ। ਤਾਂ ਇੱਥੇ ਤੁਸੀਂ ਬਸ ਸਿਰਫ 10 ਸੈਕਿੰਡ ਹੋਰ ਲਾਉਣੇ ਆ, ਜੇ ਤੁਹਾਨੂੰ ਮਿਲਦਾ ਵਾ ਤਾਂ ਠੀਕ ਹੈ ਜੀ, ਤੇ ਨਹੀਂ ਤੁਸੀਂ ਆਪਦਾ ਚੁੱਪ ਕਰਕੇ ਜਿੰਨਾ ਤੁਹਾਨੂੰ ਲੱਭ ਚੁੱਕੇ ਆ ਉਹਨਾਂ ਨੂੰ ਤੁਸੀਂ ਦੇਖਣਾ ਸਟਾਰਟ ਕਰ ਦੇਣਾ ਹੁੰਦਾ ਜੀ, ਕਿਉਂਕਿ ਬਾਅਦ ਚੋਂ ਟਾਈਮ ਨਹੀਂ ਜ਼ਿਆਦਾ ਵੇਸਟ ਕਰਨਾ। ਜੇ ਤੁਹਾਨੂੰ ਕੋਈ ਨਹੀਂ ਲੱਭ ਰਿਹਾ ਤਾਂ ਨਹੀਂ ਜੀ, ਉਹ ਬਾਅਦ ਚੋਂ ਦੇਖਦੇ ਆਪਾਂ ਜੀ, ਡੋਂਟ ਵਰੀ। ਚਲੋ ਜੀ ਹੁਣ ਜਾ ਕੇ ਪੜ੍ਹਦੇ ਆਪਾਂ ਆਪਣੇ ਜਿਹੜੇ ਕੁਐਸਚਨ ਸੀਗੇ ਜੀ। ਹਾਂਜੀ, ਤਾਂ ਕੀ ਕਿਹਾ ਜੀ ਉਹਨਾਂ ਨੇ ਆਪਾਂ ਨੂੰ? ਨਹੀਂ ਆਪਾਂ ਸੌਰੀ, ਆਪਾਂ ਉਹਦੇ ਚ ਲੱਭਣ ਲੱਗ ਗਏ। ਸੌਰੀ, ਆਪਾਂ ਥੋੜਾ ਗਾਂਹ ਜਾਵੜੇ ਸੀਗੇ। ਆ ਦੇਖੋ ਲੱਕਲੀ ਉਹਦੇ ਵਿੱਚ ਵੀ ਯੂਰਪ ਵਰਡ ਲਿਖਿਆ ਪਿਆ ਸੀ। ਆਪਾਂ ਬੈ ਕੇ ਜਾਣਾ ਸੀ, ਆਪਾਂ ਅਗਲੇ ਵਾਲੇ ਕੁਐਸਚਨ ਚ ਜਾਵੜੇ।
ਹਾਂ ਆਹ ਵਾਲੇ ਵਰਡ ਚ ਲੱਭਣਾ ਸੀ ਜੀ ਆਪਾਂ, ਇੱਥੇ ਲੱਭਣਾ ਸੀ ਆਪਾਂ ਜੀ। ਇੱਥੇ ਆਪਾਂ ਨੂੰ ਕਿਤੇ ਨਹੀਂ ਦਿਖਿਆ ਮਿਲਦਾ ਜੀ ਯੂਰਪੀਅਨ, ਰੋਮਨ ਵਗੈਰਾ ਦੀ ਜ਼ਰੂਰ ਗੱਲ ਹੋ ਜਾਂਦੀ ਜੀ, ਇੱਥੇ ਯੂਰਪੀਅਨ ਦੀ ਗੱਲ ਨਹੀਂ ਹੁੰਦੀ ਜੀ ਇੱਥੇ। ਮਿਨਰਲ, ਆਹ ਤੁਹਾਡਾ ਮਿਨਰਲ ਵਰਡ ਪਿਆ ਜੀ। ਹੁਣ ਆਪਾਂ ਨੂੰ ਦੂਜਾ ਦਾ ਫਾਈਨਲ ਵਾਲਾ ਮਿਲ ਗਿਆ ਜੀ, ਧਿਆਨ ਨਾਲ ਜਾ ਕੇ ਦੇਖਿਓ ਤਾਂ ਆਪਾਂ ਨੂੰ ਆ 22ਵੇਂ ਨੰਬਰ ਵਾਲਾ ਹੀ ਮਿਲ ਗਿਆ। ਹੁਣ ਇਹ ਸਾਰੇ ਹੁਣ ਵਿੱਚ ਸਾਰੇ ਸੀਕੁਐਂਸ ਪਏ ਹੋਣਗੇ। ਆ ਚੱਕੋ ਜੀ, ਆ ਤੁਹਾਡਾ 22ਵਾਂ ਜੀ ਆ। ਤਾਂ ਹੁਣ ਦੇਖੋ ਤੁਹਾਡਾ ਕੁਐਸਚਨ ਇੱਥੇ ਸੀਗਾ ਆਪਣੇ ਕੋਲੇ 20ਵਾਂ ਇੱਥੋਂ ਸਟਾਰਟ ਹੁੰਦਾ ਜੀ, ਆਪਣਾ ਇੱਥੋਂ ਲੈ ਕੇ ਤੇ 22ਵਾਂ ਆਪਣੇ ਕੋਲੇ ਇੱਥੇ ਪਿਆ ਜੀ। ਬਹੁਤ ਜ਼ਿਆਦਾ ਕਵਰੇਜ ਕਰਾ ਦਿੰਦੀਆਂ ਜਿਹੜੀਆਂ ਵੋਲਿਊਮ ਦੀਆਂ ਬੁੱਕਸ ਹੁੰਦੀ। ਚਲੋ ਸਟਾਰਟ ਕਰਦੇ ਹਾਂ ਜੀ ਆਪਾਂ ਪੜ੍ਹਨਾ, ਕੀ ਕਹਿੰਦੇ। ਤਾਂ ਇਹਨਾਂ ਨੇ ਕੀ ਕਿਹਾ, ਕਹਿੰਦੇ ਜਿਹੜਾ ਇੰਗਲੈਂਡ ਸੀਗਾ ਜੀ ਉਹਨੇ ਲੋਸਟ ਕਰਤੀ ਸੀਗੀ ਜ਼ਿਆਦਾਤਰ ਆਪਣੀ ਜਿਹੜੀ ਲੈਂਡ ਆ, ਲੈਂਡ ਉਹਦੀ ਲੋਸਟ ਹੋ ਗਈ ਸੀ। ਕਦੋਂ? ਜਦੋਂ ਕਹਿੰਦੇ ਆਈਸ ਏਜ ਹੋਇਆ ਸੀਗਾ ਡਿਊ ਟੂ ਦਾ ਰਾਈਜ਼ਿੰਗ ਸੀ ਲੈਵਲ। ਸੀ ਲੈਵਲ ਕਹਿੰਦੇ ਜੀ ਇੰਗਲੈਂਡ ਨੇ ਕਾਫੀ ਜ਼ਿਆਦਾ ਆਪਣੀ ਲੈਂਡ ਲੋਸਟ ਕਰਤੀ ਸੀ। ਕਿਹੜੀ ਚੀਜ਼ ਤੋਂ ਬਾਅਦ ਚੋਂ? ਜਦੋਂ ਆਈਸ ਏਜ ਹੋਇਆ ਸੀਗਾ ਡਿਊ ਟੂ, ਹਾਂਜੀ ਕਿਹਦੇ ਕਾਰਨ ਕਰਕੇ? ਸੀ ਲੈਵਲ ਦੇ ਰਾਈਜ਼ ਹੋਣ ਕਰਕੇ। ਚਲੋ ਜੀ ਜਾ ਕੇ ਦੇਖਦੇ ਹਾਂ ਕਿ ਸੀ ਲੈਵਲ ਜਦੋਂ ਰਾਈਜ਼ ਹੋਇਆ ਆਹ ਵਾਲੀ ਚੀਜ਼ ਤੋਂ ਬਾਅਦ ਚੋਂ, ਤਾਂ ਇੰਗਲੈਂਡ ਨੇ ਆਪਣੀ ਜਿਹੜੀ ਲੈਂਡ ਆ ਉਹ ਲੋਸ ਕੀਤੀ ਸੀ ਜਾਂ ਨਹੀਂ ਕੀਤੀ ਸੀ। ਚਲੋ ਜੀ, ਤਾਂ ਲੋਕੇਸ਼ਨ ਆਪਣੇ ਕੋਲੇ ਹੈ ਜੀ ਇਹਦੀ, ਆਹ ਪਈ ਹੈ ਜੀ, ਧਿਆਨ ਨਾਲ ਦੇਖਿਓ, ਤੁਹਾਡੇ ਤੋਂ ਪੁੱਛੂੰਗਾ ਜੀ। ਆਹ ਪਿਆ ਇੰਗਲੈਂਡ, ਹਾਂਜੀ। ਡੋਮੀਨੈਂਟ ਪ੍ਰੋਸੈਸ ਜੀ ਕਹਿੰਦੇ ਫਿਜ਼ੀਕਲ ਫਾਰਮ ਆਫ ਇੰਗਲੈਂਡ, ਇੱਥੇ ਹਲੇ ਤੱਕ ਕੋਈ ਗੱਲ ਨਹੀਂ ਹੋਈ ਜੀ। ਕਹਿੰਦੇ ਇਨ ਦਾ ਪੋਸਟ ਗਲੇਸ਼ੀਅਲ, ਜਿਹੜਾ ਕਹਿੰਦੇ ਜਾਣੀ ਕਿ ਪੋਸਟ ਗਲੇਸ਼ੀਅਲ ਪੀਰੀਅਡ ਆ। ਪੋਸਟ ਦਾ ਮਤਲਬ ਹੁੰਦਾ ਬਾਅਦ ਚੋਂ। ਧਿਆਨ ਨਾਲ ਦੇਖੋ ਇੱਕ ਚੀਜ਼ ਤੇ, ਗਲੇਸ਼ੀਅਰ ਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਪਤਾ ਹੋ ਕਿ ਉਹਨਾਂ ਨੂੰ ਕੀ ਕਹਿੰਦੇ ਹੁੰਦੇ ਆ, ਆਈਸ। ਤਾਂ ਧਿਆਨ ਨਾਲ ਦੇਖੋ ਇਹਦਾ ਮਤਲਬ ਬਾਅਦ ਚੋਂ, ਕਿਹੜੀ ਚੀਜ਼? ਆਈਸ। ਤੇ ਪੀਰੀਅਡ ਦਾ ਮਤਲਬ ਜੀ ਏਜ। ਤਾਂ ਹੁਣ ਇੱਥੇ ਧਿਆਨ ਨਾਲ ਦੇਖੋ ਕਿ ਕਿੱਦਾਂ ਲਿਖ ਰਹੇ ਆ ਜੀ। ਇਹ ਚੀਜ਼ ਦੇ ਵਿੱਚ ਜੇ ਤੁਸੀਂ ਥੋੜੇ ਵਧੀਆ ਹੋ ਜਾਂਦੇ ਹੋ ਜੀ ਤਾਂ ਫਿਰ ਰੀਡਿੰਗ ਦੇ ਵਿੱਚੋਂ 7 ਵੀ ਕਿਤੇ ਨਹੀਂ ਗਏ। ਪੋਸਟ ਦਾ ਮਤਲਬ ਬਾਅਦ ਦੇ ਵਿੱਚੋਂ, ਗਲੇਸ਼ੀਅਰ ਦਾ ਮਤਲਬ ਆਈਸ ਹੋ ਗਿਆ ਤੇ ਪੀਰੀਅਡ ਦਾ ਮਤਲਬ ਏਜ ਹੋ ਗਿਆ ਜੀ। has been rising in the altitude of sea level, sea level ਵੱਧ ਗਿਆ ਸੀਗਾ। ਜੇ ਤੁਸੀਂ ਜਾ ਕੇ ਹੁਣ ਦੇਖੋ ਧਿਆਨ ਨਾਲ, ਮੈਂ ਤੁਹਾਨੂੰ ਇੱਕ ਇੱਥੇ ਸਟ੍ਰੈਟਜੀ ਦੱਸਾਂ ਤਾਂ ਜੀ, ਤਾਂ ਤੁਹਾਡਾ ਜਿਹੜਾ ਕੁਐਸਚਨ ਆ ਇੰਨਾ ਉਹ ਮੈਚ ਹੋ ਚੁੱਕਿਆ ਜੀ। ਤੁਹਾਡਾ ਆਹ ਵਾਲਾ ਕੁਐਸਚਨ ਮੈਚ ਹੋ ਚੁੱਕਿਆ ਜੀ, ਆਹ ਵਾਲਾ ਜੀ, ਆਹ ਤੇ ਆਹ ਤੁਹਾਡਾ 70% ਕੁਐਸਚਨ ਮੈਚ ਹੋ ਗਿਆ ਜੀ। ਪੈਰਾਫਰੇਜ਼ਿੰਗ ਦੇਖੋ ਜੀ, ਪੋਸਟ ਇਹਨੂੰ ਕਿਹਾ ਜੀ ਗਲੇਸ਼ੀਅਰ, ਹਾਂਜੀ ਪੀਰੀਅਡ। ਤੇ ਇਹਨਾਂ ਨੇ ਰਾਈਜ਼ ਆਫ ਸੀ ਲੈਵਲ, ਰਾਈਜ਼ ਨੂੰ ਉਹਨਾਂ ਨੇ ਹੋਰ ਕੋਲ ਲਿਖਤਾ। ਹੁਣ ਵੈਰੀਫਾਈ ਕਰਨ ਵਾਲਾ ਕੀ ਰਹਿ ਗਿਆ? ਆਹ ਸਾਰੀ ਚੀਜ਼ ਟਰੂ ਆ ਹਾਲੇ ਤੱਕ। ਜਦੋਂ ਗਲੇਸ਼ੀਅਰ ਪੀਰੀਅਡ ਹੋਇਆ ਸੀ ਉਦੋਂ ਬਾਅਦ ਚੋਂ ਸੀ ਲੈਵਲ ਵੱਧ ਗਿਆ ਸੀਗਾ। ਵੈਰੀਫਾਈ ਕੀ ਕਰਨਾ ਬਾਕੀ ਹੈ ਕਿ ਇੰਗਲੈਂਡ ਨੇ ਆਪਣੀ ਜ਼ਿਆਦਾਤਰ ਜਿਹੜੀ ਲੈਂਡ ਆ ਉਹ ਲੋਸਟ ਕਰਤੀ ਸੀ ਜੀ। ਇੱਕ ਨਿੱਕੀ ਚੀਜ਼ ਦੇਖਣੀ ਬਾਕੀ ਰਹਿ ਗਈ ਆ, ਐਲਟੀਟਿਊਡ ਜਿਹੜਾ ਹੈਗਾ ਜੀ ਉਹਦਾ ਉਹ ਰਾਈਸ ਹੋ ਗਿਆ ਸੀ ਸੀ ਲੈਵਲ ਦਾ। ਅੱਗੇ ਜਾ ਕੀ ਕਹਿੰਦੇ ਜੀ, ਜਿਹੜੇ ਥੀ ਗਲੇਸ਼ੀਅਰਸ ਉਹ ਮੈਲਟ ਹੋ ਗਏ ਸੀਗੇ। ਅੱਛਾ ਜੀ, ਓਕੇ। ਜੋ ਇਨਕਰੋਚਮੈਂਟ ਹੋਈ ਸੀ ਸੀ ਦੀ, ਯਾਨੀ ਕਿ ਜਿਹੜਾ ਸੀ ਦੇ ਵਿੱਚ ਵਾਧਾ ਹੋਇਆ ਸੀਗਾ, ਦਾ ਲਾਸ ਆਫ ਹਿਊਜ ਏਰੀਆ ਆਫ ਲੈਂਡ। ਤਾਂ ਇਹਦੇ ਕਰਕੇ ਕੀ ਹੋ ਗਈ? ਧਿਆਨ ਨਾਲ ਦੇਖਿਓ, ਜਿਹੜਾ ਉਹ ਇਲਾਕਾ ਸੀਗਾ ਜੀ, ਕਿਹਦੀ ਗੱਲ ਹੋਈ ਜਾਂਦੀ ਹੈ? ਇੰਗਲੈਂਡ ਦੀ। ਹਿਊਜ ਦਾ ਮਤਲਬ ਜੀ ਕਾਫੀ ਜ਼ਿਆਦਾ, ਉਹ ਕੀ ਹੋ ਗਿਆ ਸੀਗਾ? ਲਾਸ ਹੋ ਗਿਆ ਸੀ। ਤੇ ਹੁਣ ਉਹ ਕਹਿੰਦੇ ਅੰਡਰ ਸੀਗਾ ਜੀ, ਉਹ ਨਾਰਥ ਸੀ ਤੇ ਇੰਗਲਿਸ਼ ਕੈਨਲ ਦੇ ਨੀਚੇ ਸੀਗਾ ਜੀ। ਹਾਂਜੀ, ਤਾਂ ਤੁਹਾਨੂੰ ਮਿਊਟ ਤੋਂ ਖੋਲਦਾ ਜੀ ਮੈਂ, ਤਾਂ ਮੈਨੂੰ ਦੱਸਿਓ ਇਹ ਕੀ ਆਨਸਰ ਲਾਵਾਂ ਜੀ ਇਹਦਾ। ਸਰ ਟਰੂ। ਟਰੂ ਹੈ ਜੀ, ਬਿਲਕੁਲ। ਤਾਂ ਇਹ ਆਪਣਾ ਆਨਸਰ ਆਇਆ ਜੀ, ਇਹਦਾ ਟਰੂ ਆਨਸਰ ਆਇਆ। ਹੁਣ ਧਿਆਨ ਨਾਲ ਦੇਖਿਓ ਜੀ, ਅੱਗੇ ਨੈਕਸਟ ਕੁਐਸਚਨ ਉੱਪਰ ਚੱਲਦੇ ਹਾਂ ਜੀ ਆਪਾਂ। ਨੈਕਸਟ ਕੁਐਸਚਨ, ਐਕਚੁਅਲ ਚ ਆਪਾਂ ਲੋਕੇਸ਼ਨ 3rd ਪੈਰੇ ਤੇ ਭੁਲੇਖੇ ਨਾਲ ਹੋ ਗਏ ਸੀਗੇ ਸਕਰੀਨ ਦੇ ਅਕੋਰਡਿੰਗ। ਜਦੋਂ ਫਿਜ਼ੀਕਲ ਪੇਪਰ ਆਪਣੇ ਸਾਹਮਣੇ ਹੁੰਦਾ ਆਪਾਂ ਨੂੰ ਪਤਾ ਲੱਗਦਾ ਹੁੰਦਾ, ਬਟ ਲੱਕਲੀ ਕਿਸਮਤ ਦੇਖੋ ਆਹ ਪੈਰੇ ਦੇ ਵਿੱਚ ਯੂਰਪ ਵਰਡ ਪਿਆ ਵਾ ਤੇ 3rd ਪੈਰੇ ਦੇ ਵਿੱਚ ਵੀ ਯੂਰਪ ਕੰਟਰੀ ਦੀਆਂ ਗੱਲਾਂ ਹੋਈ ਜਾਂਦੀਆਂ, ਕਿਉਂਕਿ ਕਿਤੇ ਨਾ ਕਿਤੇ ਸਾਰੀ ਰੀਡਿੰਗ ਦੇ ਵਿੱਚ ਦੇਸ਼ ਵਗੈਰਾ ਇਹਨਾਂ ਸਾਰੀਆਂ ਲਿਖੀਆਂ ਪਈਆਂ ਹੁੰਦੀਆਂ, ਕਾਮਨ ਚੀਜ਼ਾਂ ਬਹੁਤ। ਤਾਂ ਧਿਆਨ ਨਾਲ ਦੇਖਿਓ ਜੀ। ਹੁਣ ਮੈਨੂੰ ਪਤਾ ਲੱਗਿਆ ਮੇਰੇ ਇੱਕ ਦਿਨ ਸਟੂਡੈਂਟ ਨੇ ਇਦਾਂ ਕਾਹਤੋਂ ਕਰਤਾ ਸੀਗਾ, ਉਹਨੇ ਐਕਚੁਅਲ ਦੇ ਵਿੱਚ ਦੂਸਰੇ ਪੈਰੇ ਦਾ ਇੱਕ ਕੁਐਸਚਨ ਤੀਸਰੇ ਪੈਰੇ ਵਿੱਚੋਂ ਜਾ ਕੇ ਲੱਭ ਲਿਆ। ਤੇ ਉਹ ਹੁਣ ਅੱਜ ਮੈਨੂੰ ਪਤਾ ਲੱਗਿਆ ਵੀ ਉਹਨੇ ਇਦਾਂ ਕਿਉਂ ਕੀਤਾ ਹੋਊਗਾ, ਕਿਉਂਕਿ ਜੇ ਆਪਾਂ ਯੂਰਪ ਵਰਡ ਤੀਸਰੇ ਵਿੱਚੋਂ ਰਾਉਂਡ ਕਰਕੇ ਆ ਸਕਦੇ ਹਾਂ, ਫਿਰ ਉਹ ਵੀ ਤਾਂ ਕੁਐਸਚਨ ਉਹ ਚੋਂ ਲੱਭ ਕੇ ਲਿਆ ਹੀ ਸਕਦਾ। ਦੇਖਿਓ ਜੀ ਧਿਆਨ ਨਾਲ, ਜਿਹੜੀ ਕਹਿੰਦੇ ਜੀ ਕੋਸਟ ਲਾਈਨ ਆ ਇੰਗਲੈਂਡ ਦੀ, ਧਿਆਨ ਨਾਲ ਦੇਖੋ ਕੋਸਟ ਲਾਈਨ ਦੀ ਗੱਲ ਹੋਈ ਜਾਂਦੀ ਆ,
ਕਿਤੇ ਇੰਗਲੈਂਡ ਦੀ ਗੱਲ ਕੀਤੀ ਹੋਊਗੀ ਤੇ ਕੋਸਟਲਾਈਨ ਦੀ ਫਿਰ ਗੱਲ ਕੀਤੀ ਉਹਦੇ ਨਾਲ। ਜਿਵੇਂ ਤੁਹਾਡਾ ਇੱਥੇ ਇੰਗਲੈਂਡ ਦੇ ਨਾਲ ਲੈਂਡ ਪਿਆ ਸੀਗਾ ਤੇ ਕਹਿੰਦੇ ਜਿਹੜੀ ਉਹਦੀ ਕੋਸਟਲਾਈਨ ਆ ਉਹ ਪੀਰੀਓਡਿਕਲੀ ਚੇਂਜ ਹੋ ਚੁੱਕੀ ਹੈ ਜੀ, ਪੀਰੀਓਡਿਕਲੀ। ਚਲੋ ਜਾ ਕੇ ਦੇਖੀਏ ਜੀ ਆਪਾਂ, ਉਹ ਚੇਂਜ ਹੋ ਚੁੱਕੀ ਹੈ ਜੀ ਕਹਿੰਦੇ ਪੀਰੀਓਡਿਕਲੀ। ਚਲੋ ਜੀ ਆਪਾਂ ਉੱਥੇ ਹੀ ਜਾਂਦੇ ਹਾਂ ਜੀ ਜਿੱਥੇ ਆਪਣਾ ਫਾਈਨਲ ਕੁਐਸਚਨ ਆਪਾਂ ਨੂੰ ਲੱਭਿਆ ਸੀਗਾ ਜੀ। ਤੇ ਇੱਥੇ ਇੰਗਲੈਂਡ ਦੀਆਂ ਗੱਲਾਂ ਆਪਾਂ ਕੰਟੀਨਿਊ ਰੱਖਾਂਗੇ ਜੀ, ਤੇ ਨਾਲ ਨਾਲ ਆਪਣਾ ਕੋਸਟਲਾਈਨ ਇੱਥੋਂ ਤੱਕ ਆਪਾਂ ਪੜਿਆ, ਹਜੇ ਕੋਸਟਲਾਈਨ ਕੋਈ ਨਹੀਂ ਆਇਆ। ਗਾਂ ਜਾ ਕੇ ਸਕੈਨ ਕਰੋ, ਫਰਾਂਸ ਦੀਆਂ ਗੱਲਾਂ ਹੋਈ ਜਾਂਦੀਆਂ, ਹਲੇ ਤੱਕ ਕੋਈ ਵਰਡ ਨਹੀਂ ਆਇਆ ਜੀ। ਕੋਈ ਇੰਗਲੈਂਡ ਦੇ ਵਿੱਚ ਕੋਈ ਕੋਸਟਲਾਈਨ ਦੀ ਗੱਲ ਕੀਤੀ ਪਈ ਹੋਵੇ, ਆਹ ਵਾਲਾ ਵੀ ਆਪਣਾ ਕੀਵਰਡ ਹੈ ਨਹੀਂ ਸੀਗਾ ਜੀ ਐਕਚੁਅਲ ਚ ਹੁੰਦਾ। ਤਾਂ ਅੱਗੇ ਜਾ ਕੇ ਆਪਾਂ ਦੇਖੀਏ ਤਾਂ ਚੇਂਜਸ ਸੈਲਡਮ ਬਿਗਿਨ ਵਨ ਫੈਕਟਰ ਕੰਟਰੀਬਿਊਟਿੰਗ, ਨਹੀਂ ਜੀ ਇੱਥੇ ਕਿਤੇ ਵੀ ਸੀ ਲੈਵਲ ਦੀਆਂ ਗੱਲਾਂ ਕਰੀ ਜਾਂਦੇ ਜੀ। ਫਿਰ ਤਾਂ ਇੱਥੇ ਆਪਾਂ ਨੂੰ ਕੋਸਟਲਾਈਨ ਵਰਡ ਮਿਲ ਗਿਆ। ਧਿਆਨ ਨਾਲ ਦੇਖਿਓ ਜੀ, ਹੁਣ ਇੱਕ ਬੱਚਾ ਕਹੂਗਾ ਕਿ ਸਰ ਇੱਥੇ ਆਪਾਂ ਨੂੰ ਕੋਸਟਲਾਈਨ ਵਰਡ ਮਿਲ ਗਿਆ, ਆਪਾਂ ਨੂੰ ਇੰਗਲੈਂਡ ਮਿਲਿਆ ਨਹੀਂਗਾ ਜੀ। ਜੇ ਇਹ ਕੋਸਟਲਾਈਨ ਅੱਗੇ ਜਾ ਕੇ ਕਿਸੇ ਹੋਰ ਪੈਰਿਆਂ ਦੇ ਵਿੱਚ ਸ਼ਿਫਟ ਹੋ ਜਾਂਦਾ ਤਾਂ ਆਪਾਂ ਨੂੰ ਦੇਖਣਾ ਪੈਣਾ ਸੀ ਕਿ ਇੱਥੇ ਇੰਗਲੈਂਡ ਦੀ ਗੱਲ ਆਸੇ ਪਾਸੇ ਹੋਈ ਜਾਂਦੀ ਕਿ ਨਹੀਂ, ਕਿਉਂਕਿ ਇਹ ਪੈਰਾ ਸਟਾਰਟਿੰਗ ਦੇ ਵਿੱਚੋਂ ਕਾਹਦੇ ਤੇ ਗੱਲ ਕਰੀ ਜਾਂਦਾ, ਇਹ ਗੱਲ ਹੀ ਇੰਗਲੈਂਡ ਦੀ ਕਰੀ ਜਾਂਦਾ ਜੀ। ਤਾਂ ਕਰਕੇ ਕੋਸਟਲਾਈਨ ਕਿਹਦੀ ਆ, ਪੈਰਾ ਸੇਮ ਫਲੋ ਹੋ ਰਿਹਾ ਜੀ, ਜਗ੍ਹਾ ਹਲੇ ਵੀ ਹੋਈ ਆ ਜੀ। ਹੁਣ ਧਿਆਨ ਨਾਲ ਦੇਖਿਓ ਜੀ, ਆਪਾਂ ਕੀ ਦੇਖਣਾ ਹੈ, ਆਪਾਂ ਦੇਖਣਾ ਹੈ ਕਿ ਜਿਹੜੀ ਇੰਗਲੈਂਡ ਦੀ ਜਿਹੜੀ ਕੋਸਟਲਾਈਨ ਆ ਉਹ ਕਹਿੰਦੇ ਪੀਰੀਓਡਿਕਲੀ ਚੇਂਜਡ ਹੋ ਚੁੱਕੀ ਹੈ ਜੀ। ਚਲੋ ਜਾ ਕੇ ਦੇਖੀਏ, ਆਹ ਲਾਈਨ ਪੜ੍ਹਦੇ ਆਪਾਂ ਸਿੱਧੀ ਜੀ। ਭਾਵੇਂ ਕਹਿੰਦੇ ਰਾਈਜ਼ ਕਿਹਦੇ ਵਿੱਚ ਹੋਇਆ ਵਾ, ਸੀ ਲੈਵਲ 'ਚ। ਇੱਥੋਂ ਆਪਾਂ ਨੂੰ ਪਤਾ ਲੱਗਿਆ ਵੀ ਇੰਗਲੈਂਡ ਦੀਆਂ ਗੱਲਾਂ ਹੋਈ ਜਾਂਦੀਆਂ, ਕਿਉਂਕਿ ਦੇਖੋ ਨਾ ਪਿੱਛੇ ਆਪਾਂ ਇਹ ਗੱਲਾਂ ਸਾਰੀਆਂ ਪੜ੍ਹ ਕੇ ਆਏ ਆ। ਕਹਿੰਦੇ ਜੀ ਭਾਵੇਂ ਕਹਿੰਦੇ ਸੀ ਲੈਵਲ ਦੇ ਵਿੱਚ ਰਾਈਜ਼ ਹੋਇਆ, ਕਹਿੰਦੇ ਕੰਪੈਰੀਟਿਵਲੀ ਵੈਲ ਡਾਕੂਮੈਂਟਡ ਆ ਉਹ ਚੀਜ਼, ਵੀ ਨੋ ਲਿਟਲ, ਪਰ ਕਹਿੰਦੇ ਆਪਾਂ ਇੱਕ ਚੀਜ਼ ਦੇ ਬਾਰੇ ਬਹੁਤ ਥੋੜਾ ਜਾਣਦੇ ਆ। ਕਾਹਦੇ ਬਾਰੇ, ਅਬਾਊਟ ਦਾ, ਹਾਂਜੀ, ਕਨਸਟੈਂਟ ਰੀਕਨਫਿਗਰੇਸ਼ਨ ਆਫ ਦਾ ਕੋਸਟਲਾਈਨ। ਜੇ ਤੁਸੀਂ ਗਾਂਹ ਜਾ ਕੇ ਦੇਖੋ ਤਾਂ ਜੀ ਗੱਲਾਂ ਹੋਣ ਲੱਗੀਆਂ ਹੋਰ। ਇਹਦਾ ਮਤਲਬ ਤੁਹਾਡਾ ਜਿਹੜਾ ਕੁਐਸਚਨ ਆ ਜੀ, ਤੁਹਾਡਾ ਸੌਰੀ ਜਿਹੜਾ ਆਨਸਰ ਆ ਉਹ ਆਹ ਵਾਲੀ ਲਾਈਨ ਤੋਂ ਸਿਰਫ ਆਹ ਵਾਲੀ ਲਾਈਨ ਦੇ ਵਿੱਚ ਪਿਆ ਜੀ। ਹੁਣ ਇੱਥੇ ਗੱਲ ਅੰਡਰਸਟੈਂਡਿੰਗ ਦੀ ਹੁੰਦੀ ਆ, ਥੋੜਾ ਜਿਹਾ ਸਮਾਰਟ ਵਰਕ ਕਰਨਾ ਪੈਣਾ ਜੀ ਇੱਥੇ। ਮੇਰੇ ਹਿਸਾਬ ਨਾਲ ਕੋਈ ਬਾਲੇ ਹਾਈ ਲੈਵਲ ਦੀ ਅੰਡਰਸਟੈਂਡਿੰਗ ਨਹੀਂ ਚਾਹੀਦੀ ਇੱਥੇ ਆਪਾਂ। We learn little about the constant reconfiguration of the coastline. ਤੁਹਾਡਾ ਕੁਐਸਚਨ ਕਹਿੰਦਾ ਸੀਗਾ ਜੀ ਕਿ ਇੰਗਲੈਂਡ ਦੀ ਜਿਹੜੀ ਕੋਸਟਲਾਈਨ ਆ ਉਹ ਪੀਰੀਓਡਿਕਲੀ ਚੇਂਜ ਹੋ ਚੁੱਕੀ ਹੈ ਜੀ। ਹਾਂਜੀ ਜੀ, ਕੀ ਲਈਏ? ਸਰ ਟਰੂ ਲੱਗ ਰਿਹਾ। false sir, नॉट गिवन होगा ਲੱਗ ਰਿਹਾ ਜੀ false sir, false, नॉट गिवन ਨੋਟ, ਹਾਂਜੀ ਠੀਕ ਹੈ ਜੀ। ਹੁਣ ਧਿਆਨ ਨਾਲ ਦੇਖਿਓ ਜੀ। ਅੱਛਾ, ਤੁਹਾਨੂੰ ਕੁਐਸਚਨ ਨੇ ਕਿਹਾ ਸੀਗਾ ਜੀ, ਮੈਂ ਤੁਹਾਨੂੰ ਕੁਐਸਚਨ ਤੇ ਲੈ ਕੇ ਜਾਣਾ ਸਾਰਿਆਂ ਨੂੰ। ਐਕਚੁਅਲ ਜੇ ਤੁਸੀਂ ਦੇਖੋ ਤਾਂ ਅੱਜ ਵਾਲੇ ਜਿਹੜੇ ਟਰੂ ਫਾਲਸ ਸੀਗੇ ਇਹ ਟ੍ਰਿਕੀ ਜੇ ਬੜੇ ਸੀਗੇ, ਹਾਲਾਂਕਿ ਇਹਨਾਂ ਵਿੱਚ ਲੈਂਗੁਏਜ ਨਹੀਂ ਬਾਲੀ ਔਖੀ ਹੈਗੀ। ਕਹਿੰਦੇ ਜਿਹੜੀ ਕੋਸਟ ਲਾਈਨ ਆ ਬਿਲਕੁਲ ਜੀ ਉਹ ਲਾਈਨ ਆ ਇੰਗਲੈਂਡ ਦੀ, ਬਿਲਕੁਲ ਪੈਰਾ ਸੇਮ ਆ ਜੀ ਉਹ। ਕਹਿੰਦੇ ਕੋਸਟ ਲਾਈਨ ਚੇਂਜ ਹੋ ਚੁੱਕੀ ਆ, ਹਾਂਜੀ, ਸਮੇਂ ਦੇ ਹਿਸਾਬ ਨਾਲ। ਸਮੇਂ ਦੇ ਹਿਸਾਬ ਨਾਲ ਕੋਸਟ ਲਾਈਨ ਜਿਹੜੀ ਹੈਗੀ ਆ ਉਹ ਚੇਂਜ ਹੋ ਚੁੱਕੀ ਹੈ ਜੀ। ਆਹ ਵਰਡ ਤੇ ਧਿਆਨ ਰੱਖੋ, ਚੇਂਜ ਦਾ ਮਤਲਬ ਕੀ, ਵਧੀ ਹੋਊਗੀ, ਘਟੀ ਹੋਊਗੀ, ਕੁਛ ਤਾਂ ਹੋਇਆ ਹੋਊਗਾ ਨਾ ਜੀ। ਫਲਕਚੁਏਸ਼ਨਸ ਕੀਤੀਆਂ ਹੋਣਗੀਆਂ, ਰੈਪਿਡਲੀ ਡਿਕਲਾਈਨ, ਰੈਪਿਡਲੀ ਇਨਕਲਾਈਨ, ਕੁਛ ਤਾਂ ਹੋਊਗਾ ਨਾ ਜੀ। ਤੁਸੀਂ ਗਏ ਇੱਧਰਲੇ ਪਾਸੇ ਜੀ, ਤੁਸੀਂ ਜਦੋਂ ਪੈਰੇ ਦੇ ਉੱਪਰ ਗਏ ਜੀ ਤਾਂ ਤੁਹਾਨੂੰ ਕੀ ਪਤਾ ਲੱਗਿਆ? ਕਹਿੰਦੇ ਜੀ ਭਾਵੇਂ ਚਲੋ ਸੀ ਲੈਵਲ 'ਚ ਜਿਹੜੀ ਉਹ ਚੀਜ਼ ਰਾਈਜ਼ ਹੋਈ ਉਹਦੇ ਬਾਰੇ ਆਪਾਂ ਨੂੰ ਬਹੁਤ ਕੁਝ ਪਤਾ, ਵੈਲ ਡਾਕੂਮੈਂਟਡ ਚੀਜ਼ ਆ, ਪਰ ਕਹਿੰਦੇ ਜੀ ਆਪਾਂ ਬਹੁਤ ਘੱਟ ਜਾਣਦੇ ਹਾਂ ਜੀ। ਕਿਹਦੇ ਬਾਰੇ? ਕੋਸਟ ਲਾਈਨ ਦੇ ਬਾਰੇ। ਤੇ ਕੋਸਟ ਲਾਈਨ ਤੋਂ ਬੈਕ ਜਾ ਕੇ ਮੈਂ ਜਦੋਂ ਇਹਦਾ ਨੇਚਰ ਦੇਖਾਂ ਤਾਂ ਇਹਨਾਂ ਨੇ ਲਿਖਿਆ ਜੀ ਕੌਨਸਟੈਂਟ ਰੀਕਨਫਿਗਰੇਸ਼ਨ। ਰੀਕਨਫਿਗਰੇਸ਼ਨ ਦਾ ਮੀਨਿੰਗ ਨਹੀਂ ਵੀ ਪਤਾ ਤਾਂ ਡੋਂਟ ਵਰੀ। ਹੁਣ ਜਿਹੜੀ ਕੋਸਟ ਲਾਈਨ ਹੈ ਜੀ ਇਹ ਕੀ ਹੈ ਜੀ? ਕੌਨਸਟੈਂਟ ਆ ਇਹ, ਦਾ ਕੌਨਸਟੈਂਟ ਰੀਕਨਫਿਗਰੇਸ਼ਨ। ਕੌਨਸਟੈਂਟ ਦਾ ਮਤਲਬ ਹੁੰਦਾ ਨੋ ਚੇਂਜ, ਜਿਹੜੀ ਚੀਜ਼ ਇੱਕ ਜਗ੍ਹਾ ਤੇ ਖੜੀ ਆ। ਹੁਣ ਇਹਦਾ ਮਤਲਬ ਰੀਡਿੰਗ ਦੇ ਅਕੋਰਡਿੰਗ ਜਿਹੜੀ ਕੋਸਟ ਲਾਈਨ ਆ ਉਹਦਾ ਨੇਚਰ ਕਿਦਾਂ ਦਾ ਵਾ, ਤੇ ਜਿਹੜਾ ਤੁਹਾਨੂੰ ਕੁਐਸਚਨ ਕਹਿ ਰਿਹਾ ਕਿ ਉਹ ਸਮੇਂ ਦੇ ਹਿਸਾਬ ਨਾਲ ਚੇਂਜ ਹੋ ਚੁੱਕੀ ਆ ਤਾਂ ਉਹਦਾ ਨੇਚਰ ਕਿਦਾਂ ਦਾ। ਹੁਣ ਮੈਨੂੰ ਦੱਸੋ ਕਿ ਜੀ ਇਹ ਕੀ ਆਊਗਾ? ਤੁਸੀਂ ਜੇ ਮੰਨ ਕੇ ਚੱਲੋ ਇਹਨੂੰ ਟਰੂ ਕਹਿ ਰਹੇ ਹੋ ਤਾਂ ਰੀਡਿੰਗ ਤੁਹਾਡੀ ਕਹਿ ਰਹੀ ਹੈ ਕਿ ਜੀ ਕੋਸਟ ਲਾਈਨ ਕੌਨਸਟੈਂਟ ਆ, ਤੁਸੀਂ ਟਰੂ ਤਾਂ ਕਹਿ ਹੀ ਨਹੀਂ ਸਕਦੇ। ਪੈਰਾ ਕਹਿੰਦਾ ਚੇਂਜ ਹੋ ਗਈ ਇੱਕ ਚੀਜ਼, ਰੀਡਿੰਗ ਕਹਿ ਰਹੀ ਹੈ ਜੀ ਉਹ ਕੌਨਸਟੈਂਟ ਆ, ਤਾਂ ਤੁਸੀਂ ਟਰੂ ਤਾਂ ਕਿਸੇ ਹਿਸਾਬ ਨਾਲ ਨਹੀਂ ਇਹਨੂੰ ਕਹਿ ਸਕਦੇ। ਨੋਟ ਗਿਵਨ, ਨੋਟ ਗਿਵਨ ਦੇ ਵਿੱਚ ਤੁਸੀਂ ਕਹੋਗੇ ਸਰ
ਨੋਟ ਗਿਵਨ ਆ ਕਿਉਂਕਿ ਆਪਾਂ ਨੂੰ ਪਤਾ ਨਹੀਂ ਲੱਗ ਪਾਇਆ ਕਿ ਸਰ ਉਹ ਚੇਂਜ ਸਮੇਂ ਦੇ ਹਿਸਾਬ ਨਾਲ ਹੋਈ ਹੈ ਕਿ ਨਹੀਂ। ਤੇ ਮੈਂ ਤੁਹਾਨੂੰ ਕਹਿ ਰਿਹਾ ਕਿ ਉਹ ਕੋਸਟ ਲਾਈਨ ਦੀ ਰੀਕਨਫਿਗਰੇਸ਼ਨ ਦਾ ਨੇਚਰ ਦੱਸ ਰਹੇ ਆ ਜੀ। ਦੱਸੋ ਜੀ ਕੀ ਹੋਊਗਾ ਜੀ ਇਹਦਾ, ਹੁਣ ਦੱਸੋ ਮਾੜਾ False, sir. False. ਜਿਹੜੀ False, sir. ਕਨਫਿਗਰੇਸ਼ਨ ਹੈ ਜੀ ਉਹ ਐਕਚੁਅਲ ਦੇ ਵਿੱਚ ਕਨਸਟੈਂਟ ਆ। ਹਾਂਜੀ ਸਮਝ ਗਏ ਜੀ, ਉਹ ਕਨਸਟੈਂਟ ਆ। ਉਹਦੀ ਜਿਹੜੀ ਰੀਕਨਫਿਗਰੇਸ਼ਨ ਦਾ ਮਤਲਬ ਕੀ ਹੁੰਦਾ ਵਾ ਕਿ ਜਿਹੜੀ ਅਰੇਂਜਮੈਂਟ ਹੁੰਦੀ ਹੈ ਜੀ ਡਿਫਰੈਂਟ ਪਾਰਟਸ ਦੀ, ਤਾਂ ਉਹ ਕੀ ਹੈ ਜੀ, ਉਹ ਕਨਸਟੈਂਟ ਆ। ਕੁਐਸਚਨ ਤੁਹਾਡਾ ਕਹੀ ਜਾਂਦਾ ਜੀ ਪੀਰੀਓਡਿਕਲੀ ਚੇਂਜ ਹੋ ਗਈ, ਚੇਂਜ ਨਹੀਂ ਜੀ, ਆਪਣੇ ਕੋਲੇ ਆਨਸਰ ਹੈਗਾ ਇਹ ਚੀਜ਼ ਦਾ। ਨੋਟ ਗਿਵਨ ਤਾਂ ਕਹੀਏ ਨਾ ਜੇ ਆਪਾਂ ਨੂੰ ਕਹੀਏ ਵੀ ਆਪਾਂ ਨੂੰ ਪਤਾ ਹੀ ਨਹੀਂ, ਤੁਹਾਡਾ ਕੁਐਸਚਨ ਤੁਹਾਨੂੰ ਕਹਿੰਦਾ ਜੀ ਇਹ ਚੀਜ਼ ਚੇਂਜ ਹੋ ਗਈ, ਤੁਸੀਂ ਉਹਨੂੰ ਜਾ ਕੇ ਰਿਪਲਾਈ ਕਰ ਸਕਦੇ ਹੋ। ਕਿਹੜਾ ਰਿਪਲਾਈ ਕਿ ਨਹੀਂ ਜੀ ਕਨਸਟੈਂਟ ਆ। ਜਦੋਂ ਤੁਸੀਂ ਰਿਪਲਾਈ ਕਰ ਸਕਦੇ ਹੋ ਕੁਐਸਚਨ ਨੂੰ, ਇਹਦਾ ਮਤਲਬ ਤੁਹਾਨੂੰ ਜਾਣਕਾਰੀ ਪਤਾ ਵਾ। ਕਈ ਬੱਚੇ ਕਹਿੰਦੇ ਸਰ ਆਪਾਂ ਨੂੰ ਪਤਾ ਹੀ ਨਹੀਂ, ਮੈਂ ਕਹਿੰਦਾ ਨਾ ਕਿ ਤੁਸੀਂ ਕੁਐਸਚਨ ਨੂੰ ਜਾ ਕੇ ਰਿਪਲਾਈ ਕਰ ਸਕਦੇ ਹੋ। ਤੁਹਾਡਾ ਕੁਐਸਚਨ ਕਹਿ ਰਿਹਾ ਚੇਂਜ ਹੋਈ ਹੈ ਚੀਜ਼, ਤੁਸੀਂ ਉਹਨੂੰ ਜਾ ਕੇ ਕੀ ਕਹੋਗੇ, ਨਹੀਂ ਜੀ ਚੇਂਜ ਨਹੀਂ ਹੋਈ, ਕਾਂਸਟੈਂਟ ਹੋਈ ਹੈ। ਜੇ ਤੁਹਾਡੇ ਕੋਲ ਇੱਕ ਰਿਪਲਾਈ ਆ, ਇਹਦਾ ਮਤਲਬ ਤੁਹਾਨੂੰ ਜਾਣਕਾਰੀ ਤਾਂ ਪਤਾ ਵਾ। ਇਦਾਂ ਕਿਵੇਂ ਹੋ ਜੂ ਵੀ ਤੁਹਾਨੂੰ ਜਾਣਕਾਰੀ ਪਤਾ ਨਹੀਂ, ਤਾਂ ਕਰਕੇ ਇਹਦਾ ਨੋਟ ਗਿਵਨ ਨਹੀਂ, ਇਹਦਾ ਫਾਲਸ ਹੋਇਆ ਜੀ। ਹਾਂਜੀ ਚਲੋ ਜੀ ਅੱਗੇ ਚੱਲਦੇ ਹਾਂ ਜੀ। ਆਪਾਂ ਅੱਗੇ ਇਹਨਾਂ ਨੇ ਕੀ ਕਿਹਾ ਜੀ ਆਪਾਂ ਨੂੰ, ਤਾਂ ਅੱਗੇ ਆਪਾਂ ਨੂੰ ਕਹਿੰਦੇ ਜੀ ਇਹ ਕਿ ਜਿਹੜੀਆਂ ਕੋਸਟਲ ਆਰਕੀਓਲੋਜੀਕਲ ਐਵੀਡੈਂਸ ਹੈਗੇ ਆ, ਜਿਹੜੇ ਕੋਸਟਲ ਆਰਕੀਓਲੋਜੀਕਲ ਆਪਣੇ ਕੋਲੇ ਐਵੀਡੈਂਸ ਆ, ਮੇ ਬੀ ਵੈਲ ਪ੍ਰੋਟੈਕਟਡ, ਸ਼ਾਇਦ ਉਹ ਵੈਲ ਪ੍ਰੋਟੈਕਟਡ ਹੈ ਕਿਹਦੇ ਦੁਆਰਾ ਜੀ, ਸੀ ਵਾਟਰ ਦੇ ਦੁਆਰਾ ਜੀ। ਜਿਹੜੇ ਆਰਕੀਓਲੋਜੀਕਲ ਐਵੀਡੈਂਸ ਹੈਗੇ ਆ ਕੋਸਟਲ, ਉਹ ਕਹਿੰਦੇ ਵੈਲ ਪ੍ਰੋਟੈਕਟਡ ਆ, ਸ਼ਾਇਦ ਕਿਹਦੇ ਦੁਆਰਾ ਜੀ, ਸੀ ਵਾਟਰ ਦੇ ਦੁਆਰਾ। ਯਾਨੀ ਕਿ ਸੀ ਵਾਟਰ ਨੇ ਉਹਨਾਂ ਨੂੰ ਪ੍ਰੋਟੈਕਟ ਕਰਕੇ ਰੱਖਿਆ ਹੋਇਆ ਜੀ। ਚਲੋ ਜੀ ਜਾ ਕੇ ਵੈਰੀਫਾਈ ਕਰਕੇ हमने ਕਿ ਕੀ ਇਦਾਂ ਦੀ ਚੀਜ਼ ਹੋਈ ਹੈ ਜੀ। ਹਾਂਜੀ ਜਾ ਕੇ ਵੈਰੀਫਾਈ ਕਰਕੇ ਉਹਨੇ ਜੀ। ਹਾਂਜੀ ਤਾਂ ਇੱਥੇ ਆਪਣਾ ਕੋਸਟ ਲਾਈਨ ਵਾਲਾ ਸੀਗਾ ਜੀ। ਅੱਗੇ ਚੱਲਦੇ ਹਾਂ ਜੀ। ਕੀਵਰਡ ਤੁਹਾਡਾ ਕੀ ਹੈ ਜੀ, ਸੀ ਵਾਟਰ ਹੋ ਸਕਦਾ, ਓਸ਼ਨ ਹੋ ਸਕਦਾ ਜੀ, ਤੇ ਤੁਹਾਡੇ ਐਵੀਡੈਂਸ ਹੋ ਸਕਦੇ ਆ। ਚਲੋ ਜਾ ਕੇ ਦੇਖੀਏ ਜੀ। ਅਫੈਕਟਡ ਬਾਏ, ਹਲੇ ਇੱਥੇ ਕਿਤੇ ਨਹੀਂ, ਯੈਟ ਨਾਟ ਐਡਿਕੁਏਟਲੀ ਓਕੇ ਰਿਸਰਚਡ। ਕੋਸਟ ਲਾਈਨ ਹਿਸਟਰੀਜ਼ ਆ ਜਿਹੜੀਆਂ ਜੀ, ਗਵਰਨਮੈਂਟ ਅਵੇਲੇਬਲ ਫॉर द ਫਿਊਚਰ ਰਿਸਰਚ। ਹਾਂਜੀ ਕਿਤੇ ਨਹੀਂ ਇੱਥੇ ਗੱਲ ਕੀਤੀ ਜੇ ਤੇ ਆਪਾਂ ਨੂੰ so great has been the rise in and the cost much of the archaeological evidence। ਆ ਤੁਹਾਡੀ ਲੋਕੇਸ਼ਨ ਪਈ ਹੈ ਜੀ, ਤਾਂ ਧਿਆਨ ਨਾਲ ਦੇਖਿਓ ਜੀ। ਉਹਨੇ ਇਹ ਲਾਈਨ ਨੂੰ ਧਿਆਨ ਨਾਲ ਪੜ੍ਹਨਾ ਜੀ, ਬਸ ਇਹ ਵਾਲੀ ਲਾਈਨ ਨੂੰ ਧਿਆਨ ਨਾਲ ਪੜ੍ਹਨਾ। ਕਹਿੰਦੇ ਜੀ so great has been the rise in sea level, so great ਕਾਫੀ ਜ਼ਿਆਦਾ ਕਹਿੰਦੇ ਰਾਈਜ਼ ਹੋ ਚੁੱਕਾ ਸੀ ਲੈਵਲ ਦੇ ਵਿੱਚ। ਤੇ ਜਿਹੜੀ ਕਨਸੀਕੁਐਂਟ ਰਿਗਰੈਸ਼ਨ ਆ ਕਿਹਦੀ, ਕੋਸਟ ਦੀ, that much of the archaeological evidence now exposed। ਕਹਿੰਦੇ ਜੀ ਸੀ ਲੈਵਲ ਦੇ ਵਿੱਚ ਕਾਫੀ ਜ਼ਿਆਦਾ ਰਾਈਜ਼ ਹੋ ਚੁੱਕਾ ਵਾ, ਤੇ ਜਿਹੜਾ ਹੁਣ ਕਨਸੀਕੁਐਂਟ ਰਿਗਰੈਸ਼ਨ ਆ ਕੋਸਟ ਦਾ, ਉਹ ਕਹਿੰਦੇ ਜੀ ਕੀ, ਹਾਂਜੀ ਜਾਨੀ ਕਿ ਮਚ ਆਫ ਦਾ ਆਰਕੀਓਲੋਜੀਕਲ ਐਵੀਡੈਂਸ ਜਿਹੜੇ ਹੈਗੇ ਆ ਨਾਓ ਐਕਸਪੋਜ਼ਡ, ਉਹ ਹੁਣ ਦਿਖਣਗੇ ਇੱਕ ਹਿਸਾਬ ਦੇ, ਉਹ ਐਕਸਪੋਜ਼ ਹੋਣਗੇ ਜੀ। ਕਿਹਦੇ ਵਿੱਚ, ਕੋਸਟਲ ਜ਼ੋਨ ਦੇ ਵਿੱਚ। ਜਿਹੜੀ ਉਹ ਸਤ੍ਹਾ ਹੈਗੀ ਆ, ਜਿਹੜੀ ਉਹ ਸਮੁੰਦਰ ਦੀ ਧਰਤੀ ਜੀ ਹੁੰਦੀ ਆ, ਉਹ ਸ਼ਾਇਦ ਕਿਤੇ ਨਾ ਕਿਤੇ ਬਾਹਰ ਆਉਣ ਜੀ। ਹੁਣ ਵੈਦਰ ਬੀਇੰਗ ਅਰੋਡਡ, ਭਾਵੇਂ ਉਹ ਨੀਚੇ ਆਪਾਂ ਕਹਿ ਦਈਏ ਵੀ ਨੱਪੇ ਹੋਏ ਆ, ਜਾਂ ਉਹਨਾਂ ਨੂੰ ਕੋਈ ਜਾਨੀ ਕਿ ਵਹਾ ਕੇ ਲੈ ਗਿਆ, ਔਰ ਐਕਸਪੋਜ਼ਡ ਉਹ ਕਹਿਣਗੇ ਬਿਊਰਿਡ ਲੈਂਡ ਸਰਫੇਸ ਇਜ਼ derived from what was originally territorial occupation। ਜਿਹੜੀ ਚੀਜ਼ ਜੀ ਕਹਿੰਦੇ ਅਰੋਡਡ ਹੋਊਗੀ, ਜਾਂ ਤਾਂ ਕੋਈ ਚੀਜ਼ ਜਾਂ ਕਹਿੰਦੇ ਬਾਹਰ ਆਊਗੀ ਜੀ ਲੈਂਡ ਸਰਫੇਸ ਦੇ ਉੱਪਰ, ਜਿਹੜੀ ਕੀ ਹੋਈ ਸੀਗੀ ਜੀ, ਕਹਿੰਦੇ ਜਿਹੜੀ ਆਕੂਪੇਸ਼ਨ ਦੇ ਵਿੱਚ, ਜਿਹੜੀ ਆਕੂਪੇਸ਼ਨ ਦੇ ਵਿੱਚ ਸੀਗੀ ਚੀਜ਼ ਪਹਿਲਾਂ ਤੋਂ। ਅਗੇਨ ਬਹੁਤ ਟ੍ਰਿਕੀ ਕੁਐਸਚਨ ਆ ਜੀ, ਜ਼ਿਆਦਾਤਰ ਬੱਚਿਆਂ ਨੂੰ ਤਾਂ ਇਦਾਂ ਲੱਗਣਾ ਕਿ ਗੱਲਾਂ ਹੀ ਨਹੀਂ ਹੋ ਰਹੀਆਂ ਜੀ, ਕੀ ਕਰ ਰਹੇ ਆ ਜੀ। ਤਾਂ ਹੁਣ ਧਿਆਨ ਨਾਲ ਦੇਖਿਓ ਜੀ। ਤਾਂ ਤੁਹਾਨੂੰ ਕੁਐਸਚਨ ਨੇ ਕਿਹਾ ਸੀ ਜੀ, ਕਹਿੰਦੇ ਕਿ ਜਿਹੜਾ ਕੋਸਟਲ ਏਰੀਆ ਹੈਗਾ ਵਾ, ਜਿਹੜਾ ਸੀ ਹੈਗਾ ਵਾ, ਉਹਦੇ ਵਿੱਚ ਕੁਝ ਆਰਕੀਓਲੋਜੀਕਲ ਸਬੂਤ ਹੋ ਸਕਦੇ ਆ। ਤੁਹਾਡਾ ਕੁਐਸਚਨ ਇਹ ਕਹਿ ਰਿਹਾ ਵਾ
ਤੁਸੀਂ ਉਹ ਰੀਡਿੰਗ ਤੇ ਆਏ ਜੀ। ਰੀਡਿੰਗ ਤੁਹਾਨੂੰ ਕਹਿ ਰਹੇ ਆ ਜੀ ਹੁਣ ਸੀ ਲੈਵਲ ਦੇ ਵਿੱਚ ਬਹੁਤ ਰਾਈਜ਼ ਹੋ ਚੁੱਕਾ, ਪਾਣੀ ਯਾਨੀ ਕਿ ਬਹੁਤ ਛੱਲਾ ਮਾਰਦਾ ਤਾਂ ਤੱਕਰ। ਕਹਿੰਦੇ ਜੀ ਹੁਣ ਜਿਹੜੀ ਇਹ ਚੀਜ਼ ਹੈ ਨਾ, ਇਹ ਸਬੂਤ ਨੂੰ ਬਾਹਰ ਲੈ ਕੇ ਆਊਗੀ, ਕੋਸਟਲ ਜ਼ੋਨ ਤੇ ਲੈ ਕੇ ਆਊ। ਜਿਹੜੀਆਂ ਚੀਜ਼ਾਂ ਵਿੱਚ ਬਿਊਰਿਡ ਹੋਈਆਂ ਸੀ, ਕਹਿੰਦੇ ਨੱਪੀਆਂ ਵੀਆਂ ਸੀਗੀਆਂ ਸਮੁੰਦਰਾਂ ਦੇ ਵਿੱਚ, ਉਹ ਜਿਹੜੀਆਂ ਪਹਿਲਾਂ ਕਹਿੰਦੇ ਐਕੂਪੇਸ਼ਨ ਕੀਤੀਆਂ ਹੋਈਆਂ ਸੀਗੀਆਂ, ਉਹ ਕਹਿੰਦੇ ਚੀਜ਼ਾਂ ਬਾਹਰ ਆਉਣਗੀਆਂ ਜੀ। ਤਾਂ ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡੀ ਰੀਡਿੰਗ ਦੇ ਅਕੋਰਡਿੰਗ, ਕੁਐਸਚਨ ਤੁਹਾਨੂੰ ਕਹਿ ਰਿਹਾ ਕਿ ਸਮੁੰਦਰ ਦੇ ਵਿੱਚ ਸ਼ਾਇਦ ਆਰਕੀਓਲੋਜੀਕਲ ਐਵੀਡੈਂਸ ਹੋ ਸਕਦੇ ਆ, ਤੇ ਤੁਹਾਡੀ ਰੀਡਿੰਗ ਤੁਹਾਨੂੰ ਕਹਿ ਰਹੀ ਹੈ ਜੀ ਹੁਣ ਛੱਲਾਂ ਉੱਪਰ ਤੱਕ ਆ ਗਈਆਂ ਤੇ ਹੁਣ ਸਬੂਤ ਬਾਹਰ ਆਉਣਗੇ। ਇਹਦਾ ਮਤਲਬ ਰੀਡਿੰਗ ਨੂੰ ਤੁਹਾਡੀ ਨੂੰ ਲੱਗ ਰਿਹਾ ਵਾ ਕਿ ਕੋਸਟਲ ਏਰੀਏ ਦੇ ਵਿੱਚ ਸੀ ਦੇ ਵਿੱਚ ਸਬੂਤ ਹੋਣਗੇ। ਮੈਂ ਤੁਹਾਡੇ ਤੋਂ ਕੀ ਪੁੱਛ ਰਿਹਾ, ਧਿਆਨ ਨਾਲ ਸੁਣਿਓ। ਮੈਂ ਤੁਹਾਨੂੰ ਪੁੱਛ ਰਿਹਾ ਵੀ ਕੀ ਤੁਹਾਡੀ ਰੀਡਿੰਗ ਨੂੰ ਲੱਗ ਰਿਹਾ ਵਾ ਵੀ ਕੋਸਟਲ ਜ਼ੋਨ ਦੇ ਵਿੱਚ ਸਬੂਤ ਹੈਗੇ ਆ? ਸ਼ਾਇਦ ਸਿਰਫ ਰੀਡਿੰਗ ਦੇ ਬਾਰੇ ਦੱਸਣਾ, ਕੀ ਤੁਹਾਡੀ ਰੀਡਿੰਗ ਨੂੰ ਲੱਗ ਰਿਹਾ ਵਾ? ਹਾਂਜੀ ਸਰ। ਹਾਂਜੀ ਸਰ ਲੱਗ ਰਿਹਾ ਸਮਝਦੇ ਨਾ ਮੈਂ ਕੀ ਕਹਿ ਰਿਹਾ? ਬਈ ਜੇ ਉਹ ਆਪਾਂ ਨੂੰ ਮੈਨੂਪੂਲੇਟ ਕਰਦੇ ਆ ਤਾਂ ਮੈਂ ਤੁਹਾਡੇ ਤੋਂ ਸਿਰਫ ਇਹ ਪੁੱਛ ਰਿਹਾ ਵੀ ਕੀ ਤੁਹਾਡੀ ਰੀਡਿੰਗ ਨੂੰ ਲੱਗ ਰਿਹਾ ਕਿ ਜੀ ਸਮੁੰਦਰ ਦੇ ਵਿੱਚ ਚੀਜ਼ਾਂ ਹੋਣਗੀਆਂ? ਤੁਸੀਂ ਕਹਿ ਰਹੇ ਹੋ ਹਾਂਜੀ ਜੀ, ਰੀਡਿੰਗ ਤਾਂ ਕਹਿ ਰਹੀ ਹੈ ਕਿ ਉਹ ਬਾਹਰ ਆਉਣਗੀਆਂ, ਤੇ ਤੁਹਾਡਾ ਕੁਐਸਚਨ ਵੀ ਤਾਂ ਸੇਮ ਹੀ ਕਹਿ ਰਿਹਾ ਜੀ। ਤੁਹਾਡਾ ਕੁਐਸਚਨ ਵੀ ਤਾਂ ਸੇਮ ਹੀ ਕਹਿ ਰਿਹਾ ਕਿ ਸੀ ਦੇ ਵਿੱਚ ਸੰਭਾਵਨਾ ਵਾ ਕਿ ਚੀਜ਼ਾਂ ਹੋਣਗੀਆਂ। ਇਹਦਾ ਮਤਲਬ ਕੀ ਹੋ ਗਿਆ ਜੀ? ਟਰੂ ਹੋ ਗਿਆ ਜੀ। ਅੱਗੇ ਨਾ ਪਤਾ ਜੀ, ਇਹ ਚੀਜ਼ ਨੂੰ ਆਪਣੇ ਮਾਈਂਡ 'ਚ ਰੱਖਣਾ। ਤੁਸੀਂ ਆਪਣੀ ਰੀਡਿੰਗ ਤੋਂ ਪੁੱਛੋ ਨਾ ਕਿ ਰੀਡਿੰਗ ਦੇ ਵਿੱਚ ਕੀ ਹੈ ਜੀ। ਜਦੋਂ ਤੁਹਾਨੂੰ ਕੋਈ ਚੀਜ਼ ਨੋਟ ਗਿਵਨ ਲੱਗਦੀ ਆ, ਤੁਸੀਂ ਕੁਐਸਚਨ ਨਾਲ ਨਹੀਂ ਨਾ ਜਾਓ, ਤੁਸੀਂ ਪਹਿਲਾਂ ਇਹ ਜਾਣਨ ਦੀ ਕੋਸ਼ਿਸ਼ ਕਰੋ ਵੀ ਮੇਰੀ ਰੀਡਿੰਗ ਕੀ ਮੈਨੂੰ ਕਹਿ ਰਹੀ ਆ। ਰੀਡਿੰਗ ਸੱਚ ਕਹੂਗੀ ਹਮੇਸ਼ਾ ਜੀ, ਕੁਐਸਚਨ ਝੂਠ ਮਾਰਦਾ ਹੁੰਦਾ, ਫਾਲਸ ਬਣ ਜਾਂਦਾ ਹੁੰਦਾ ਜੀ। ਜੇ ਆਪਾਂ ਦੇਖੀਏ ਤਾਂ ਜਾਨੀ ਕਿ ਲਾਸਟ ਉੱਪਰ ਚੀਜ਼ਾਂ ਤਾਂ ਸਾਰੀਆਂ ਤੁਹਾਡੇ ਪੈਸੇਜ 'ਚ ਹੀ ਹੁੰਦੀਆਂ ਵਾ, ਨਾ ਕਿ ਤੁਹਾਡੇ ਕੁਐਸਚਨਾਂ ਦੇ ਵਿੱਚੋਂ। ਤਾਂ ਠੀਕ ਹੈ ਜੀ, ਹੁਣ ਧਿਆਨ ਨਾਲ ਦੇਖਿਓ ਜੀ। ਪ੍ਰੀ ਮਾਡਰਨ ਪੀਪਲ ਤਾਂ ਆਪਣਾ ਕੀਵਰਡ ਲੱਭਿਆ ਪਿਆ ਸੀਗਾ ਜੀ। ਕਹਿੰਦੇ ਜੀ ਜਿਹੜਾ ਡਿਜ਼ਾਈਨ ਹੈ ਕਹਿੰਦੇ ਬੋਟਸ ਦਾ, ਤੇ ਬੋਟਸ ਜਿਹੜੀਆਂ ਕਹਿੰਦੇ ਯੂਜ਼ ਹੁੰਦੀਆਂ ਸੀਗੀਆਂ ਪ੍ਰੀ ਮਾਡਰਨ ਲੋਕਾਂ ਦੇ ਦੁਆਰਾ। ਹੁਣ ਇਹ ਤਾਂ ਦੇਖੋ ਨਾ ਜੀ, ਸਾਰਿਆਂ ਨੂੰ ਇਹ ਤੁਹਾਨੂੰ ਬੱਚੇ ਨੂੰ ਪਤਾ ਕਿ ਵਾਜ਼ ਜਿਹੜਾ ਹੁੰਦਾ ਵਾ ਉਹ ਲੋਕਾਂ ਦੇ ਦੁਆਰਾ ਤਾਂ ਲੱਗ ਨਹੀਂ ਸਕਦਾ ਹੁੰਦਾ। ਲੋਕ ਤਾਂ ਇੱਕ ਯਾਨੀ ਕਿ ਪਲੂਰਲ ਟਰਮ ਆ, ਪ੍ਰੀ ਮਾਡਰਨ ਪੀਪਲ ਦੇ ਲਈ ਤਾਂ ਵਾਜ਼ ਲੱਗ ਹੀ ਨਹੀਂ ਸਕਦਾ ਜੀ। ਹੁਣ ਜੇ ਤੁਸੀਂ ਇਦੋਂ ਬੈਕ ਜਾ ਵੜੋ, ਤੁਹਾਡਾ ਵਰਡਸ ਲਿਖਿਆ ਬੋਟਸ, ਤਾਂ ਬੋਟਸ ਦੇ ਲਈ ਤਾਂ ਉਹ ਵਰ ਲਾਉਣਗੇ ਜੀ, ਵਾਜ਼ ਕਾਹਤੋਂ ਲਾਉਣਗੇ? ਤਾਂ ਉਦੋਂ ਪਿੱਛੇ ਤੁਹਾਡਾ ਵਰਡ ਪਿਆ ਡਿਜ਼ਾਈਨ, ਜੋ ਕਿ ਇੱਕ ਸਿੰਗਲ ਵਰਡ ਆ। ਇਹਦਾ ਮਤਲਬ ਉਹ ਜਿਹੜਾ ਵਾਜ਼ ਲਾਇਆ ਉਹ ਕਿਹਦੇ ਲਈ ਲਾਇਆ ਵਾ? ਡਿਜ਼ਾਈਨ ਲਈ ਲਾਇਆ ਜੀ। ਆਹ ਵਾਲੀ ਚੀਜ਼ ਆਪਣੇ ਆਪ ਨੂੰ ਸ਼ਾਰਪ ਕਰਨਾ ਸ਼ੁਰੂ ਕਰੋ ਇਹਦੇ ਵਿੱਚ। ਹੁਣ ਵਿੱਚ ਵਾਲੀ ਚੀਜ਼ ਸਾਰੀ ਕੱਟ ਦਿਓ ਜੀ, ਹਲੋ ਜੀ, ਇਹਨੂੰ ਕੱਟ ਦਿਓ ਹੁਣ ਸਾਰੇ ਨੂੰ। ਹਾਂਜੀ, ਤਾਂ ਤੁਹਾਡਾ ਕੁਐਸਚਨ ਕੀ ਆ? ਡਿਜ਼ਾਈਨ ਵਾਜ਼ ਵੈਰੀ ਸਿੰਪਲ। ਕਹਿੰਦੇ ਡਿਜ਼ਾਈਨ ਬੜਾ ਸਿੰਪਲ ਸੀ, ਬਸ ਤੁਸੀਂ ਆਹ ਚੀਜ਼ ਦੇਖਣ ਜਾਣਾ ਹੁਣ ਰੀਡਿੰਗ 'ਚ। ਤੇ ਹੁਣ ਤੁਸੀਂ ਪੁੱਛੋ ਵੀ ਡਿਜ਼ਾਈਨ ਕਾਹਦਾ? ਡਿਜ਼ਾਈਨ ਹੈ ਜੀ ਉਹ ਬੋਟਸ ਦਾ, ਜਿਹੜੀਆਂ ਪ੍ਰੀ ਮਾਡਰਨ ਲੋਕਾਂ ਦੁਆਰਾ ਯੂਜ਼ ਹੁੰਦੀਆਂ ਸੀ। ਬਸ ਇਹਨੂੰ ਆਪਦਾ ਹਲਕਾ ਜਿਹਾ ਮਾਈਂਡ 'ਚ ਰੱਖ ਲਓ। ਮੇਨ ਕੁਐਸਚਨ ਕੀ ਹੈ ਜੀ? ਮੇਨ ਕੁਐਸਚਨ ਹੈ ਜੀ ਡਿਜ਼ਾਈਨ ਬੜਾ ਸਿੰਪਲ ਸੀਗਾ ਜੀ। ਕਹਿੰਦੇ ਡਿਜ਼ਾਈਨ ਕਾਹਦਾ? ਬੋਟਸ ਦਾ, ਜਿਹੜਾ ਪ੍ਰੀ ਮਾਡਰਨ ਲੋਕ ਯੂਜ਼ ਕਰਦੇ ਹੁੰਦੇ ਸੀ। ਚਲੋ ਜੀ ਜਾ ਕੇ ਦੇਖ ਕੇ ਆਈਏ। ਆਪਾਂ ਦੇਖਣ ਜਾਣਾ ਕਿ ਡਿਜ਼ਾਈਨ ਸਿੰਪਲ ਸੀਗਾ ਜੀ। ਆਹ ਪਿਆ ਤੁਹਾਡਾ ਪ੍ਰੀ ਮਾਡਰਨ ਪੀਪਲ ਜੀ। ਕਹਿੰਦੇ ਬੋਟਸ ਜਿਹੜੀਆਂ ਸਮ ਆਫ ਦਾ ਮੋਸਟ ਕੰਪਲੈਕਸ ਆਰਟੀਫੈਕਟ। ਇਹਦਾ ਮਤਲਬ ਕੀ ਹੁੰਦਾ? ਸ਼ੇਪ, ਡਿਜ਼ਾਈਨ, ਬਣਤਰ ਜਿਹਨੂੰ ਕਹਿ ਦਿੰਦੇ ਆ। ਕਹਿੰਦੇ ਜੀ ਉਹ ਕੰਪਲੈਕਸ ਸੀਗੀ ਜਿਹੜੀ ਪ੍ਰੋਡਿਊਸ ਹੁੰਦੀਆਂ ਸੀ ਇਹਨਾਂ ਦੇ ਦੁਆਰਾ ਜੀ। ਤਾਂ ਹੁਣ ਇਹ ਸਭ ਤੋਂ ਸੌਖਾ ਸੀਗਾ ਜੀ। ਐਗਜ਼ਾਮੀਨਰ ਇੱਕ ਅੱਧਾ ਇਦਾਂ ਦਾ ਵੀ ਰੱਖਦਾ ਹੁੰਦਾ ਨਾ, ਹੁਣ ਸਾਰੇ ਥੋੜੀ ਔਖੇ ਰੱਖੂ। ਕੀ ਆਨਸਰ ਹੈ ਜੀ? ਤਾਂ ਇੱਥੇ ਉਹ ਚੀਜ਼ ਨੂੰ ਆਪਣੇ ਮਾਈਂਡ 'ਚ ਰੱਖਿਓ ਜੀ ਕਿ ਤੁਸੀਂ ਕੱਟ ਕੇ ਪੜ੍ਹਿਆ ਕਰੋ, ਦੇਖਿਆ ਕਰੋ ਵਾਜ਼ ਕਿਹਦੇ ਲਈ ਲਾਇਆ ਜੀ, ਵਰਕ ਕਿਹਦੇ ਲਈ ਲਾਇਆ। ਇਹ ਚੀਜ਼ਾਂ ਦਾ ਜਾਣਨਾ ਬਹੁਤ ਜ਼ਰੂਰੀ ਹੁੰਦਾ ਜੀ ਕਦੇ ਕਦੇ ਆਪਾਂ ਨੂੰ। ਅੱਗੇ ਲਿਖਿਆ ਪਿਆ ਜੀ ਸਿਮਿਲਰ ਬੋਟ। ਹੁਣ ਧਿਆਨ, ਹੁਣ ਇੱਥੇ ਐਗਜ਼ਾਮੀਨਰ ਨੇ ਕੀ ਕਰਨਾ ਜੀ? ਐਗਜ਼ਾਮੀਨਰ ਨੇ ਸਾਰੀ ਲਾਈਨ ਲਿਖ ਦੇਣੀ ਹੈ ਉਧਰ ਰੀਡਿੰਗ 'ਚ ਜਾ ਕੇ ਕਿ ਜੀ ਬੋਟਸ ਲੱਭੀਆਂ ਗਈਆਂ ਸੀਗੀਆਂ ਜੀ ਯੂਰਪੀਅਨ ਕੰਟਰੀਜ਼ ਦੇ ਵਿੱਚ। ਯੂਰਪੀਅਨ ਕੰਟਰੀਜ਼ ਨੂੰ ਸ਼ਾਇਦ ਬ੍ਰੈਕਟ 'ਚ ਪਾ ਕੇ 3-4 ਕੰਟਰੀਆਂ ਲਿਖ ਵੀ ਦੇਵੇ ਤੇ ਬੱਚੇ ਨੇ ਸਾਰਾ ਪੜ੍ਹ ਕੇ ਲਿਆ ਕੇ ਇਹਦੇ ਟਰੂ ਲਾ ਦੇਣਾ ਜੀ। ਬਟ ਇੱਕ ਚੀਜ਼ ਨਹੀਂ ਬੱਚੇ ਨੂੰ ਪਤਾ ਕਿ ਉਹ ਗੱਲ ਕਰ ਰਹੇ ਆ ਸਿਮਿਲਰ ਬੋਟਸ ਦੀ, ਵੈਸੇ ਬੋਟਸ ਦੀ ਗੱਲ ਨਹੀਂ ਕਰ ਰਹੇ ਹੋ। ਤੁਹਾਨੂੰ ਰੀਡਿੰਗ 'ਚ ਚੱਕ ਕੇ ਲਿਖ ਦੇਣੋ ਕਿ ਜੀ ਬੋਟਸ ਲੱਭੀਆਂ ਗਈਆਂ ਸੀ ਯੂਰਪੀਅਨ ਕੰਟਰੀ ਦੇ ਵਿੱਚ, ਤੁਸੀਂ ਆ ਕੇ ਟਰੂ ਲਾਤਾ। ਇੱਕ ਚੀਜ਼ ਤਾਂ ਤੁਸੀਂ ਦੇਖਣੋਂ ਹੀ ਭੁੱਲ ਗਏ ਜੀ, ਜਿਹਦੇ ਸਿਰ ਤੇ ਕੁਐਸਚਨ ਡਿਜ਼ਾਈਨ ਕੀਤਾ ਗਿਆ ਸੀਗਾ। ਸੋ ਵੈਸੇ ਕੁਐਸਚਨ ਨੂੰ ਹੋਰ ਤਰੀਕੇ ਨਾਲ ਡਿਜ਼ਾਈਨ ਕੀਤਾ, ਬਟ ਮੈਂ ਤੁਹਾਨੂੰ ਇੱਕ ਸਟ੍ਰੈਟਜੀ ਨਾਲ ਦੇ ਰਿਹਾ ਕਿ ਇਦਾਂ ਵੀ ਪੋਸੀਬਲ ਆ, ਇਦਾਂ ਵੀ ਫਾਈਨਲ 'ਚ ਹੋ ਸਕਦਾ ਜੀ।
ਕਿ ਮੈਂ ਸਾਰਾ ਕੁਐਸਚਨ ਲਿਖ ਦੂੰਗਾ ਜੀ ਉਧਰ ਜਾ ਕੇ, ਆਹ ਲਾਈਨ ਨੂੰ ਮੈਂ ਪੈਰਾਫਰੇਜ਼ ਕਰਕੇ ਲਿਖਤਾ ਜੀ, ਸਿਮਿਲਰ ਵਰਡ ਨਹੀਂ ਉਧਰ ਮੈਂ ਲਿਖਿਆ। ਤੁਸੀਂ ਕੀ ਲਾਓਗੇ ਜੀ? ਤੁਹਾਡਾ ਕੁਐਸਚਨ ਕਹਿੰਦਾ ਸਿਮਿਲਰ ਬੋਟ ਲੱਭੀਆਂ ਗਈਆਂ ਸੀਗੀਆਂ ਯੂਰਪੀਅਨ ਕੰਟਰੀ ਦੇ ਵਿੱਚ, ਜ਼ਿਆਦਾਤਰ ਦੇ ਵਿੱਚ ਤੁਹਾਡੀ ਰੀਡਿੰਗ ਕਹਿ ਰਹੀ ਹੈ ਜੀ ਜ਼ਿਆਦਾਤਰ ਯੂਰਪੀਅਨ ਕੰਟਰੀਜ਼ ਦੇ ਵਿੱਚੋਂ ਬੋਟਸ ਲੱਭੀਆਂ ਗਈਆਂ ਸੀਗੀਆਂ ਜੀ, ਤੇ ਸਿਮਿਲਰ ਵਰਡ ਨਹੀਂ ਪਰ ਉਹਨਾਂ ਨੇ ਦਿੱਤਾ ਰੀਡਿੰਗ ਚ, ਤਾਂ ਕੀ ਲਾਓਗੇ ਜੀ ਇਹਦਾ? ਨਾਟ ਗਿਵਨ ਸਰ। ਨਾਟ ਗਿਵਨ ਸਰ। ਨਾਟ ਗਿਵਨ, ਕਿਉਂਕਿ ਤੁਹਾਨੂੰ ਪਤਾ ਰੀਡਿੰਗ ਤੋਂ ਪਤਾ ਲੱਗਿਆ ਕਿ ਉਹ ਸਿਮਿਲਰ ਹੈ ਕਿ ਡਿਫਰੈਂਟ ਹੈ? ਨੋ ਸਰ। ਨਹੀਂ ਪਤਾ ਲੱਗਿਆ ਨਾ। ਅੱਛਾ ਜੇ ਰੀਡਿੰਗ ਦੱਸ ਦੇਵੇ ਕਿ ਉਹ ਡਿਫਰੈਂਟ ਆ, ਫਿਰ ਸਰ ਫਾਲਸ ਆ ਜਾਊਗਾ। ਬਿਲਕੁਲ ਜੀ, ਤੇ ਇਹ ਚੀਜ਼ ਦਾ ਧਿਆਨ ਰੱਖਣਾ ਜੀ ਤੁਸੀਂ। ਚਲੋ ਜੀ ਜਾ ਕੇ ਦੇਖਦੇ ਹਾਂ ਆਪਾਂ। ਅੱਛਾ ਹੁਣ ਇੱਥੇ ਆਪਣੀਆਂ ਯੂਰਪੀਅਨ ਕੰਟਰੀਜ਼, ਹਾਂਜੀ, ਤਾਂ ਆਪਣਾ ਲਾਸਟ ਵਾਲਾ ਜਿਹੜਾ ਸੀਗਾ ਜੀ ਉਹ ਇੱਥੋਂ ਲੱਭਿਆ ਸੀ ਆਪਾਂ ਨੂੰ, ਧਿਆਨ ਨਾਲ ਦੇਖਿਓ ਜੀ। ਤੇ ਆਪਾਂ ਯੂਰਪ ਕੰਟਰੀਜ਼ ਲੱਭਣੀਆਂ ਜੀ। ਹੁਣ ਆਪਾਂ ਜਾ ਕੇ ਦੇਖਿਓ ਯੂਰਪ ਕੰਟਰੀਜ਼, ਕਿਤੇ ਕੋਈ ਕੰਟਰੀ ਵੀ ਦਿਖੀ ਤਾਂ ਉਹਨੂੰ ਵੀ ਪੜ੍ਹ ਲਿਓ ਜੀ, ਕਿਉਂਕਿ ਉਹ ਯੂਰਪ ਕੰਟਰੀ ਹੋ ਸਕਦੀ ਹੈ, ਕਿਉਂਕਿ ਜਨਰਲ ਤੇ ਸਪੈਸੀਫਿਕ ਚੀਜ਼ਾਂ ਨੂੰ ਮਾਈਂਡ 'ਚ ਰੱਖਾਂਗੇ ਜੀ। ਇੱਥੇ ਤਾਂ ਕੋਈ ਕੰਟਰੀ ਵੀ ਨਹੀਂ ਦਿਖ ਰਹੀ, ਨਾ ਹੀ ਯੂਰਪ ਵਰਡ ਦਿਖ ਰਿਹਾ ਜੀ ਆਪਾਂ ਨੂੰ। ਅੱਗੇ ਚੱਲਦੇ ਜੀ ਆਪਾਂ। ਇੱਥੇ ਪ੍ਰੀ ਮਾਡਰਨ ਸੁਸਾਇਟੀਜ਼, ਐਵੀਡੈਂਸ ਦੀ ਗੱਲ ਹੋਈ ਜਾਂਦੀ ਜੀ, ਤੇ ਰੈਕ, ਆਹ ਤਾਂ ਚੀਜ਼ਾਂ ਪੜ੍ਹੀਆਂ ਆਪਾਂ ਪਹਿਲਾਂ ਸਾਰੀਆਂ ਜੀ। ਸਵਾਨ ਨਹੀਂ ਜੀ, ਮੋਸਟ ਕੰਪਲੈਕਸ, ਆਹ ਤਾਂ ਆਪਾਂ ਹੁਣੀ ਪੜ੍ਹ ਕੇ ਗਏ ਸਾਂ। ਚਲ ਲਾਸਟ ਵਾਲਾ ਜੀ, ਸੌਰੀ ਆਪਾਂ ਉੱਤੋਂ ਪੜ੍ਹਨ ਲੱਗੇ, ਆਪਣਾ ਜਾਣਾ ਹੀ ਅੱਗੇ ਆਪਾਂ ਐਕਚੁਅਲ ਚ ਇਹਨਾਂ ਚ। ਯੂਰਪ ਸਿਮਿਲਰ ਬੋਟਸ ਲੱਭੀਆਂ ਗਈਆਂ ਸੀ ਜੀ, ਕਹਿੰਦੇ ਯੂਰਪ ਦੇ ਵਿੱਚ ਕਿਤੇ ਨਹੀਂ ਲਿਖਿਆ। ਅੱਛਾ ਰੋਮਨ ਲਿਖਿਆ ਜੀ ਇੱਥੇ, ਮੈਡੀਵਲ ਟਾਊਨ ਡਿਸਪਾਈਟ ਦਾ ਗਰੋਥ, ਨਹੀਂ ਜੀ ਕਿਤੇ ਨਾ ਬੋਟ ਲਿਖਿਆ ਨਾ ਸਿਮਿਲਰ ਬੋਟ ਲਿਖਿਆ ਜੀ ਇੱਥੇ, ਤਾਂ ਇਹਨੂੰ ਆਪਾਂ ਕ੍ਰੋਸ ਕਰਤਾ ਜੀ। ਅੱਗੇ ਚੱਲਦੇ ਹਾਂ, ਧਿਆਨ ਨਾਲ ਦੇਖਿਓ ਜੀ। ਰੋਮਨ ਪੀਰੀਅਡ, ਆਹ ਤਾਂ ਆਪਾਂ ਪੜ੍ਹਿਆ ਜੀ, ਉਹ ਜਿਹੜੀ ਵੁਡਨ ਫੇਰੀਜ਼ ਹਵਾ ਦੇ ਵਿੱਚੋਂ ਚੀਜ਼ਾਂ ਲੱਭੀਆਂ ਸੀਗੀਆਂ। ਕੋਲ ਹਾਰਬਰ, ਨਹੀਂ ਜੀ ਹੋਰ ਹੀ ਚੀਜ਼ਾਂ ਕਰੀ ਜਾਂਦੇ ਜੀ। ਤੇ ਆਪਾਂ ਤਾਂ 22ਵੇਂ ਤੇ ਵੀ ਪਹੁੰਚ ਗਏ ਜੀ, ਆਪਾਂ ਤਾਂ ਮਿਨਰਲ ਵਾਲੀ ਲੋਕੇਸ਼ਨ ਤੇ ਪਹੁੰਚ ਗਏ। ਆਹ ਦੇਖੋ ਨਾ ਸਾਈਡ ਤੇ ਕੱਢੀ ਪਈ ਹੈ ਨਾ ਆਪਣੀ ਚੀਜ਼, ਤਾਂ ਕੀ ਲਾਵਾਂ ਜੀ ਇਹਦਾ? ਮਿੰਟੋ ਮਿੰਟ ਰਿਪਲਾਈ ਕਰੋ ਮੈਨੂੰ ਇਹਦਾ, ਕੀ ਲਾਵਾਂ ਜੀ? ਨਾਟ ਗਿਵਨ। ਨੋਟ ਗਿਵਨ, ਬਿਲਕੁਲ। ਤਾਂ ਇਹ ਆਪਣਾ ਲੱਗ ਗਿਆ ਜੀ ਨੋਟ ਗਿਵਨ। ਓਕੇ, ਤਾਂ ਆਪਣਾ ਜੋ ਰਹਿ ਗਿਆ ਜੀ ਇਹ ਆਪਣਾ ਹੋ ਗਿਆ ਜੀ ਨੋਟ ਗਿਵਨ। ਅੱਛਾ ਮਿਨਰਲ ਦੀ ਗੱਲ ਹੋਈ ਪਈ ਆਪਣੇ ਕੋਲੇ, ਬਿਲਕੁਲ ਜੀ। ਉਧਰ ਕਹਿੰਦੇ ਫਿਊ ਡਾਕੂਮੈਂਟਸ ਆ, ਕਹਿੰਦੇ ਫਿਊ ਦਾ ਮਤਲਬ ਤੁਹਾਨੂੰ ਪਤਾ ਜੀ, ਫਿਊ ਇੱਕ ਨੈਗੇਟਿਵ ਵਰਡ ਆ ਜੀ। ਮੈਂ ਤੁਹਾਨੂੰ ਕਹਿ ਰਿਹਾ ਆਈ ਹੈਵ ਫਿਊ ਫਰੈਂਡਸ, ਫਿਊ ਦਾ ਮਤਲਬ ਹੈ ਜੀ ਬਹੁਤ ਘੱਟ ਆ, ਸਰਦਾ ਹੀ ਨਹੀਂ ਉਹਨਿਆਂ ਦੇ ਨਾਲ। ਇਹ ਇੱਕ ਨੈਗੇਟਿਵ ਟਰਮ ਹੈ ਜੀ, ਨੈਗੇਟਿਵ ਟਰਮ। ਕਹਿੰਦੇ ਜੀ ਬਹੁਤ ਘੱਟ ਡਾਕੂਮੈਂਟਸ ਆ ਜੀ, ਕਹਿੰਦੇ ਕਿਹਨੂੰ? ਮਿਨਰਲ ਐਕਸਪਲੋਇਟੇਸ਼ਨ ਨੂੰ ਲੈ ਕੇ ਜੀ। ਜਾ ਕੇ ਦੇਖਦੇ ਹਾਂ ਜੀ ਆਪਾਂ ਕਿ ਆਪਣੇ ਕੋਲੇ ਇੱਥੇ ਮਿਨਰਲ ਰਿਸੋਰਸਸ ਦੀ ਗੱਲ ਕੀਤੀ ਗਈ ਹੈ ਜੀ। ਮਿਨਰਲ ਰਿਸੋਰਸਸ ਅੱਗੇ ਜਾ ਕੇ ਦੱਸਿਆ ਪਿਆ ਜੀ, ਸੈਂਡ, ਗ੍ਰੇਵਲ, ਸਟੋਨ, ਕੋਲ, ਇਹਦਾ ਮਤਲਬ ਇਹ ਸਾਰੇ ਕੀ ਹੁੰਦੇ ਆ? ਮਿਨਰਲਸ ਹੁੰਦੇ ਆ। ਸਾਰੇ ਕਹਿੰਦੇ ਐਕਸਪਲੋਇਟਡ ਕੀਤੇ ਗਏ ਆ ਜੀ। ਥੀਸ ਇੰਡਸਟਰੀਜ਼ ਜਿਹੜੀਆਂ ਹੈਗੀਆਂ ਵਾ ਪੂਅਰਲੀ ਡਾਕੂਮੈਂਟਡ, ਉਹਨਾਂ ਨੇ ਕਿਹਾ ਸੀਗਾ ਜੀ ਆਪਣੇ ਕੋਲੇ ਫਿਊ ਡਾਕੂਮੈਂਟਸ ਆ, ਤੇ ਮੈਂ ਤੁਹਾਨੂੰ ਕਹਿ ਰਿਹਾ ਡਾਕੂਮੈਂਟਡ ਨੂੰ ਡਾਕੂਮੈਂਟਸ ਬਣਾਤਾ। ਪੂਅਰ ਦਾ ਮਤਲਬ ਵੀ ਬਹੁਤ ਘੱਟ, ਨਾ ਮਾਤਰ, ਤੇ ਉਧਰੋਂ ਫਿਊ ਦਾ ਮਤਲਬ ਵੀ ਬਹੁਤ ਘੱਟ ਤੇ ਨਾ ਮਾਤਰ। ਹਾਂਜੀ ਜੀ ਕੀ ਲਾਵਾਂਗੇ? ਹਾਂਜੀ ਕਿਉਂ ਬਿਲਕੁਲ ਜੀ। ਤਾਂ ਆਪਣਾ ਆਨਸਰ ਕੀ ਆ ਗਿਆ ਜੀ? ਇਹ ਚੀਜ਼ਾਂ ਨੂੰ ਨੋਟ ਕਰ ਲਿਓ ਜੀ, ਜਿਵੇਂ ਪੂਅਰਲੀ ਡਾਕੂਮੈਂਟਡ ਲਿਖਿਆ ਪਿਆ, ਆਪਣੇ ਮਾਈਂਡ 'ਚ ਇਹਨਾਂ ਨੂੰ ਸੇਵ ਕਰੋ। ਤੁਸੀਂ ਜਦੋਂ ਰੀਡਿੰਗ ਨੂੰ ਟਰਾਂਸਲੇਟ ਵੀ ਕਰਦੇ ਹੋ ਨਾ, ਤਾਂ ਉਹਨਾਂ ਦੀ ਪੈਰਾਫਰੇਜ਼ਿੰਗ ਨੂੰ ਟਰਾਂਸਲੇਟ ਕਰੋ ਜੀ। ਹਾਂਜੀ, ਮੈਂ ਤੁਹਾਨੂੰ ਕਲਾਸ ਖਤਮ ਹੋਣ ਤੇ ਇੱਕ ਨਵੀਂ ਚੀਜ਼ ਦੱਸੂਗਾ ਜੀ ਟਰਾਂਸਲੇਸ਼ਨ ਦੀ, ਤਾਂ ਉਹਦੇ ਨਾਲ ਤੁਹਾਡੀ ਇੰਪਰੂਵਮੈਂਟ ਹੋਰ ਹੋਊਗੀ। ਅੱਛਾ ਆਪਣਾ ਲਾਸਟ ਰਹਿ ਗਿਆ ਜੀ, ਲਾਰਜ ਪੈਸੇਂਜਰ ਬੋਟਸ ਆ ਜੀ, ਕਹਿੰਦੇ ਆਰ ਕਾਜ਼ਿੰਗ ਇਨਕਰੀਜ਼ਿੰਗ ਡੈਮੇਜ। ਕਹਿੰਦੇ ਜੀ ਲਾਰਜ ਪੈਸੇਂਜਰ ਬੋਟਸ, ਆਹ ਕੀਵਰਡ ਹੈ ਜੀ ਤੁਹਾਡਾ, ਲਾਰਜ ਪੈਸੇਂਜਰ ਬੋਟਸ ਆਰ, ਉਹ ਕਹਿੰਦੇ ਕਿ ਕਾਜ਼ਿੰਗ, ਕਾਰਨ ਬਣ ਰਹੀਆਂ। ਇਹ ਕਾਹਦਾ ਕਾਰਨ ਬਣ ਰਹੀਆਂ? ਕਹਿੰਦੇ ਇਨਕਰੀਜ਼ਿੰਗ ਡੈਮੇਜ, ਡੈਮੇਜ ਦਾ, ਡੈਮੇਜ ਕਿਹਨੂੰ? ਸੀ ਸ਼ੋਰ ਨੂੰ। ਸੀ ਸ਼ੋਰ ਕੀ ਹੁੰਦਾ? ਜਿਹੜਾ ਕਿਸੇ ਸਮੁੰਦਰ ਦਾ ਕੰਢਾ ਆਪਾਂ ਜਿਹਨੂੰ ਕਹਿ ਦਿੰਦੇ ਜੀ, ਉਹ ਜੋ ਸਪੇਸ ਹੁੰਦੀ ਉਹਦੇ ਯਾਨੀ ਕਿ ਕਿਨਾਰੇ ਤੇ, ਉਹਨੂੰ ਆਪਾਂ ਸੀ ਸ਼ੋਰ ਕਹਿ ਦਿੰਦੇ ਆ ਜੀ। ਲਾਰਜ ਪੈਸੇਂਜਰ ਬੋਟਸ ਕਹਿੰਦੇ ਡੈਮੇਜ ਦਾ ਕਾਰਨ ਬਣ ਰਹੀਆਂ ਜੀ ਸੀ ਸ਼ੋਰ ਤੇ। ਚਲੋ ਜਾ ਕੇ ਦੇਖੀਏ ਜੀ ਆਪਾਂ ਇਹਨੂੰ ਲਾਸਟ ਦੇ ਵਿੱਚ ਫਾਊਂਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਕ ਵਾਰੀ ਜੀ।
ਆ ਲਾਸਟ ਪੈਰਾ ਪੜੋ ਇੱਕ ਵਾਰੀ, ਕਿਉਂਕਿ ਆ ਪੂਅਰਲੀ ਡਾਕੂਮੈਂਟਡ ਹੈ, ਇਹਦਾ ਮਤਲਬ 100% ਇਹਦੀ ਲੋਕੇਸ਼ਨ ਕਿੱਥੇ ਹੈ ਜੀ, ਆਹ ਵਾਲੇ ਪੈਰਾਗ੍ਰਾਫ ਦੇ ਵਿੱਚ। ਇੱਥੇ ਤੁਹਾਡਾ ਕੀਵਰਡ ਹੋਣਾ ਚਾਹੀਦਾ ਜੀ ਲਾਰਜ ਬੋਟਸ, ਲਾਰਜ, ਲਾਰਜ। ਤਾਂ ਧਿਆਨ ਨਾਲ ਜਾ ਕੇ ਦੇਖਿਓ ਜੀ, ਜਿੱਥੇ ਲਿਖਿਆ ਪਿਆ ਦਾ ਲਾਰਜ ਸਾਈਜ਼, ਸਾਈਜ਼ ਕਿਹਦਾ ਜੀ, ਫੇਰੀਜ਼ ਦਾ। ਤੇ ਮੈਂ ਤੁਹਾਨੂੰ ਕਿਹਾ ਸੀ ਬੋਟ ਨੂੰ ਫੇਰੀ ਵੀ ਕਹਿ ਦਿੰਦੇ ਆ ਜੀ। ਤੇ ਬਾਕੀ ਵਰਡ ਕੌਜ਼ਡ, ਕਾਰਨ ਆ ਕਾਹਦਾ ਜੀ, ਇਨਕਰੀਜ਼, ਕਿਹਦਾ ਜੀ, ਡੈਮੇਜ ਦਾ। ਤੇ ਕਿੱਥੇ ਹੈ ਜੀ ਇਹ ਚੀਜ਼, caused by their wash to fragile deposits in the okay intertidal zone। okay ਜੀ, intertidal zone ਆਪਾਂ ਨੂੰ ਥੋੜਾ ਜਿਹਾ ਉੱਪਰ ਜਾਂ ਨੀਚੇ ਹੋਣਾ ਪੈਣਾ ਵਾ ਇਹਨੂੰ ਪੂਰਾ ਵੈਰੀਫਾਈ ਕਰਨ ਦੇ ਲਈ ਜੀ, ਥੋੜਾ ਉੱਪਰ ਜਾਂ ਨੀਚੇ। ਪਤਾ ਲੱਗ ਗਿਆ ਕਿਹੜੀਆਂ ਲਾਰਜ ਫੈਰੀਜ਼ ਹੁੰਦੀਆਂ ਜੀ, ਉਹ ਕਾਰਨ ਤਾਂ ਹੈਗੀਆਂ ਵਾ, ਕਹਿੰਦਾ ਜੀ ਇਨਕਰੀਜ਼, ਕਿਹੜੀ ਚੀਜ਼ ਦਾ, ਡੈਮੇਜ ਕਰਨ ਦਾ। ਡੈਮੇਜ ਕਿਹਨੂੰ ਕਰਦੀਆਂ ਜੀ, ਉਹ ਕੋਈ ਜ਼ੋਨ, ਜ਼ੋਨ ਦਾ ਮਤਲਬ ਕੀ ਹੁੰਦਾ, ਕੋਈ ਨਾ ਕੋਈ ਏਰੀਆ। ਹੁਣ ਉਹ ਏਰੀਆ ਹੈ ਕਿਹੜਾ ਵਾ, ਕਿਉਂਕਿ ਉਹ ਕਹਿਣਗੇ ਇੰਟਰਟਾਈਡਲ। ਇਹਦਾ ਮਤਲਬ ਮੈਂ ਹੁਣ ਵੈਰੀਫਾਈ ਕਰਨਾ ਕਿ ਜਿਹੜਾ ਇੰਟਰਟਾਈਡਲ ਏਰੀਆ ਹੈਗਾ ਕਿ ਉਹਨੂੰ ਹੀ ਇਹ ਸੀ ਸ਼ੋਰ ਕਹਿ ਰਹੇ ਆ ਜੀ। ਧਿਆਨ ਨਾਲ ਦੇਖਿਓ ਜੀ, ਸਾਰਾ ਕੁਝ ਵੈਰੀਫਾਈ ਹੋ ਗਿਆ, ਇੱਕ ਚੀਜ਼ ਵੈਰੀਫਾਈ ਕਰਨਾ ਬਾਕੀ ਆ ਕਿ ਜਿਹੜੇ ਜ਼ੋਨ ਦੀ ਇਹ ਗੱਲ ਕਰ ਰਹੇ ਆ ਕਿ ਉਹੀ ਜ਼ੋਨ ਸੀ ਸ਼ੋਰ ਹੈ ਜੀ। ਜਾ ਕੇ ਦੇਖਦੇ ਜੀ, ਥੋੜਾ ਉੱਪਰ ਨੂੰ ਜਾਂਦੇ ਆ ਜੀ, ਜਾਣਾ ਪੈਣਾ ਆਪਾਂ ਨੂੰ ਉੱਪਰ। ਇੱਥੇ ਕੋਈ ਪ੍ਰੋਬਲਮ ਖੜੀ ਹੋਈ ਸੀਗੀ ਜੀ, not only for the scale variety of formulas। okay ਇਹਨੂੰ ਸਪੀਡ ਚ ਪੜਿਆ ਕਰੋ ਜੀ। ਵੈਰੀ ਓਕੇ, ਨੈਚੁਰਲ ਤੇ ਹਿਊਮਨ ਥ੍ਰੈਟ ਹੋ ਰਹੇ ਆ ਰਿਸੋਰਸ ਨੂੰ, ਕੰਪਲੈਕਸ ਵੈਬ ਹੋ ਰਹੀ ਹੈ ਜੀ। ਕਹਿੰਦੇ ਇੰਟਰਸਟ ਇਨ ਦਾ ਕੋਸਟਲ ਜ਼ੋਨ, ਕੋਸਟਲ ਜ਼ੋਨ ਦੇ ਵਿੱਚ ਪ੍ਰੋਬਲਮਸ ਹੋ ਰਹੀਆਂ ਜੀ। ਹਿਊਮਨ ਥ੍ਰੈਟ, ਕੋਸਟਾਂ ਹਿਊਮਨ ਥ੍ਰੈਟ ਦੇ ਦੁਆਰਾ ਹੋ ਰਹੀਆਂ। ਉਹਦੇ ਵਿੱਚ ਕੀ ਸ਼ਾਮਿਲ ਹੈ ਜੀ, ਕਹਿੰਦੇ ਟਾਊਨ ਬਣਾ ਲਏ ਉਹਨਾਂ ਨੇ, ਡੀਏ ਵਗੈਰਾ ਬਣਾ ਲਏ। ਹੋਰ ਕਿਹੜੀਆਂ ਚੀਜ਼ਾਂ, ਆ ਟੂਰਿਸਟ ਇੰਡਸਟਰੀਜ਼ ਹੋ ਗਈਆਂ ਜੀ, ਇਹ ਚੀਜ਼ਾਂ। ਤੇ ਬਾਅਦ ਚੋਂ ਹੁਣ ਗਾਂ ਫਿਰ ਫਲੋ ਕਰਦੀ ਹੈ ਚੀਜ਼, ਤੇ ਜਿਹੜੀਆਂ ਲਾਰਜ ਫੇਰੀਜ਼ ਹੈਗੀਆਂ ਉਹ ਵੀ। ਧਿਆਨ ਨਾਲ ਦੇਖਿਓ ਜੀ, ਆਹ ਵਰਡ ਨੇ ਮੇਰਾ ਸਭ ਤੋਂ ਵੱਡਾ ਸਾਥ ਦਿੱਤਾ ਜੀ। ਇੱਕ ਚੀਜ਼ ਹੋਰ ਆ, ਉਹ ਕਹਿੰਦੇ ਜੀ ਜਿਹੜੀ ਕਿ ਡੈਮੇਜ ਕਰਦੀ ਹੈ। ਡੈਮੇਜ ਕਿਹਦੇ ਚ ਕਰਦੀ ਹੈ, ਇਹਦਾ ਮਤਲਬ ਜਿਹਦੀ ਉੱਪਰ ਗੱਲ ਹੋਈ ਜਾਂਦੀ ਹੈ, ਉੱਪਰ ਕਿਹਦੀ ਗੱਲ ਹੋਈ ਜਾਂਦੀ ਹੈ ਜੀ, ਕੋਸਟਲ ਜ਼ੋਨ ਦੀ। ਤੇ ਕੋਸਟਲ ਜ਼ੋਨ ਕਿਹਦਾ ਸਰਨਾਮ ਆ, ਸੀ ਸ਼ੋਰ ਦਾ ਜੀ। ਤੇ ਸੀ ਸ਼ੋਰ ਨੂੰ ਬਦਲ ਕੇ ਫਿਰ ਨੀਚੇ ਕੇ ਕੀ ਕਹਤਾ, ਇੰਟਰਟਾਈਡਲ ਜ਼ੋਨ ਜੀ। ਤਾਂ ਮੈਨੂੰ ਯੈਸ ਔਰ ਨੋ ਦੱਸੋ ਜੀ, ਇਹ ਕੀ ਹੈ ਜੀ। ਹਾਂਜੀ ਟਰੂ। ਟਰੂ ਹੈ ਜੀ। ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਜਦੋਂ ਉਹ ਵਾਲੀ ਲੋਕੇਸ਼ਨ ਤੇ ਪਹੁੰਚ ਗਿਆ ਤਾਂ ਮੈਨੂੰ ਉੱਤੇ ਜਾਣ ਦੇ ਲਈ ਮੈਨੂੰ ਕਿਉਂ ਨੀਡ ਮਹਿਸੂਸ ਹੋਈ ਉੱਪਰ ਜਾਣ ਦੀ, ਕਾਹਤੋਂ ਨੀਡ ਮਹਿਸੂਸ ਹੋਈ ਮੈਨੂੰ? ਕੋਈ ਸਟੂਡੈਂਟ ਦੱਸ ਸਕਦਾ ਉੱਪਰ ਕਾਹਤੋਂ ਗਿਆ ਮੈਂ? ਸਰ ਕਿਉਂਕਿ ਆਪਾਂ ਉਹ ਵੈਰੀਫਾਈ ਕਰਨਾ ਸੀ ਵੀ ਉਹ ਜ਼ੋਨ ਕਿਹੜਾ ਹੈ, ਸੀ ਸ਼ੋਰ ਜ਼ੋਨ ਹੀ ਹੈ ਜਾਂ ਕੋਈ ਹੋਰ ਜ਼ੋਨ ਕਿਹੜਾ ਹੈ। ਬਿਲਕੁਲ ਜੀ, ਉੱਪਰ ਜਾ ਕੇ ਵੈਰੀਫਾਈ ਕੀਤਾ ਵੀ ਉਹ ਜ਼ੋਨ ਜਿਹੜਾ ਹੈ ਉਹ ਕੋਸਟਲ ਜ਼ੋਨ ਆ। ਤੇ ਕੋਸਟਲ ਤੁਹਾਨੂੰ ਪਤਾ, ਕੋਸਟਲ ਇਲਾਕਾ ਕਿਹੜਾ ਹੁੰਦਾ, ਜਿੱਥੇ ਪਾਣੀ ਹੋਵੇ, ਜਿਵੇਂ ਬੀਚ ਆਪਾਂ ਜਿਹਨੂੰ ਕਹਿੰਦੇ ਹੋ ਕੋਸਟਲ ਏਰੀਆ ਹੁੰਦਾ। ਤੇ ਇਹਨਾਂ ਦਾ ਹੀ ਇੱਕ ਸਰਨਮ ਹੁੰਦਾ ਵਾ ਸੀ ਸ਼ੋਰ। ਸੀ ਸ਼ੋਰ ਵੀ ਕੰਢੇ ਨੂੰ ਕਹਿ ਦਿੰਦੇ ਆ ਤੇ ਕੋਸਟਲ ਏਰੀਆ ਵੀ ਉਹਨੂੰ ਕੰਢੇ ਨੂੰ ਹੀ ਕਹਿ ਦਿੰਦੇ ਆ ਜੀ। ਤਾਂ ਉੱਪਰ ਜਾ ਕੇ ਮੈਨੂੰ ਵੈਰੀਫਾਈ ਹੋਇਆ ਜੀ। ਸੋ ਜਿਹੜੇ ਕੁਐਸਚਨਾਂ ਦੇ ਵਿੱਚ ਤੁਹਾਨੂੰ ਉੱਪਰ ਜਾਂ ਨੀਚੇ ਜਾਣਾ ਪੈਣਾ, ਉਹ 'ਚ ਤੁਹਾਨੂੰ ਜਾਣਾ ਹੀ ਪੈਣਾ। ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਜੇ ਤੁਸੀਂ ਇਹ ਚੀਜ਼ ਕਰਕੇ ਲਾ ਦਿੰਦੇ ਕਿ ਸਰ ਉਹ ਤਾਂ ਜਾਂਦਾ ਕੋਸਟਲ ਏਰੀਆ, ਉਹ ਤਾਂ ਕਹਿੰਦੇ ਸੀ ਸ਼ੋਰ ਨੂੰ ਉਹ ਕਰੂਗਾ ਜੀ ਡੈਮੇਜ। ਰੀਡਿੰਗ ਕਹੀ ਜਾਂਦੀ ਹੈ ਜੀ, ਜਾਣੀ ਕਿ ਇੰਟਰਟਾਈਡਲ ਜ਼ੋਨ ਨੂੰ ਕਰੂਗਾ। ਇਹ ਤਾਂ ਸਰ ਫਾਲਸ ਹੋ ਗਿਆ। ਤੁਸੀਂ ਇਹ ਦੱਸੋ ਫਾਈਨਲ ਦੇ ਵਿੱਚ ਇਹਨੂੰ ਕੋਈ ਫਾਲਸ ਵੀ ਲਾ ਕੇ ਆਉਣਾ ਸੀ ਬੱਚਿਆਂ ਨੇ, ਕਿਉਂਕਿ ਸੀ ਸ਼ੋਰ ਜ਼ੋਨ ਥੋੜੀ, ਜਾਣੀ ਕਿ ਇੰਟਰਟਾਈਡਲ ਜ਼ੋਨ ਆ। ਬਟ ਜਿਹੜੇ ਬੱਚੇ ਨੇ ਉੱਪਰ ਜਾ ਕੇ ਵੈਰੀਫਾਈ ਕਰ ਲਿਆ ਵੀ ਇਹ ਤਾਂ ਸਿਨੋਨਿਮ ਲਿਖੇ ਪਏ ਆ, ਉਹਨੇ ਟਰੂ ਲਾ ਦੇਣਾ। ਤੇ ਜੇ ਜਾਂ ਤਾਂ ਜੇ ਜਾਣੀ ਕਿ ਜੇ ਕੁਦਰਤੀ ਕਿਸੇ ਬੱਚੇ ਨੂੰ ਪਤਾ ਹੋਵੇ ਕਿ ਸੀ ਸ਼ੋਰ ਨੂੰ ਕੋਸਟਲ ਵੀ ਕਹਿ ਦਿੰਦੇ ਤੇ ਇੰਟਰਟਾਈਡਲ ਵੀ ਕਹਿ ਦਿੰਦੇ ਆ ਜੀ, ਫਿਰ ਉਹ ਕਿਤੇ ਨਾ ਕਿਤੇ ਜਾ ਕੇ ਇਹਨੂੰ ਟਰੂ ਲਾ ਦੂਗਾ ਜੀ। ਬਟ ਆਪਾਂ ਨੂੰ ਉੱਪਰੋਂ ਜਾ ਕੇ ਪਤਾ ਲੱਗਿਆ ਵੀ ਪ੍ਰੋਬਲਮ ਮੇਨ ਕਿਹੜੀ ਆ, ਕੋਸਟਲ ਜ਼ੋਨ ਨੂੰ ਹੀ ਡਿੱਕਾ ਲੱਗ ਰਿਹਾ ਕਿਤੇ ਨਾ ਕਿਤੇ ਚੀਜ਼ਾਂ ਦੇ ਰਾਹੀਂ। ਸਮਝ ਲੱਗ ਗਈ ਸਰ? ਹਾਂਜੀ ਸਰ। ਠੀਕ ਹੈ।